ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਆਪਣੇ ਸਮੇਂ ਮੁਤਾਬਕ ਤੁਹਾਡੇ ਨਾਲ ਹਾਜ਼ਰ ਹੋ ਜਾਂਦੇ ਗੱਲਾਂ ਬਾਤਾਂ ਕਰਨ ਲਈ। ਨਾਲ ਵੀਰ ਪਰਮਵੀਰ ਭਾਟ ਹੋਰੀ। ਹੋਰ ਭਾਟ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਹਾਰਾਜ, ਕਿੱਦਾਂ ਸਿਹਤਾਂ? ਬਹੁਤ ਵਧੀਆ, ਠੀਕ ਠਾਕ ਆ। ਮੈਂ ਅੱਜ ਦੇਖਿਆ ਕਿ ਤੁਸੀਂ ਠੀਕ ਹੋ, ਝੱਗਾ ਧੋ ਕੇ ਪ੍ਰੈਸ ਕਰਕੇ ਆ ਕੇ ਪਾਇਆ। ਇਹ ਦੇਖੋ, ਮੈਨੂੰ ਇਹ ਹੁੰਦਾ ਵੀ ਤੁਹਾਡੇ ਨਾਲ ਬਹਿਣਾ, ਹੁਣ ਤੁਸੀਂ ਮੁੜ ਕੇ ਉਜਰ ਕਰਦੇ ਕਿਸੇ ਵੇਲੇ। ਇੱਕ ਹੁੰਦਾ ਇਤਰਾਜ਼, ਇੱਕ ਹੁੰਦਾ ਉਜਰ। ਦੇਖੋ, ਰੌਲਾ ਇਹ ਹੁੰਦਾ ਜਿਹੜਾ ਨਾ ਮੁੱਖ ਮਹਿਮਾਨ ਹੁੰਦਾ, ਸਾਰਿਆਂ ਦੀ ਨਿਗਾਹ ਉੱਧਰ ਹੁੰਦੀ ਆ। ਸਾਡੀ ਡਿਊਟੀ ਹੈ ਕਿ ਅਸੀਂ ਮੁੱਖ ਮਹਿਮਾਨ ਸਾਹਿਬ ਨੂੰ ਚੰਗੀ ਤਰ੍ਹਾਂ, ਉਹਨਾਂ ਦੇ ਕੱਪੜਾ ਚੰਗੀ ਤਰ੍ਹਾਂ ਪਾਇਆ ਹੋਵੇ, ਪ੍ਰੈਸ ਕੀਤਾ ਪਾਇਆ ਹੋਵੇ, ਕਿਉਂਕਿ ਸਾਨੂੰ ਤਾਂ ਅਗਲੇ ਕਹਿਣਾ ਮਾੜ ਜਿਹਾ ਪਾਸੇ ਹੋਏ ਇਹਨਾਂ ਦੀ ਫੋਟੋ ਖਿੱਚਣੀ ਆ। ਨਹੀਂ, ਇਹ ਨਹੀਂ ਕਹਿੰਦੇ ਯਾਰ, ਇਹ ਜਿਹੜਾ ਤੁਹਾਡੇ ਅੰਦਰਲਾ ਮਾਸਟਰ ਆ ਨਾ, ਉਹ ਨਹੀਂ ਜਾਂਦਾ। ਇਹਨਾਂ ਦਾ ਜਵਾਕਾਂ ਨੂੰ ਕਾਕਾ ਵਰਦੀ ਧੁੱਪੀ ਚਾਹੀਦੀ ਆ, ਨਹੁੰ ਕੱਟੇ ਚਾਹੀਦੇ, ਵਾਲ ਵਗੇ ਚਾਹੀਦੇ, ਹੈ ਨਾ। ਇਸ ਕਰਕੇ ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਉਹ ਜਿਹੜੀ ਚੀਜ਼ ਉਹ ਵਿੱਚ ਕਰ ਲਿਆ। ਉਦੋਂ ਹੀ 4 ਮਿੰਟ ਬਾਅਦ ਉਹ ਸਿੱਧੇ ਹੋ ਕੇ ਲੈਣ ਸਿੱਧੀ ਕਰੋ। ਕੀ ਕਰਦਾ ਹੋਈ? ਉਹ ਕਹਿੰਦਾ ਕੁਛ ਨਹੀਂ ਜੀ, ਮੈਂ ਤਾਂ ਚੁੱਪ ਕਰਕੇ ਬੈਠਾ। ਅੱਛਾ, ਬੋਲਦਾ ਕਿਹੜਾ ਫਿਰ? ਪਤਾ ਨਹੀਂ ਜੀ, ਹੈ ਨਾ। ਕਈ ਵੇਲੇ ਇੱਦਾਂ ਹੀ ਫੜ ਲੈਂਦੇ ਨਾ ਵੀ ਮਤਲਬ ਉਧਰਲੇ ਪਾਸੇ ਬਲੈਕ ਬੋਰਡ ਤੇ ਲਿਖੀ ਜਾਣਾ, ਮਗਰੋਂ ਆਵਾਜ਼ ਆਈ ਨਾ, ਤੇ ਜਿਹੜਾ ਕੋਈ ਵਿਚਾਰਾ ਮੇਰੇ ਕੋਲ ਸ਼ੱਕੀ ਹੁੰਦਾ, ਪਹਿਲਾਂ ਉਹਨੇ ਖੜਾ ਹੋ, ਕਹਿੰਦਾ ਸਰ ਕੀ ਹੋਇਆ ਮਾਸਟਰ ਜੀ? ਮੈਂ ਤਾਂ ਕੁਛ ਕਿਹਾ। ਆਵਾਜ਼ ਕਿਹਦੀ ਆਉਂਦੀ? ਫਿਰ ਉਹਨੇ ਦੱਸ ਦੇਣਾ ਜੀ ਆਹ ਬੋਲਦਾ। ਆਮ ਹੀ ਸੰਧਾਲੀਆ ਸਾਹਿਬ ਹੁੰਦਾ ਸੀ ਕਿ ਹੁਣ ਤਾਂ ਚਲੋ ਰਿਵਾਜ ਨਹੀਂ ਰਿਹਾ ਨਾ ਕੁੱਟਣ ਮਾਰਨ ਦਾ ਜਾਂ ਸਜ਼ਾ ਦੇਣ ਦਾ। ਕੁੱਟਣ ਮਾਰਨ ਕਿਹੜਾ ਕੋਈ ਧੱਕੇ ਨਾਲ ਕੁੱਟਦਾ ਹੁੰਦਾ ਸੀ, ਪਰ ਉਦੋਂ ਆਮ ਹੀ ਹੁੰਦਾ ਸੀ ਕਿ ਅਗਲੇ ਨੇ ਪਹਿਲਾਂ 2 ਫੜਕਾ ਕੇ ਫੇਰ ਹੀ ਪੁੱਛਣਾ, ਫਿਰ ਦੱਸ ਹੀ ਦੇਣਾ ਉਹਨਾਂ ਨੇ। ਨਹੀਂ ਜੀ ਉਹ ਅਸੀਂ ਨਹੀਂ, ਜਿਹੜੇ ਤੀਜੇ ਦੇ ਲੱਗਣ ਵਾਲੀਆਂ ਹੁੰਦੀਆਂ ਇੱਧਰੋਂ ਆਈ ਜੀ ਆਵਾਜ਼, ਮੇਰੇ ਵਾਲੇ ਪਾਸੇ ਨਹੀਂ। ਉਹਦੇ ਤੋਂ ਨਾ ਇੱਕ ਗੈਪ ਤੋਂ ਬਾਅਦ ਇੱਕ ਆਖਰੀ ਚਪੇੜ ਵੱਜਦੀ ਹੁੰਦੀ ਹੈ, ਉਹ ਉਸੇ ਦੇ ਵੱਜਦੀ ਜਿਹਦੇ ਸਭ ਤੋਂ ਪਹਿਲਾਂ ਵੱਜੀਆਂ ਹੁੰਦੀਆਂ। ਉਹ ਕਿਉਂ? ਉਹ ਕਹਿੰਦੇ ਮੇਰੇ ਹੁਣ ਕਿਉਂ ਵੱਜ? ਤੂੰ ਪਹਿਲਾਂ ਨਹੀਂ ਦੱਸ ਸਕਦਾ? ਕੁੱਟ ਕਿਉਂ ਖਾਧੀ ਐਵੇਂ ਦਾ? ਚਲੋ ਕੋਈ ਨਹੀਂ, ਇਹ ਸਾਰਾ ਕੁਝ ਚੱਲਦਾ ਰਹਿਣਾ ਚਾਹੀਦਾ। ਜਾਗੁੰਦੜੀ ਆਈ ਆ। ਗੱਲ ਇਹ ਆ ਕਿ ਵੀ ਥੋੜੀ ਜਿਹੀ ਗੱਲ ਤੁਸੀਂ ਕੱਲ ਜਿੱਥੋਂ ਸ਼ੁਰੂ ਕੀਤੀ ਸੀ, ਕੱਲ ਤੁਸੀਂ ਸ਼ੁਰੂ ਕੀਤੀ ਸੀ ਕਿ ਰਾਵੀ ਚੜ ਗਿਆ। ਅੱਜ ਲੈ ਗਿਆ? ਨਹੀਂ, ਲੈ ਨਹੀਂ ਗਿਆ। ਅੱਜ ਹੋ ਸਕਦਾ ਥੋੜਾ ਜਿਹਾ ਧਰਵਾਸ ਮਿਲਿਆ ਹੋਵੇ, ਕਿਉਂਕਿ ਅੱਜ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਸਾਹਿਬ ਉਹ ਉੱਥੇ ਨੇੜੇ ਦੇ 1-2 ਪਿੰਡਾਂ ਦੇ ਵਿੱਚ ਗਏ ਸੀ, ਤੇ ਉਹਨਾਂ ਨੇ ਕਿਹਾ ਕਿ ਸੈਂਕੜੇ ਏਕੜ ਫਸਲ ਤਬਾਹ ਹੋਈ ਹੈ, ਸਾਡੇ ਨੋਟਿਸ 'ਚ ਹੈ, ਘਬਰਾਉਣਾ ਕੋਈ ਨਹੀਂ, ਸਰਕਾਰ ਬਣਦਾ ਮੁਆਵਜ਼ਾ ਦੇਊਗੀ ਜ਼ਰੂਰ। ਨਹੀਂ ਤਾਂ ਚੰਗੀ ਗੱਲ ਹੈ। ਹਾਂ, ਚੰਗੀ ਗੱਲ ਹੈ। ਦੇਖੋ, ਗੱਲ ਪਤਾ ਕੀ ਆ, ਕਿਸੇ ਵੇਲੇ ਇੱਦਾਂ ਹੁੰਦਾ ਕਿ ਵੀ ਕਿੰਨੇ ਰੋਜ਼ ਮੈਸੇਜ ਫੋਨ ਕਾਲ ਤੋਂ ਆਉਂਦੇ ਵੀ ਆਹ ਜੀ ਆਹ ਦੁੱਖ ਤਕਲੀਫਾਂ ਤੇ ਹਰੇਕ ਨੂੰ ਹੁੰਦੀ। ਕੁਛ ਥਾਵਾਂ ਦੇ ਉੱਪਰ ਹੁੰਦਾ ਕਿ ਵੀ ਯਾਰ ਉਹ ਦੁੱਖ ਤਕਲੀਫ ਜਿਹੜੀ ਲੋਕਲੀ ਸੈੱਟ ਕੀਤੀ ਜਾ ਸਕਦੀ। ਕੁਛ ਥਾਵਾਂ ਤੇ ਹੁੰਦਾ ਵੀ ਨਹੀਂ ਯਾਰ ਉਹ ਸਰਕਾਰ ਦਰਬਾਰ ਦੇ ਕੰਨਾਂ ਤੱਕ ਮਾੜੀ ਮੋੜ ਗੱਲ ਪਹੁੰਚ। ਕਿਸੇ ਵੇਲੇ ਹੁੰਦਾ ਨਾ ਵੀ ਉਹ ਗੁਰੂਓ ਤੁਸੀਂ ਦੱਸਦੇ ਤੇ ਸਹੀ। ਮੈਨੂੰ ਲੱਗਦਾ ਹੁੰਦਾ ਵੀ ਚਲੋ ਜੋ ਦੱਸਣ ਦੇ ਹਿਸਾਬ ਨਾਲ ਹੀ ਅਗਲਿਆਂ ਤੱਕ ਪਹੁੰਚ ਗਈ, ਸਰਕਾਰ ਉਹਨਾਂ ਤੱਕ ਪਹੁੰਚ ਗਈ, ਉਹ ਜਾਣੇ ਕੱਲ੍ਹ ਨੂੰ ਗਿਰਦੌਰੀ ਕਰਾ ਕੇ ਜੇ ਮੁਆਵਜ਼ਾ ਮਿਲ ਜਾਵੇ। ਵੈਸੇ ਤਾਂ ਆਮ ਕਿਤਾਬੀ ਭਾਸ਼ਾ ਗਿਰਦਾਵਰੀ ਕਰਵਾ ਕੇ ਜੇ ਮੁਆਵਜ਼ਾ ਮਿਲ ਜਾਵੇ ਤੇ ਜ਼ਿਆਦਾ ਵਧੀਆ। ਪਿੰਡ ਵਾਲਿਆਂ ਦਾ ਗਿਰਦੌਰੀ ਹੁੰਦੀ ਹੈ। ਗਿਰਦੌਰੀ ਪੱਕੀ ਗਿਰਦੌਰੀ ਹੁੰਦੀ ਹੈ। ਗਿਰਦੌਰੀ ਉੱਥੇ ਹੀ ਫਿਰ ਪਟਵਾਰੀ ਸਾਹਿਬ ਨੂੰ ਸਲੂਟ ਵੱਜਦੇ ਆ। ਨਹੀਂ ਪਟਵਾਰੀ ਉਹਨਾਂ ਗਿਰਦੌਰ ਆਇਆ ਬਈ ਗਿਰਦੌਰੀ ਕਰਨ। ਅੱਛਾ ਸੰਧਾਲੀਆ ਸਾਹਿਬ, ਚਲੋ ਇੱਕ ਨਾ ਉਹਨਾਂ ਨੇ ਉੱਥੇ ਹੋਰ ਗੱਲ ਆਖੀ, ਮੈਨੂੰ ਲੱਗਦਾ ਸੀ ਕਿ ਉਧਰਲੇ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ। ਮੰਤਰੀ ਸਾਹਿਬ ਨੇ ਕਿਹਾ ਕਿ ਆ ਜਿਹੜਾ ਪੁਲ ਆ ਰਾਵੀ ਤੇ ਉਧਰ ਨੂੰ ਜਾਣ ਵਾਲੀ ਜਿਹੜੀ ਸੜਕ ਆ, ਕਿ ਉਹ ਵੀ ਅਸੀਂ ਹੁਣ ਢਾਹ ਕੇ ਵੀ ਬਣਾਉਣੀ ਪਈ ਤਾਂ ਢਾਹ ਕੇ ਬਣਾਵਾਂਗੇ। ਉਚਾਈ ਨਿਵਾਣ ਜਿਹੜੀ ਉਹਦੀ ਜੇ ਘੱਟ ਵੱਧ ਕਰਨ ਵਾਲੀ ਹੈ, ਜੇ ਕਿਸੇ ਨੂੰ ਲੱਗਦਾ ਹੈ ਕਿ ਉਹਦੇ ਕਰਕੇ ਹੜ੍ਹਾਂ ਦੇ ਨਾਲ ਬਹੁਤਾ ਨੁਕਸਾਨ ਹੁੰਦਾ ਹੈ, ਤੇ ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ। ਅਗਲੀਆਂ ਬਰਸਾਤਾਂ ਤੋਂ ਪਹਿਲਾਂ ਇਹ ਵੀ ਕੰਮ ਨਿਬੇੜ ਦਿਆਂਗੇ। ਬੜੀ ਜਗ੍ਹਾ ਦੇ ਉੱਤੇ ਇੱਦਾਂ ਹੁੰਦਾ, ਆਪਾਂ ਕਈ ਵਾਰ ਪਹਿਲਾਂ ਵੀ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ ਨਜਾਇਜ਼ ਉਸਾਰੀਆਂ ਹੋਈਆਂ, ਜਿਨ੍ਹਾਂ ਨੂੰ ਬਾਅਦ 'ਚ ਸਰਕਾਰ ਨੇ ਜਾਇਜ਼ ਕਹਿਤਾ ਕਿ ਭਾਈ ਇੰਨੇ ਕੁ ਜੁਰਮਾਨੇ, ਇੰਨੀਆਂ ਕੁ ਫੀਸਾਂ, ਕੋਈ ਗੱਲ ਨਹੀਂ, ਜਿਹੜਾ ਬਣਾ ਲਿਆ। ਪਰ ਜਿਹੜਾ ਪਾਣੀ ਦਾ ਕੁਦਰਤੀ ਰਾਹ ਸੀ ਬੰਦ ਕਰਤਾ। ਹੁਣ ਜਦੋਂ ਪਾਣੀ ਦਾ ਕੁਦਰਤੀ ਰਾਹ ਬੰਦ ਹੋ ਗਿਆ, ਤਾਂ ਫਿਰ ਪਾਣੀ ਨੇ ਜਦੋਂ ਅੱਗੇ ਨੂੰ ਨਹੀਂ ਗਿਆ ਤਾਂ ਪਿੱਛੇ ਨੂੰ ਕਿਤੇ ਨਾ ਕਿਤੇ ਜਾਣਾ। ਤਾਂ ਫਿਰ ਪਿੱਛੇ ਨੂੰ ਜਿਸ ਵੇਲੇ ਜਾਣਾ, ਮੰਨ ਲਓ ਕਿ ਤੁਸੀਂ ਲੀਡਰ ਬੰਦੇ ਆ, ਤੁਸੀਂ ਆਪਦੇ ਘਰ ਦੇ ਮੂਹਰੇ ਵੱਡਾ ਬੰਨਾ ਲਾ ਲਿਆ ਵੀ ਸਾਡੀਆਂ ਕੁਲੀਆਂ ਢਹਿਣੀਆਂ ਭਰਾ। ਇੱਦਾਂ ਦੀ ਵੀ ਗੱਲ ਸੁਣੀ ਸੀ ਨਾ ਕਿਤੇ, ਜੇ ਮੈਂ ਗਲਤ ਨਹੀਂ, ਤੇ ਜਿਹੜੇ ਇਲਾਕੇ 'ਚ ਅੱਜ ਕੱਲ੍ਹ ਹੋਣ ਵਾਲੀ ਸਰਕਾਰ ਜ਼ਮੀਨਾਂ ਲੱਭਦੀ ਫਿਰਦੀ ਹੈ ਵੀ ਕਿੰਨੇ ਕਿਹੜੀ ਦੱਬੀ ਹੈ, ਉਹਦੇ ਵੀ ਕਹਿੰਦੇ ਉੱਤੇ ਥੱਲੇ ਜੇ ਕੋਈ ਇਹੋ ਜਿਹਾ ਬੰਨ ਜਿਹਾ ਬਣਾਇਆ ਇਹੋ ਜਿਹਾ ਵੀ ਸ਼ਾਇਦ ਉਹ ਕੋਈ ਵੱਡੇ ਘਰਾਂ ਦੇ ਮਹਿਲਾਂ ਮੋਹਲਾਂ ਵਾਲੇ ਪਾਸੇ ਨੂੰ ਕੋਈ ਪਾਣੀ ਨਾ ਆਵੇ ਜਾਵੇ। ਉਦੋਂ ਜੇ ਗੱਲ ਚੱਲੀ ਸੀਗੀ, ਬਾਅਦ 'ਚ ਉਹਦਾ ਕੀ ਬਣਿਆ ਕੀ ਨਹੀਂ ਬਣਿਆ ਇਹਦੇ ਬਾਰੇ ਪਤਾ ਨਹੀਂ, ਕਿਉਂਕਿ ਪਿੰਡਾਂ ਵਾਲੇ ਲਾਗੋਂ ਇਤਰਾਜ਼ ਕਰਦੇ ਸੀ ਵੀ ਮਹਾਰਾਜ ਇੱਕ ਕੁਦਰਤੀ ਰਾਹ ਸੀ, ਉਸ ਰਾਹ ਨੂੰ ਇਸ ਹਿਸਾਬ ਨਾਲ ਬੰਨ ਜਿਹਾ ਬਣਾ ਕੇ ਬੰਦ ਕਰ ਦਿੱਤਾ ਗਿਆ ਵੀ ਹੁਣ ਜੇ ਪਾਣੀ ਉੱਧਰੋਂ ਆਉਂਦਾ ਤੇ ਉਹ ਹੁਣ ਸਾਨੂੰ ਤੰਗ ਕਰੂਗਾ, ਉੱਧਰ ਨੂੰ ਨਹੀਂ ਜਾਊਗਾ। ਮੈਨੂੰ ਪਾਣੀ ਤੋਂ ਸੰਧਾਲੀਆ ਸਾਹਿਬ ਚੇਤਾ ਆਇਆ, ਹੁਣ ਤਾਂ ਚਲੋ ਮੋਟਰਾਂ ਦਾ ਹਿਸਾਬ ਕਿਤਾਬ ਵੀ ਹੋਰ ਹੋ ਗਿਆ। 20 ਸਾਲ ਪਹਿਲਾਂ ਆਮ ਹੀ ਹੁੰਦਾ ਸੀ, ਹੋ ਸਕਦਾ ਪੰਜਾਬ ਦੇ ਕਿਸੇ ਇਲਾਕੇ 'ਚ ਅੱਜ ਵੀ ਹੋਵੇ, ਕਿ ਮੋਟਰ ਚਲਾਉਣੀ, ਪਾਣੀ ਨਾ ਚੱਕਣਾ। ਮੋਟਰ, ਮੈਂ ਖੇਤਾਂ ਵਾਲੀ ਮੋਟਰ ਦੀ ਗੱਲ ਕਰਦਾ, ਫਿਰ ਉੱਥੇ ਪੱਕਾ ਹੀ ਰੱਖਿਆ ਹੁੰਦਾ ਸੀ ਕਿ ਬਾਲਟੀਆਂ ਭਰ ਕੇ ਇੱਕ ਜਣੇ ਨੇ ਉਹਦੇ ਮੂਹਰੇ ਪਾਈਪ ਦੇ ਹੱਥ ਰੱਖ ਲੈਣਾ, ਦੂਜੇ ਨੇ ਫਿਰ ਵਾਹਵਾ ਪਾਣੀ ਪਾਉਣਾ ਉਹਦੇ ਵਿੱਚ, ਫੇਰ ਦੁਬਾਰਾ ਚਲਾਉਣੀ, ਫੇਰ ਪਹਿਲਾਂ ਉਹ ਗੰਦਾ ਜਿਹਾ ਪਾਣੀ ਬਾਹਰ ਆਉਣਾ, ਫੇਰ ਮਗਰ ਸਾਫ਼ ਪਾਣੀ ਆਉਣਾ। ਹੁੰਦਾ ਸੀ ਨਾ ਪ੍ਰੋਸੈਸ। ਉਹਦੇ ਤੇ ਬੜੇ ਤਜਰਬੇ ਆ। ਦੇਖੋ, ਇੱਕ ਤਾਂ ਇਹ ਹੋ ਗਿਆ ਵੀ ਪਾਣੀ
ਤੇ ਹੁਣ ਦੂਜੀ ਗੱਲ ਇਹ ਹੁੰਦੀ ਵੀ ਜੇ ਕਿਤੇ ਪਾਣੀ ਵੀ ਨਾ ਹੋਣਾ ਵੀ ਹੁਣ ਕਿੱਦਾਂ ਚਕਾਈਏ, ਫਿਰ ਇਦਾਂ ਕਰਨਾ ਵੀ ਉੱਥੋਂ ਕੋਈ ਨਾ ਕੋਈ ਕੱਪੜਾ, ਕੋਈ ਝੱਗਾ, ਕੋਈ ਸਾਫਾ ਲਾ ਕੇ ਨਾ ਤੇ ਉਹਦੇ ਮੂੰਹ ਤੇ ਬੰਨ ਲੈਣਾ। ਫਿਰ ਨਾ ਵੀ ਹੁਣ ਇਹਦੇ ਸੂਟੇ ਮਰਾ ਤੇ ਮਾੜੀ ਛਾੜੇ ਕਰਾਂ ਉਹ ਗੁਰਲ ਜਿਹਾ ਕਰੇ, ਫਿਰ ਨਾਲ ਹੀ ਬੰਦ, ਫਿਰ ਗੁਰਲ ਜਿਹਾ ਕਰੇ, ਫਿਰ ਨਾਲ ਹੀ ਬੰਦ। ਉਹਦੇ ਨਾਲ ਹੋਣਾ ਕੀ ਵੀ ਇੱਕ ਵਾਰ ਉਹਨੇ ਜੋ ਪਾਣੀ ਉੱਪਰੋਂ ਖਿੱਚ ਲੈਣਾ ਵੀ ਅਗਲੇ ਪਾਸਿਓਂ ਪਾਣੀ ਨੂੰ ਰੋਕ ਕੇ ਰੱਖਣਾ, ਹਵਾ ਨਾ ਜਾਵੇ ਵੀ ਉਹ ਪੱਖੇ 'ਚ ਦੁਬਾਰਾ ਪਾਣੀ ਥੱਲੇ ਨਾ ਜਾਵੇ। ਉਹ ਇੱਕ ਪੋਜੀਸ਼ਨ ਜੀ ਐਸੀ ਬਣ ਜਾਣੀ ਵੀ ਜਿੱਥੇ ਉਹ ਸਾਰਾ ਪਾਣੀ ਚੱਕ ਲੈਂਦੀ ਹੁੰਦੀ। ਵੈਸੇ ਗੱਲ ਤੁਹਾਡੀ ਠੀਕ ਹੈ, ਪਰ ਜਿਹੜੇ ਬੰਦੇ ਨੇ ਉਹ ਮੂਹਰੇ ਹੱਥ ਰੱਖਿਆ ਹੁੰਦਾ ਜਾਂ ਪਰਨਾ, ਉਹਨੂੰ ਐ ਹੁੰਦਾ ਇਹਦਾ ਤੋਪ ਦੇ ਮੂਹਰੇ ਹੱਥ ਰੱਖਿਆ ਐ ਤਿਆਰ ਹੀ ਹੁੰਦਾ ਸੀ ਉਹ ਵੀ ਜਿੱਦਾਂ ਹੀ ਪਾਣੀ ਆ ਨਾਲ ਹੀ ਮੈਂ ਛੱਡਣਾ ਹੀ। ਨਹੀਂ ਇਹ ਤਾਂ ਉਹਦੇ 'ਚ ਇੱਕ ਕੰਮ ਹੋਰ ਵੀ ਹੁੰਦਾ ਸੀ। ਉਹਦੇ 'ਚ ਇਹ ਹੁੰਦਾ ਹੈ ਵੀ ਜੇ ਮੰਨ ਲਓ ਵੀ ਕੁਝ ਸਮਾਂ ਜੇ ਟਿਊਬਵੈੱਲ ਬੰਦ ਆ, ਬੰਬੀ ਬੰਦ ਆ, ਤੇ ਉਦੋਂ ਬਾਅਦ ਜਾ ਕੇ ਹੁਣ ਸ਼ੁਰੂ ਕਰਨੇ। ਹੁਣ ਕਾਰਨ ਹੈ ਵੀ ਇੰਨੇ ਜੇ ਕੋਈ ਚੂਹਾ ਟੁੱਕ ਗਿਆ, ਕਿਤੇ ਕੋਈ ਤਾਰ ਵੈਸੇ ਇੱਧਰ ਸੱਜੇ ਖੱਬੇ ਹੋ ਗਈ, ਜਾਂ ਕਿਤੇ ਮੋਟਰ ਨੂੰ ਵੈਸੇ ਲੱਗ ਗਿਆ ਸ਼ਾਰਟ ਛੂਟ ਜਿਹਾ ਜੀ, ਤੇ ਜਦੋਂ ਜਾਂਦਿਆਂ ਜੇ ਪਹਿਲੀ ਰਾਂ ਇੱਕ ਨੇ ਮੰਨ ਲਓ ਹੱਥ ਲਾਇਆ ਨਾ ਨਾਲ ਪਾਣੀ ਤੋਂ ਪਹਿਲਾਂ ਬੰਦਾ ਉਹਨੇ ਪਟਕਾ ਕੇ ਮਾਰਨਾ, ਉਹ ਨਾਲ ਹੀ ਉਹਨੂੰ ਹੱਥ ਨਾਲ ਲਾਇਓ, ਕੋਈ ਹੱਥ ਨਾਲ ਲਾਇਓ। ਕੀ ਹੋਇਆ ਕਿ ਕੋਈ ਨਹੀਂ, ਤੈਨੂੰ ਨਹੀਂ ਪਤਾ ਲੱਗਦਾ। ਕਹਿੰਦਾ ਹੁਣ ਮੈਨੂੰ ਕੀ ਪਤਾ ਵੀ ਕਰੰਟ ਮਾਰਦੀ ਹੈ, 10 ਹੱਦ ਹੋ ਗਈ। ਸੰਧਾਲੀਆ ਸਾਹਿਬ ਗਰਮੀਆਂ ਹੈ ਨਾ ਅੱਜ ਕੱਲ੍ਹ, ਕਿਉਂਕਿ ਕਈ ਬੰਦਾ ਜਦੋਂ ਇੱਥੇ ਵੀ ਮੰਨ ਲਓ ਸੌਣ ਲੱਗਦਾ, ਕਿਤੇ ਬੈਠਾ ਆ, ਉਹਨੂੰ ਚੇਤਾ ਆਉਂਦਾ। ਮੈਨੂੰ ਚੇਤਾ ਕਿ ਆਮ ਤੌਰ ਦੇ ਉੱਤੇ ਖੇਤਾਂ ਦੇ ਵਿੱਚ ਨਾ ਇੱਕ ਅੱਧੀ ਮੰਜੀ ਹੁੰਦੀ ਆ, ਵੱਡਾ ਮੰਜਾ ਨਹੀਂ ਹੁੰਦਾ, ਮੰਜੀ ਹੁੰਦੀ ਕਿ ਚੱਕ ਕੇ ਜਿੱਧਰਲੇ ਪਾਸੇ ਨੂੰ ਛਾਂ ਆ, ਮਾੜਾ ਜਿਹਾ ਹੱਥ ਮਾਰਿਆ ਉਧਰਲੇ ਪਾਸੇ ਨੂੰ ਘੜੀਸ ਲਈ, ਕਿਤੇ ਰੱਖ ਲਈ, ਮੰਡੀ 'ਚ ਵੀ ਉਹੀ ਲੈ ਗਏ। ਉਹ ਆਮ ਮੰਜੀ ਹੁੰਦੀ ਬਾਣ ਵਾਲੀ, ਤੇ ਆਮ ਹੀ ਇਹ ਹੁੰਦਾ ਕਿ ਝੱਗਾ ਬੰਦਾ ਲਾ ਕੇ ਉੱਥੇ ਪਿਆ ਹੁੰਦਾ, ਤੇ ਪਿੱਠ ਰਗੜਨ ਦਾ ਜਿਹੜਾ ਸਵਾਦ ਆਉਂਦਾ ਨਾ ਉਹ ਵੱਖਰਾ ਹੀ ਹੁੰਦਾ। ਨਹੀਂ ਉਹ ਤਾਂ ਗੱਲ ਕਿਸੇ ਵੇਲੇ ਤੇ ਇਹ ਵੀ ਹੁੰਦਾ ਬੰਦਾ ਇਹ ਸੁੱਤਾ ਰਵੇ ਉਹਦੇ, ਖਾਸ ਕਰਕੇ ਆ ਜਿਹੜਾ ਮਤਲਬ ਮੁੰਜ ਦਾ ਮੰਜਾ ਨਕਸ਼ੇ ਬਣਦੇ ਆ, ਆਹੋ ਉਹਦੇ ਤੇ ਫਿਰ ਜਿਹੜੀ ਚੀਜ਼ ਮੰਜਾ ਛਪਿਆ ਹੁੰਦਾ ਨਾ ਉਹ ਵੱਖਰੀ। ਚਲੋ ਇਹ ਗੱਲਾਂ ਉਹ ਨਹੀਂ ਅਸੀਂ ਤਾਂ ਵਿੱਚ ਕਰਦੇ ਰਹਿੰਦੇ ਆ ਵੀ ਆਪਾਂ ਭੁੱਲੀਏ ਨਾ, ਕਿਉਂਕਿ ਜਿਹੜਾ ਬੰਦਾ ਉਹ ਸਾਰੇ ਕੁਛ ਦੇ ਵਿੱਚ ਦੀ ਲੰਘਿਆ ਨਾ, ਉਹਨੂੰ ਉਸੇ ਵੇਲੇ ਤੜਕ ਯਾਦ ਆ ਜਾਂਦੀ ਵੀ ਗੱਲ ਇੱਦਾਂ ਹੀ ਹੁੰਦੀ ਸੀ। ਤੇ ਅੱਜ ਕੱਲ੍ਹ ਤੇ ਹੁਣ ਹਰੇਕ ਆਉਂਦਾ ਵੀ ਨਹੀਂ ਯਾਰ ਖੇਤੀ ਤਾਂ ਭਾਈ ਸਾਹਿਬ ਧੰਦਾ ਹੁਣ ਰਹਿ ਨਹੀਂ ਗਿਆ ਜੀ, ਪਰ ਜਿਹੜੇ ਕਰਦੇ ਨੇ ਉਹ ਕਹਿੰਦੇ ਯਾਰ ਬੜਾ ਵਧੀਆ ਧੰਦਾ। ਕਿਉਂਕਿ ਗੱਲ ਆ ਨਾ ਵੀ ਖੇਤੀ ਮੈਨੂੰ ਲੱਗਦਾ ਹੁੰਦਾ ਵੀ ਖੇਤੀ ਵੀ ਹੋ ਗਿਆ ਜਾਂ ਕਾਰੋਬਾਰ ਵੀ ਹੋ ਗਿਆ, ਹੈ ਤੇ ਬਹੁਤਾ ਕਰਕੇ ਜਿਹਨੂੰ ਵਾਲ ਆ ਜਾਵੇ ਜੀ, ਵੀ ਜਿਹਨੂੰ ਵੱਲ ਆ ਗਿਆ ਉਹਨੇ ਆਪਣੇ ਹਿਸਾਬ ਨਾਲ ਦੱਬ ਲੈਣੀ ਕਿੱਲੀ, ਤੇ ਜਿਹਨੂੰ ਨਾ ਆਇਆ ਮਿਰਗੇ ਨੂੰ ਉਹ ਨਹੀਂ ਯਾਰ ਉਹ ਹੈ ਨਹੀਂ ਕੁਛ ਵੀ ਰੱਖਿਆ ਹੀ ਆ, ਕਹਿੰਦੇ ਕੀ ਕੁਛ ਨਹੀਂ, ਹੱਟੀ ਖੋਲੀ ਇਹ ਗਾਹਕ ਹੀ ਕੋਈ ਨਹੀਂ ਆਇਆ ਉੱਥੇ। ਤੇ ਕਿਸੇ ਵੇਲੇ ਬਾਅਦ 'ਚ ਪਤਾ ਲੱਗਦਾ ਹੁੰਦਾ ਵੀ ਯਾਰ ਜਿਹੜੀ ਚੀਜ਼ ਦੀ ਹੱਟੀ ਖੋਲਣੀ ਚਾਹੀਦੀ ਸੀ ਉਹ ਨਹੀਂ ਖੋਲੀ, ਜਾਂ ਜਿਹੜੇ ਥਾਂ ਤੇ ਖੋਲਣੀ ਚਾਹੀਦੀ ਸੀ ਉੱਥੇ ਨਹੀਂ ਖੋਲੀ, ਹੈ ਨਾ। ਗਾਹਕ ਕਿੱਥੇ ਪੈਂਦਾ ਤੇ ਗਾਹਕ ਕਿੱਥੇ ਪੈਂਦਾ। ਸੋ ਚਲੋ ਇਹ ਸਾਰੀਆਂ ਗੱਲਾਂ ਨੂੰ ਆਪਾਂ ਪਾਸੇ ਹੁਣ ਕਰ ਲਈਏ, ਕਿਉਂਕਿ ਕੱਲ੍ਹ ਇੱਕ ਆਪਾਂ ਚਰਚਾ ਕੀਤੀ ਸੀ ਕਿ ਜਿਹੜਾ ਵਜ਼ੀਫਾ ਘੁਟਾਲਾ ਹੋਇਆ ਉਹਦੀ ਜਾਂਚ ਸ਼ਾਇਦ ਕੋਈ CBI ਵਾਲਿਆਂ ਨੇ ਕਰਨੀ, ਕਿਉਂਕਿ ਕੇਂਦਰ ਦਾ ਪੈਸਾ ਸੀ 60%। ਪਰ ਹੁਣ ਮੁੱਖ ਮੰਤਰੀ ਪੰਜਾਬ ਕਹਿੰਦੇ ਵੀ ਨਾ ਇੱਦਾਂ ਕਿੱਦਾਂ। ਉਹ ਕਹਿੰਦੇ ਸਾਡੀਆਂ ਪੰਜਾਬ ਦੀਆਂ ਏਜੰਸੀਆਂ ਬਹੁਤ ਕੈਪੇਬਲ ਨੇ, ਉਹਨਾਂ ਕੋਲੇ ਸਾਰੇ ਢੰਗ ਤਰੀਕੇ ਹੈਗੇ ਆ, ਤੇ ਅਸੀਂ ਖੁਦ ਲੱਭਾਂਗੇ ਵੀ ਕਿੰਨੇ ਕਿੱਥੇ ਕਿੰਨਾ ਕਿਵੇਂ ਖਾਧਾ ਛਕਿਆ ਜੀ। ਸੋ ਮੈਨੂੰ ਇਹ ਲੱਗਦਾ ਕਿ ਜੇ ਹੁਣ ਉਹਨਾਂ ਨੇ ਕਹਿਤੀ ਇਹ ਗੱਲ, ਤੇ ਇਹਦਾ ਮਤਲਬ ਇਸ਼ਾਰਾ ਤਾਂ ਇਹੋ ਹੀ ਹੋਣਾ ਵੀ ਜੇ ਇੱਕ ਵਾਰ ਆਪਾਂ CBI ਨੂੰ ਜਾਂਚ ਦੇਤੀ ਤੇ ਅਗਲੇ ਕੀ ਪਤਾ ਲਮਕਾ ਕੇ ਬਹਿ ਜਾਣ ਤੇ ਰਿਜ਼ਲਟ ਆਵੇ ਨਾ, ਤੇ ਅਸੀਂ ਆਪਣੇ ਹਿਸਾਬ ਨਾਲ ਚੱਲਦੇ ਹਾਂ ਤੇ ਕੋਸ਼ਿਸ਼ ਇਹ ਕਰਦੇ ਹਾਂ ਵੀ ਉਹ ਜਾਣੇ ਜੇ 2-3-6 ਮਹੀਨਿਆਂ ਦੇ ਵਿੱਚ ਕੁਛ ਨਾ ਕੁਛ ਕਰਕੇ ਤੇ ਦੁਬਾਰਾ ਫਿਰ ਇੱਕ ਪ੍ਰੈਸ ਕਾਨਫਰੰਸ ਹੋ, ਅਸੀਂ ਫਿਰ ਲੱਭਿਆ ਜੀ ਬੰਦਾ ਕਿਹੜਾ ਕਿੱਥੋਂ ਗਲਤ ਹੋਇਆ ਸੀ। ਦੇਖੋ ਸੰਧਾਵਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਆ ਕਿ ਧੱਕਾ ਹੋਇਆ, ਤੇ ਧੱਕਾ ਹੋਇਆ ਲੱਖਾਂ ਵਿਦਿਆਰਥੀਆਂ ਦੇ ਨਾਲ। ਯਾਨੀ ਉਹ ਬੱਚੇ ਜਿਹੜੇ 12ਵੀਂ ਜਮਾਤ ਕਰਕੇ ਹਟੇ ਸੀ, ਜਿਨ੍ਹਾਂ ਨੇ ਇਸ ਸਕਾਲਰਸ਼ਿਪ ਦੇ ਸਿਰ ਤੇ ਪੜ੍ਹਨਾ ਸੀ, ਪਰਿਵਾਰ ਪੜ੍ਹਾ ਨਹੀਂ ਸਕਦੇ, ਉਹ ਹੋ ਸਕਦਾ ਕਿ ਸਧਾਰਨ ਕਿਰਤ ਕਰਨ ਜੋਗੇ ਰਹਿ ਗਏ ਹੁਣ, ਕਿਉਂਕਿ ਆਪਾਂ ਇਹ ਵੀ ਕਹਿ ਸਕਦੇ ਦਿਹਾੜੀਆਂ ਜੋਗੇ ਰਹਿ ਗਏ। ਜਿਹੜਾ ਦਿਹਾੜੀ ਕਰਦਾ ਉਹ ਮਾੜਾ ਨਹੀਂ, ਪਰ ਹਾਂ ਜੇ ਉਹਦੇ ਵਿੱਚ ਲਿਆਕਤ ਕੁਛ ਹੋਰ ਕਰਨ ਦੀ ਹੈ, ਉਹਨੂੰ ਉੱਥੇ ਤੱਕ ਪਹੁੰਚਣ ਦੇ ਲਈ ਅਸੀਂ ਪਲੇਟਫਾਰਮ ਨਹੀਂ ਦੇ ਸਕੇ, ਫਿਰ ਬਹੁਤ ਮਾੜੀ ਗੱਲ ਹੈ ਕਿ ਉਹ ਕਰ ਕੁਛ ਸਕਦੇ ਸੀ। ਬੱਚੇ ਬਹੁਤਿਆਂ ਦੀ ਪੜ੍ਹਾਈ ਨਹੀਂ ਚੱਲੀ, ਪਰਿਵਾਰਾਂ ਦੇ ਵਿੱਚ 2-2 3-3 ਬੱਚੇ ਹੁੰਦੇ ਆ, ਉਹ ਟੱਬਰ ਕਹਿੰਦੇ ਫਿਰ ਇੱਕ ਪੜ੍ਹਾ ਲੈਂਦੇ ਆ, ਜਾਂ ਗੁੱਡੀ ਠੀਕ ਪੜ੍ਹਦੀ ਉਹਨੂੰ ਪੜ੍ਹਾ ਲੈਂਦੇ ਆ, ਪੁੱਤ ਤੂੰ ਫਿਰ ਐਂ ਕਰ ਭੈਣ ਆਪਣੇ ਨੂੰ ਪੜ੍ਹਾਉਣ ਦੇ ਲਈ ਤੈਨੂੰ ਸਾਡੇ ਨਾਲ ਹੀ ਝੋਨਾ ਲਾਉਣ ਜਾਣਾ ਪਊ, ਸਾਡੇ ਨਾਲ ਫੈਕਟਰੀ ਜਾਣਾ ਪਊ। ਉਹਨਾਂ ਬੱਚਿਆਂ ਦੇ ਨਾਲ ਧੱਕਾ ਹੋਇਆ। ਤੇ ਜਿਹੜੇ ਬੰਦੇ ਵੀ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਵਜ਼ੀਫੇ ਦੇ ਪੈਸੇ ਆਪਣੇ ਢਿੱਡ 'ਚ ਪਾ ਲਏ ਤੇ ਪਤਾ ਵੀ ਨਹੀਂ ਲੱਗਣ ਦਿੱਤਾ, ਕਿਉਂਕਿ ਕੁੜਤੇ ਪਜਾਮੇ ਚਿੱਟੇ ਪਾਉਂਦੇ ਆ ਨਾ ਉੱਪਰ, ਪਤਾ ਨਹੀਂ ਲੱਗਦਾ, ਮਹਿੰਗੇ ਭਾਅ ਦੇ ਹੁੰਦੇ। ਆਮ ਬੰਦਾ ਤਾਂ ਕੱਪੜਾ ਹੀ ਮਾੜਾ ਮੋਟਾ ਜਿਹਾ ਲਾਗੇ ਲੀਡਰ ਸਾਹਿਬ ਨੇ ਦਿੰਦੇ ਯਾਰ ਕੱਪੜਾ ਬੜਾ ਵਧੀਆ ਜੀ, ਪਰ ਇਹ ਚਿੱਟੇ ਕੁੜਤੇ ਪਜਾਮੇ ਦਾ ਨੁਕਸਾਨ ਵੀ ਹੈਗਾ। ਕੀ? ਜਦੋਂ ਕਹਿੰਦੇ ਪਾਣੀ ਦੀ ਵਾਸ਼ੜ ਹੁੰਦੀ ਹੈ ਨਾ। ਚਲੋ ਆਪਾਂ ਹੁਣ ਬਹੁਤੀ ਗੱਲ ਨਹੀਂ ਕਰਦੇ। ਅੱਛਾ ਸੰਧਾਲੀਆ ਸਾਹਿਬ, ਸਾਡੇ ਕੋਲੇ ਪੰਜਾਬ ਵਾਲਿਆਂ ਦੇ ਕੋਲੇ ਇੱਕ ਤਜਰਬਾ, ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਸਾਹਿਬ ਆਪ ਜਾਂਚ ਕਰਾ ਲੈਣ ਪੰਜਾਬ ਦੀਆਂ ਏਜੰਸੀਆਂ ਤੋਂ, ਜਾਂ ਕੇਂਦਰ ਦੀ ਸਰਕਾਰ ਇਹ ਚਾਹੇ ਕਿ ਅਸੀਂ CBI ਤੋਂ ਜਾਂ ਕਿਸੇ ਹੋਰ ਏਜੰਸੀ ਤੋਂ ਜਾਂਚ ਕਰਾਉਣੀ ਹੈ, ਕਰਾ ਲਓ, ਇਤਰਾਜ਼ ਕੋਈ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਸੀ, ਉਹਦੇ ਤੋਂ ਬਾਅਦ ਵਾਪਰੀਆਂ ਘਟਨਾਵਾਂ ਦਾ ਮਸਲਾ ਸੀ। 2015 ਤੋਂ 2022 ਅੱਧੋਂ ਟੱਪ ਗਿਆ, ਅਜੇ ਤੱਕ ਇਨਸਾਫ ਤਾਂ ਨਹੀਂ ਮਿਲਿਆ।
ਉਹਦੇ ਵਿੱਚ ਕਮਿਸ਼ਨ ਸਾਡੀਆਂ ਸਰਕਾਰਾਂ ਪੰਜਾਬ ਵਾਲੀਆਂ ਨੇ ਵੀ ਬਣਾ ਲਿਆ, ਜਾਂਚ CBI ਤੱਕ ਵੀ ਚਲੇਗੀ, CBI ਨੂੰ ਦੇਤੀ, CBI ਤੋਂ ਮੋੜ ਲਿਆਂਦੀ, ਕਈ ਕੁਝ ਹੋਇਆ। ਅਜੇ ਤੱਕ ਇਨਸਾਫ ਨਹੀਂ ਹੈਗਾ। ਯਾਨੀ ਪੰਜਾਬ ਦੇ ਆਮ ਲੋਕ ਜਾਂ ਪੰਜਾਬ ਦੇ ਉਹ ਬੱਚੇ ਜਿਨ੍ਹਾਂ ਨੂੰ ਇਸ ਸਕਾਲਰਸ਼ਿਪ ਸਕੀਮ ਦਾ ਲਾਹਾ ਮਿਲਣਾ ਸੀ, ਪਰ ਉਹਨਾਂ ਨਾਲ ਧੱਕਾ ਹੋਇਆ। ਡਿਗਰੀਆਂ ਡਿਪਲੋਮਾ, ਮੁੱਖ ਮੰਤਰੀ ਸਾਹਿਬ ਦਾ ਜੀ 4 ਦਿਨ ਪਹਿਲਾਂ ਦਾ ਬਿਆਨ ਹੈ ਕਿ ਜੇ ਕਿਸੇ ਨੇ ਡਿਗਰੀ ਡਿਪਲੋਮਾ ਰੋਕਿਆ ਤਾਂ ਅਸੀਂ ਕਾਰਵਾਈ ਕਰਾਂਗੇ ਉਸ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਉੱਪਰ। ਉਹਦਾ ਕਾਰਨ ਇਹ ਸੀ ਕਿ ਰੁਕਦੇ ਆ ਡਿਗਰੀਆਂ ਡਿਪਲੋਮੇ ਕਿ ਭਾਈ ਤੁਹਾਡੇ ਪੈਸੇ ਨਹੀਂ ਆਏ। ਹੁਣ ਉਹ ਬੱਚੇ, ਉਹ ਵਿਦਿਆਰਥੀ, ਉਹਨਾਂ ਦੇ ਮਾਂ-ਬਾਪ ਜਿਨ੍ਹਾਂ ਦਾ ਭਵਿੱਖ ਤਬਾਹ ਹੋਇਆ, ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਜਾਂਚ CBI ਕਰਦੀ ਹੈ, ਜਾਂਚ ਪੰਜਾਬ ਦੀ ਕੋਈ ਏਜੰਸੀ ਕਰਦੀ ਹੈ। ਉਹਨਾਂ ਨੂੰ ਇਸ ਗੱਲ ਦੇ ਨਾਲ ਲੈਣਾ ਦੇਣਾ ਹੈਗਾ ਕਿ ਅਗਸਤ ਅੱਧਾ ਬੀਤਿਆ, ਅੱਧਾ ਅਗਸਤ ਲੈ ਲਓ, ਬਾਕੀ ਸਤੰਬਰ ਲੈ ਲਓ, ਅਕਤੂਬਰ ਦੀ 15 ਤਰੀਕ ਤੱਕ ਰਿਪੋਰਟ ਸਾਹਮਣੇ ਹੋਵੇ ਕਿ ਭਾਈ ਕਿਹੜੇ ਬੰਦੇ ਨੇ ਜਿਨ੍ਹਾਂ ਨੇ ਸਾਡੇ ਨਿਆਣੇ ਵੀ ਨਹੀਂ ਬਖਸ਼ੇ, ਜਿਨ੍ਹਾਂ ਨੇ ਪੜ੍ਹਾਈ ਵੀ ਨਹੀਂ ਬਖਸ਼ੀ, ਜਿਨ੍ਹਾਂ ਨੇ ਉਹਦਾ ਭਵਿੱਖ ਵੀ ਨਹੀਂ ਬਖਸ਼ਿਆ। ਠੀਕ ਹੈ, ਮਾਨ ਸਾਹਿਬ ਨੇ ਜੇ ਅੱਜ ਇੱਕ ਭਾਈਚਾਰੇ ਦੇ ਪ੍ਰਤੀਨਿਧ ਜਿਹੜੇ ਆਏ ਸੀ, ਸਤਿਕਾਰਯੋਗ ਸੱਜਣ, ਉਹਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਕਰਦਿਆਂ ਕਿਹਾ ਕਿ ਭਾਈ ਅਸੀਂ ਜਾਂਚ ਕਰਾਵਾਂਗੇ। ਠੀਕ ਹੈ ਮਾਨ ਸਾਹਿਬ, ਜੇ ਤੁਹਾਨੂੰ ਯਕੀਨ ਹੈ ਪੰਜਾਬ ਦੀਆਂ ਏਜੰਸੀਆਂ ਤੇ ਹੋਣਾ ਚਾਹੀਦਾ, ਯਕੀਨ ਦੇ ਸਿਰ ਤੇ ਦੁਨੀਆ ਕਾਇਮ ਹੈ, ਪਰ ਇੱਕ ਵਾਰੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਓ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਦੇ ਵੀ ਭਵਿੱਖ ਨੂੰ ਲਾਂਬੂ ਲਾਉਣ ਦਾ ਕਿਸੇ ਨੂੰ ਹੌਸਲਾ ਨਾ ਪਵੇ। ਇਹ ਗੱਲ ਤਾਂ ਠੀਕ ਹੈ। ਵੈਸੇ ਮੈਂ ਸੋਚਦਾ ਹੁੰਦਾ ਵੀ ਚਲੋ ਇੱਕ ਇਹ ਮਸਲਾ ਹੋ ਗਿਆ, ਹੋਰ ਆਪਾਂ ਵੀ ਕਈ ਥਾਵਾਂ ਤੇ ਦੇਖਦੇ ਨਾ ਵੀ ਇਹਦੇ 'ਚ ਵੀ ਭ੍ਰਿਸ਼ਟਾਚਾਰ ਆ, ਉਹਦੇ 'ਚ ਵੀ ਭ੍ਰਿਸ਼ਟਾਚਾਰ ਆ, ਇਹਦੇ 'ਚ ਵੀ ਪੈਸੇ ਖਾ ਲਿਆ, ਉਹਦੇ 'ਚ ਵੀ ਪੈਸੇ ਖਾ ਲਏ। ਹੁਣ ਜਿਹੜੇ ਵੀ ਬੰਦੇ ਨੇ ਸ਼ਗਨ ਛਕਾਉਣ ਦਾ ਰਾਹ ਕੱਢਣਾ ਹੁੰਦਾ ਮੌਕੇ ਤੇ ਵੀ ਓਕੇ ਜੀ ਇਹਦੇ 'ਚੋਂ ਇੱਦਾਂ ਇੱਦਾਂ ਹਿੱਸਾ ਚੱਲੂਗਾ, ਉਹ ਉਸ ਐਂਗਲ ਤੋਂ ਨਹੀਂ ਸੋਚਦੇ ਹੋਣਗੇ ਵੀ ਯਾਰ ਇਹ ਪੈਸਾ ਜੇ ਮੰਨ ਲਓ ਸਰਕਾਰ ਨੇ ਕੋਈ ਸਕੀਮ ਕੱਢੀ ਏ, ਇਹਦੀ ਲੋੜ ਹੋਊ ਤੇ ਕੱਢੀ। ਇਹ ਤਾਂ ਹੈ ਨਹੀਂ ਵੀ ਉਹ ਕਹਿੰਦਾ ਯਾਰ ਇੰਨੇ ਕੁ ਪੈਸੇ ਵਾਧੂ ਪਏ ਆ, ਇਹ ਨਾ ਵੈਸੇ ਤੇ ਥੱਲੇ ਤੁਸੀਂ ਵੰਡਣੇ ਸ਼ੁਰੂ ਕਰ ਦਿਓ, ਜਿਹੜਾ ਵਿੱਚੋਂ ਖਾਜੂ ਜਿਹੜਾ ਰਹਿ ਜੂ। ਅਬੇ ਹੈ ਨਹੀਂ ਥਾਂ ਰੱਖਣਾ, ਹੈ ਨਾ, ਵੀ ਪੈਸੇ ਵਾਧੂ ਪਏ ਵੀ। ਹੁਣ ਇਹ ਤਾਂ ਹੈ ਨਹੀਂ ਵੀ ਇਹ ਵੀ ਮਤਲਬ ਜਾਂ ਵੀ ਕਿਤੇ ਬਰਾਤ ਦੇ ਉੱਪਰ ਐ ਵੀ ਉਹ ਮੁੰਡੇ ਦੇ ਫੁੱਫੜ ਨੇ ਸੁੱਟ ਕੀਤੀ ਆ ਵੀ ਹਾਂ ਕੋਈ ਗੱਲ ਨਹੀਂ, ਜਿਹਨੂੰ ਮਿਲ ਗਿਆ, ਇਹੋ ਜਿਹੀ ਤਾਂ ਗੱਲ ਨਹੀਂ। ਇਹਦਾ ਮਤਲਬ ਲੋੜਵੰਦਾਂ ਦੇ ਲਈ ਸਕੀਮਾਂ ਬਣਦੀਆਂ ਨੇ, ਲੋੜਵੰਦਾਂ ਦੇ ਲਈ ਉਹ ਪੈਸਾ ਆਉਂਦਾ। ਜਾਂ ਜੇ ਇਨਫਰਾਸਟਰਕਚਰ ਦੀ ਆਪਾਂ ਗੱਲ ਕਰ ਲਈ, ਕਿਸੇ ਵੇਲੇ ਫਲਾਣੇ ਥਾਂ ਦੇ ਪੁਲ ਬਣਨਾ ਉਹ ਜੇ ਬਣਾਉਣ ਤਾਂ ਲੱਗੇ ਸੀ ਵੀ ਉਦੋਂ ਫਿਰ ਆਹੋ ਯਾਰ ਉੱਥੇ ਲੋੜ ਸੀ ਤਾਂ ਹੀ ਬਣਾਉਣ ਲੱਗੇ ਨੇ, ਜਾਂ ਹੁਣ ਜੇ ਇੱਥੇ ਇਸ ਵਜੀਫੇ ਦੀ ਲੋੜ ਸੀਗੀ ਤਾਂ ਹੀ ਉਹਨਾਂ ਨੇ ਸਕੀਮ ਸ਼ੁਰੂ ਕੀਤੀ। ਉਹਦੇ 'ਚੋਂ ਛਕਣ ਵਾਲੇ ਬੰਦੇ ਯਾਰ ਇੱਕ ਅੱਧੀ ਆਰਾਮ ਨਹੀਂ ਸੋਚਦੇ ਵੀ ਯਾਰ ਜੇ ਮੈਂ ਇਹਦੇ 'ਚੋਂ ਆਹ ਕੁਛ ਖਾ ਰਿਹਾ, ਇਹਦਾ ਮਤਲਬ ਵਾਧੂ ਤਾਂ ਹੈ ਨਹੀਂ, ਇਹ ਕਿਸੇ ਨਾ ਕਿਸੇ ਦਾ ਹੱਕ ਖਾ ਰਿਹਾ। ਅਤੇ ਇਹ ਸਾਰਾ ਕੁਝ ਛਕਣ ਛਕਾਉਣ ਤੋਂ ਬਾਅਦ ਜਦੋਂ ਬੰਦਾ ਅਮੀਰ ਤਰੀਨ ਹੋ ਜਾਂਦਾ, ਫਿਰ ਉਹਦੇ ਅੰਦਰ ਜਦੋਂ ਸ਼ਰਧਾ ਭਾਵਨਾ ਜਾਗਦੀ ਹੈ, ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋ ਸਕਦਾ, ਉੱਥੇ ਜਾ ਕੇ ਜਦੋਂ ਆਪਣੇ ਅਕੀਦੇ ਦੇ ਸਾਹਮਣੇ ਨਤਮਸਤਕ ਹੁੰਦਾ, ਉਦੋਂ ਮਨ ਦੇ ਵਿੱਚ ਆਖਣਾ ਵੀ ਹਾਂ ਸਾਰੀਆਂ ਭੁੱਲਾਂ ਤੋਂ ਹੁਣ ਬਾਬਾ ਬਖਸ਼ ਲਈ ਮੇਰੀਆਂ। ਅਤੇ ਜਦੋਂ ਆਪਾਂ ਇਹ ਸਾਰਾ ਕੁਝ ਕਰਦੇ ਹੁੰਦੇ ਹਾਂ, ਉਦੋਂ ਬਾਬਾ ਵਹਿੰਦਾ ਨਹੀਂ ਹੁੰਦਾ ਕਿਤੇ। ਨਹੀਂ, ਉਦੋਂ ਆਪਣੇ ਤਾਂ ਬੜਾ ਮੋਟਾ ਜਿਹਾ ਹੀ ਕੰਮ ਆ ਨਾ ਸਾਰਾ ਕੁਛ, ਕਿ ਆਪਾਂ ਸਾਰਾ ਕੁਝ ਕਹਿਣਾ ਬਾਬਾ ਸਾਨੂੰ ਬਹੁਤਾ ਦਈ, ਉਸੇ ਵੇਲੇ ਗਾਹਕ ਲੁੱਟਣ ਲੱਗ ਪੈਣਾ ਆਪਾਂ। ਯਾਨੀ ਕਿ ਸਾਰਾ ਦਿਨ ਉਹ ਝੂਠ ਵਾਲਾ ਹੀ ਕੰਮ ਚੱਲਣਾ। ਆਪਾਂ ਨੂੰ ਆਮ ਹੀ ਲੱਗਦਾ ਕਿ ਬਾਬੇ ਨੂੰ ਕਿਹੜਾ ਪਤਾ, ਬਾਬੇ ਨੂੰ ਤਾਂ ਆ ਜਾਵਾਂ ਜਿਹੜਾ ਚੜਾਤਾ, ਬਾਬੇ ਦਾ ਮੂੰਹ ਬੰਦ ਕਰਨ ਵਾਲੀ ਗੱਲ ਹੀ ਇੱਕ ਤਰ੍ਹਾਂ ਦੀ ਹੁੰਦੀ ਹੈ। ਉਹ ਮੈਨੂੰ ਇਹ ਲੱਗਦਾ ਕਿਸੇ ਵੇਲੇ ਵੀ ਉਹ ਨਾ ਇੰਨਾ ਕੁ ਉਹਦੇ 'ਚੋਂ ਦੇ ਕੇ ਤਾਂ ਹੈ ਵੀ ਯਾਰ ਇਹ ਵੀ ਫਿਰ ਬਣਦਾ ਸੀ, ਇੰਨਾ ਹਾਂ ਵੀ ਇਹਦੇ ਨਾਲ ਭੁੱਲਾਂ ਬਖਸ਼ੀਆਂ ਦੀ। ਮਤਲਬ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਯਾਰ ਇਹ ਹੋ ਸਕਦਾ ਵੀ ਇੱਥੇ ਆਪਾਂ ਸਾਰਾ ਕੁਝ ਜੁਗਾੜ ਬਣਾ ਲਿਆ ਹੋ ਵੀ ਯਾਰ ਇੰਨਾ ਇਹਦਾ ਹਿੱਸਾ, ਇੰਨਾ ਇਹਦਾ ਹਿੱਸਾ, ਪੱਤੀ ਉਹਦਾ ਮੂੰਹ ਬੰਦ ਰਹੇ। ਯਾਰ ਤੁਸੀਂ ਬਾਬੇ ਨੂੰ ਥੋੜ੍ਹਾ ਵੀ ਓਕੇ ਜੀ ਮੈਂ ਹੁਣ ਲੱਖ ਕਮਾਇਆ ਹੀ ਅਤੇ ਮੈਂ 100 ਚੜ੍ਹਾ ਆਇਆ ਅਤੇ ਲੈ ਵੀ ਆਪਾਂ ਦੇ ਵਿੱਚੋਂ ਹੁਣ ਮੱਥਾ ਟੇਕ ਦਿੱਤਾ, ਹੁਣ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਜਿੰਨੇ ਵੀ ਆਪਣੇ ਵੱਖ-ਵੱਖ ਧਰਮਾਂ ਦੇ ਜਿਹੜੇ ਗਾਂ ਪ੍ਰਚਾਰਕ ਨੇ, ਉਹਨਾਂ ਨੂੰ ਇਸ ਐਂਗਲ ਤੋਂ ਜ਼ਰੂਰ ਸਮਝਾਉਣਾ ਚਾਹੀਦਾ ਵੀ ਵੀਰ ਮੇਰੇ ਜੋ ਕਰ ਰਹੇ ਹਾਂ ਇਸ ਵਕਤ ਆਪਾਂ, ਇਹ ਮਤ ਸਮਝੋ ਵੀ ਜਦੋਂ ਆਪਾਂ ਕਿਸੇ ਵੀ ਮੰਨ ਲਓ ਕੋਈ ਮੰਦਿਰ 'ਚ ਗਿਆ, ਕੋਈ ਮਸਜਿਦ 'ਚ ਗਿਆ, ਕੋਈ ਗੁਰਦੁਆਰਾ ਸਾਹਿਬ ਗਿਆ, ਵੀ ਉਸ ਹਦੂਦ ਦੇ ਅੰਦਰ ਹੀ ਬਾਬਾ ਜਾਂ ਰੱਬ ਨਹੀਂ ਹੈਗਾ, ਉਹ ਤੁਹਾਨੂੰ ਹਰ ਥਾਂ ਵੇਂਹਦਾ ਵੀ ਤੁਸੀਂ ਕੀ ਕਰਦੇ ਹੋ। ਮੈਂ ਨਾ ਸੰਧਾਲੀਆ ਸਾਹਿਬ ਇੱਕ ਤੱਤੀ ਉਦਾਹਰਣ ਹੈ। ਕੱਲ੍ਹ ਇੱਕ ਦੁਕਾਨ ਦੇ ਅੰਦਰ, ਰੈਸਟੋਰੈਂਟ ਦੇ ਅੰਦਰ ਜਾਣੀ ਕਿ ਗਏ ਕਿ ਭਾਈ ਚਾਹ ਦਾ ਕੱਪ ਪੀਣਾ, ਅਤੇ ਉੱਥੇ ਆਪਣੇ ਪੰਜਾਬੀ ਨੌਜਵਾਨ ਜਿਹੜੇ ਨਾ ਕੈਲਗਰੀ ਦੇ ਵਿੱਚ ਇੱਦਾਂ 8, 10, 12 ਜਣੇ ਉਹ ਇਕੱਠੇ ਬੈਠੇ, ਯਾਨੀ ਜਿੱਥੋਂ ਫਾਰਮੂਲਾ ਲੱਭਦਾ ਨਾ ਕਿ ਭਾਈ ਅਸੀਂ ਅੱਗੇ ਕਿੱਦਾਂ ਵੱਧ ਸਕਦੇ ਹਾਂ, ਸਾਡੇ ਕੋਲੇ ਢੰਗ ਤਰੀਕਾ ਕੀ ਹੈ। ਚਲੋ ਉਹਨਾਂ ਨੇ ਹਾਕ ਮਾਰੀ ਸਿਆਣਿਆਂ, ਅਤੇ ਉੱਥੇ 5-7 ਮਿੰਟ ਗੱਲਾਂ ਬਾਤਾਂ ਹੋਈਆਂ। 17-18 ਦੇ ਵਿੱਚ ਹੀ ਉਹਨਾਂ ਦੇ ਵਿੱਚੋਂ ਬਹੁਤੇ ਸੱਜਣ ਇੱਥੇ ਆਏ ਸੀ ਪੜ੍ਹਾਈ ਲਈ, ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ। ਹੋ ਸਕਦਾ ਕੋਈ ਬਿਨਾਂ ਸਟੂਡੈਂਟ ਤੋਂ ਹੋਰ ਵੀਜ਼ੇ 'ਤੇ ਵੀ ਆਇਆ ਹੋਵੇ। ਰਲ ਮਿਲ ਕੇ ਕੰਮ ਸ਼ੁਰੂ ਕਰ ਲਿਆ, ਪੜ੍ਹਾਈ ਮੁਕੰਮਲ ਕੀਤੀ, ਕਾਗਜ਼ ਪੱਤਰ ਦੁਰਸਤ ਹੋਏ, ਅਤੇ ਮੁੜ ਕੇ ਰਲ ਮਿਲ ਕੇ ਕੰਮ ਸ਼ੁਰੂ ਕੀਤਾ। ਸਟਾਈਲਿਸ਼ ਟੂਰ ਕੁਛ ਇੱਦਾਂ ਦੱਸਦੇ ਸੀ। ਅਤੇ ਮੈਨੂੰ ਐਂ ਲੱਗਦਾ ਸੀ ਕਿ ਭਾਈ ਪਹਿਲੀ ਗੱਲ ਹੈ ਕਿ ਆਣ ਕੇ ਪੜ੍ਹਾਈ ਕੀਤੀ, ਮਿਹਨਤ ਕੀਤੀ, ਉਹਦੇ ਤੋਂ ਬਾਅਦ ਜਦੋਂ ਸਾਰਾ ਕੁਝ ਕਾਨੂੰਨ ਦੇ ਅੰਦਰ ਰਹਿ ਕੇ ਉਹ ਦਾਇਰਾ ਪੂਰਾ ਕਰਕੇ ਪੱਕੇ ਹੋਏ ਉਹਨੇ,
ਉਹਦੇ ਤੋਂ ਬਾਅਦ ਫਿਰ ਜਦੋਂ ਰਲ ਮਿਲ ਕੇ ਕੰਮ ਸ਼ੁਰੂ ਕੀਤਾ ਤਾਂ ਦੇਖੋ ਤਰੱਕੀਆਂ ਕਿੱਥੇ ਨੇ। ਉਹ ਕਹਿੰਦੇ ਜੀ ਕੰਪਨੀ ਸ਼ੁਰੂ ਕਰ ਲਈ ਆ ਤੇ ਅੱਗੇ ਨੂੰ ਵਧ ਰਹੇ ਆ, ਮਿਹਨਤ ਪੂਰੀ ਕਰਦੇ ਆ ਠੋਕ ਵਜਾ ਕੇ। ਫਿਰ ਮੈਨੂੰ ਐਂ ਲੱਗਾ ਕਿ ਭਾਈ ਇਹਦੇ ਵਿੱਚੋਂ ਦੋ ਹੀ ਚੀਜ਼ਾਂ ਨੇ, ਇੱਕ ਮਿਹਨਤ ਤੇ ਦੂਸਰਾ ਤੁਹਾਡੀ ਜਿਹੜੀ ਸਾਂਝ ਹੈ ਕਿ ਸਾਂਝੇ ਤੌਰ ਦੇ ਉੱਤੇ ਇਮਾਨਦਾਰੀ ਦੇ ਨਾਲ ਤੁਸੀਂ ਗਾਹਕ ਨਾਲ, ਲੋਕਾਂ ਨਾਲ ਵੀ ਇਮਾਨਦਾਰੀ ਨਾਲ ਵਿਚਰਨਾ, ਇੱਕ ਦੂਜੇ ਦੇ ਪ੍ਰਤੀ ਵੀ ਇਮਾਨਦਾਰ ਰਹਿਣਾ। ਜਿਹੜੇ ਬੰਦੇ ਤੁਹਾਡੇ ਨੇੜੇ ਨੇ, ਜਿਨ੍ਹਾਂ ਦੇ ਨਾਲ ਤੁਸੀਂ ਸਾਂਝੇ ਤੌਰ ਤੇ ਕੰਮ ਕਰਦੇ ਆ, ਦੁਨੀਆ ਦੀ ਕੋਈ ਤਾਕਤ ਤੁਹਾਨੂੰ ਤਰੱਕੀ ਕਰਨ ਨੂੰ ਰੋਕ ਹੀ ਨਹੀਂ ਸਕਦੀ ਵੀ ਜੇ ਤੁਸੀਂ ਇਹ ਕੰਮ ਕਰਦੇ ਆ। ਤੇ ਮੈਂ ਕਾਫੀ ਦੇਰ ਸੋਚਦਾ ਵਿਚਾਰਦਾ ਰਿਹਾ ਕਿ ਭਾਈ ਆਹੀ ਇੱਕ ਫਾਰਮੂਲਾ ਹੈ ਜਿਹੜਾ ਗੱਭਰੂ ਇੱਥੇ ਕੈਲਗਰੀ ਜਿੱਥੇ ਗਰਮੀ ਵੀ ਠੋਕ ਕੇ ਪੈ ਜਾਂਦੀ ਹੈ ਤੇ ਬਰਫ਼ ਵੀ ਠੋਕ ਕੇ ਪੈਂਦੀ ਹੈ। ਜੇ ਆਪਣੇ ਬੰਦੇ ਆਹ ਦੋ ਚੀਜ਼ਾਂ ਨੂੰ ਆਪਣੇ ਦਿਲ ਦੇ ਵਿੱਚ ਤੇ ਦਿਮਾਗ ਦੇ ਵਿੱਚ ਰੱਖ ਕੇ ਇੱਥੇ ਸਫਲ ਹੋ ਸਕਦੇ ਆ, ਆਪਾਂ ਪੰਜਾਬ 'ਚ ਵੀ ਕਰ ਸਕਦੇ ਹਾਂ, ਚਾਹੇ ਸਾਡੇ ਨਾਲ ਧੱਕਾ ਹੁੰਦਾ ਤੇ ਚਾਹੇ ਅਸੀਂ ਤਰੱਕੀ ਕਰਨੀ ਆ। ਇੱਦਾਂ ਕਿੱਦਾਂ ਕਰ ਸਕਦੇ ਹਾਂ? ਉੱਥੇ ਦੇ ਹੋਰ ਕੁਝ ਹੋਵੇ ਨਾ ਹੋਵੇ, ਸਗੇ ਭਰਾ ਨੂੰ ਮਤਲਬ ਜਿਹਦੇ ਨਾਲ ਸਾਰੀ ਉਮਰ ਖੇਡਣ ਦੇ ਸਾਂਝ ਹੁੰਦੀ ਹੈ, ਲਹੂ ਦੀ ਸਾਂਝ ਹੁੰਦੀ ਜੀ, ਉਹ ਵੀ ਹੋਰ ਕੁਝ ਹੋਵੇ ਨਾ ਹੋਵੇ, ਅਖੀਰਲੇ ਟਾਈਮ ਤੇ ਜਾ ਕੇ ਨਾ ਜਦੋਂ ਮੰਨ ਲਓ ਕੋਈ ਬੇਬੇ ਬਾਪੂ ਗੁਜ਼ਰ ਗਿਆ ਵੀ ਕੁਝ ਹੋਣਾ, ਲੈ ਹੁਣ ਸਾਰੇ ਪੈਸੇ ਅਸੀਂ ਲਾਈ ਜਾਣੇ ਤੇ ਇਹਨਾਂ ਨੇ ਕੀ ਕੀਤਾ, ਸਾਂਭਿਆ ਅਸੀਂ ਬਾਪੂ ਨੂੰ, ਹੈ ਨਾ, ਜਾਂ ਮਾਤਾ ਨੂੰ ਅਸੀਂ ਸਾਂਭਿਆ, ਤੇ ਇਹਨਾਂ ਕੀਤਾ ਇਹ ਉਦੋਂ ਸ਼ਹਿਰ ਸੀ। ਆਹ ਜਿਹੜੀਆਂ ਗੱਲਾਂ ਆਪਾਂ ਨੂੰ ਨਾ ਮੈਨੂੰ ਲੱਗਦਾ ਵੀ ਕਿਸੇ ਵੇਲੇ ਪਿਛਾਂਹ ਖਿੱਚ ਲੈਂਦੀਆਂ। ਇਹ ਨਹੀਂ ਮੈਂ ਕਹਿੰਦਾ ਵੀ ਆਪਾਂ ਕਿਸੇ ਨੂੰ ਇੱਕ ਨੂੰ ਟਾਰਗੇਟ ਕਰ ਰਹੇ ਹਾਂ, ਘਰ ਘਰ ਦੀ ਕਹਾਣੀ, ਕਿਸੇ 'ਚ ਇੱਕ ਨੁਕਸ ਹੋਊ, ਕਿਸੇ 'ਚ ਦੂਜਾ ਹੋਊਗਾ, ਕਿਸੇ ਤੀਜਾ ਹੋਊਗਾ। ਉਹ ਜਿਹੜਾ ਆਪਾਂ ਨੂੰ ਮਤਲਬ ਅੱਛਾ ਗਵਾਂਢੀ ਨਾਲ ਚੰਗੇ ਭਲੇ ਹੋਣਾ, ਉਦੋਂ ਗਾਂ ਤੀਜੇ ਚੌਥੇ ਜਿਹਨੂੰ ਆਪਾਂ ਜਾਣਦੇ ਹੋਣਾ ਉਹਦੇ ਨਾਲ ਇਦਾਂ ਮਿਲਣਾ ਵੀ ਉਹ ਜਿੰਨਾ ਸਗਾ ਤੂੰ ਮੇਰਾ ਉਹ ਤੋਂ ਵੱਧ ਸਗਾ ਮੈਂ ਤੇਰਾ। ਕਈ ਵਾਰੀ ਸੰਧਾਲੀਆ ਸਾਹਿਬ ਹੁੰਦੀ, ਮੰਨ ਲਓ ਕਿ ਚਾਰ ਭਰਾ ਨੇ, ਬੇਬੇ ਬਾਪੂ ਦੇ ਵਿੱਚੋਂ ਕੋਈ ਗੁਜ਼ਰ ਗਿਆ, ਉਹ ਫਿਰ ਕਹਿੰਦੇ ਠੀਕ ਆ ਬਈ ਸਾਂਝੇ ਤੌਰ ਦੇ ਉੱਤੇ ਆਪਾਂ ਅੰਤਮ ਅਰਦਾਸ ਦਾ ਸਾਰਾ ਪ੍ਰੋਗਰਾਮ ਕਰ ਲੈਨੇ ਆ ਵੀ ਬੇਬੇ ਜਾਂ ਬਾਪੂ ਨੇ ਵਧੀਆ ਸਾਰੀ ਉਮਰ ਕੱਢੀ, ਆਪਾਂ ਚੰਗਾ ਕਰੀਏ ਥੋੜਾ ਜਿਹਾ, ਹਨਾ ਵੀ ਉਹ ਬਾਅਦ 'ਚ ਜਦੋਂ ਹਿਸਾਬ ਕਰਕੇ ਹੋ ਸਕਦਾ ਵੀ ਇੱਕ ਅੱਛਾ ਇੰਨੇ ਪੈਸੇ ਆ ਗਏ, ਮੰਨ ਲਓ 10,000 ਆ ਗਿਆ, ਮੰਨ ਲਓ ਉਹ ਇੱਕ ਅੱਧੇ ਦੇ ਮੂੰਹ 'ਚੋਂ ਨਿਕਲ ਇੰਨੇ ਪੈਸੇ ਲੱਗ ਗਏ, ਆਇਆ ਵੀ ਨਹੀਂ। ਉਹ ਬਾਅਦ 'ਚ ਆ ਕੇ ਨਾ ਵੀ ਅੱਛਾ ਨਹੀਂ ਆ ਇੰਨਾ ਖਰਚਾ, ਮੈਂ ਤਾਂ ਨਹੀਂ ਕਿਹਾ ਹੈ ਵੀ ਇੰਨਾ ਕਰੋ, ਸਾਦੀ ਰੋਟੀ ਵੀ ਹੋ ਸਕਦੀ। ਅੱਛਾ ਤੇ ਇਹ ਜਿਹੜੀਆਂ ਮੈਨੂੰ ਲੱਗਦਾ ਹੁੰਦੀਆਂ ਵੀ ਆਪਣੀਆਂ ਅੰਦਰ ਹੈ ਤੇ ਚਲੋ ਅੰਦਰਲਾ ਕਾਲਾ ਪਾਣੀ ਆਪਣੇ ਅੰਦਰ ਆ ਜਾਂਦਾ, ਬਾਹਰ ਆਪਾਂ ਭਾਵੇਂ ਜਿੱਥੇ ਇੱਧਰ ਉੱਧਰ ਜਿੱਧਰ ਮਰਜ਼ੀ ਫੂਕ ਦਈਏ, ਪਰ ਕਿਸੇ ਵੇਲੇ ਹੁੰਦਾ ਵੀ ਜਿੱਥੇ ਸਾਂਝ ਹੈ ਨਾ, ਜਿੱਥੇ ਤੁਹਾਨੂੰ ਲੱਗਦਾ ਵੀ ਯਾਰ ਆ ਰਿਸ਼ਤਾ ਇੱਕ ਪਾਸੇ ਤੇ ਇੱਕ ਪਾਸੇ ਪੈਸਾ, ਉੱਥੇ ਜੇ ਆਪਾਂ ਪ੍ਰੈਫਰੈਂਸ ਰਿਸ਼ਤੇ ਨੂੰ ਦੇ ਦਈਏ, ਪੈਸੇ ਨੂੰ ਪਾਸੇ ਕਰ ਦਈਏ, ਤੇ ਮੈਨੂੰ ਲੱਗਦਾ ਹੁੰਦਾ ਵੀ ਬਹੁਤ ਸਾਰੀਆਂ ਦੁੱਖ ਤਕਲੀਫਾਂ ਤੁਹਾਡੀਆਂ ਵੈਸੇ ਦੂਰ ਹੋ ਜਾਂਦੀਆਂ। ਸੰਧਾਲੀਆ ਸਾਹਿਬ ਜੇ ਚੰਗੀ ਗੱਲ ਹੁਣ ਆਪਾਂ ਕਰਨ ਲੱਗੇ ਹੀ ਆ ਤਾਂ ਦੋ ਚੀਜ਼ਾਂ ਇੱਕੋ ਸਮੇਂ ਤੇ ਇੱਕੋ ਥਾਂ ਇੱਕੋ ਪਿੰਡ ਦੇ ਵਿੱਚ ਵਧੀਆ ਹੋਈਆਂ। ਮੰਡਿਆਣੀ ਪਿੰਡ ਹੈ ਮਾਲਵੇ ਦਾ, ਤੁਹਾਨੂੰ ਸ਼ਾਇਦ ਯਾਦ ਹੋਵੇ, ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਆਪਣੇ ਮੈਂਬਰਾਂ ਨੂੰ ਵੀ ਯਾਦ ਹੋਣਾ ਕਿ ਉੱਥੋਂ ਇੱਕ ਸਰਪੰਚ ਬੀਬੀ ਸੀ ਪਿੰਡ ਦੀ, ਬੀਬੀ ਦੇ ਨਾਂ ਗੁਰਪ੍ਰੀਤ ਕੌਰ। ਅਚਾਨਕ ਇੱਕ ਵੀਡੀਓ ਆਉਂਦੀ ਹੈ, ਇਹ 1.5-2 ਹਫ਼ਤੇ ਪੁਰਾਣੀ ਗੱਲ ਹੋਊਗੀ, ਉਹ ਬੀਬੀ ਜੀ ਕਹਿੰਦੇ ਜੀ ਆਹ ਦੇਖੋ ਆਹ ਚੀਜ਼ਾਂ ਜਿਹੜੀਆਂ ਅਸੀਂ ਪਿੰਡ ਦੇ ਵਿੱਚੋਂ ਬਰਾਮਦ ਕੀਤੀਆਂ, ਸਾਨੂੰ ਜਿਹਨਾਂ ਬੰਦਿਆਂ ਦੇ ਉੱਤੇ ਸ਼ੱਕ ਸੀ ਕਿ ਉਹ ਨਸ਼ਾ ਵੇਚਦੇ ਆ, ਕੰਮ ਬੜਾ ਔਖਾ ਸੀ, ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਤਲਾਸ਼ੀ ਲਈ, ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਸੀ ਕਿ ਭਾਈ ਕੰਮ ਕਰੋ, ਉਸ ਤਰੀਕੇ ਨਾਲ ਕਰਦੇ ਨਹੀਂ ਸੀ। ਜਿਹੜੀ ਵਾਹਵਾ ਵਾਇਰਲ ਹੋਈ ਵੀਡੀਓ, ਕਿਉਂਕਿ ਆਮ ਹੀ ਪੰਜਾਬ 'ਚ ਹੁੰਦਾ ਕਿ ਯਾਰ ਬੀਬੀਆਂ ਸਰਪੰਚ ਤਾਂ ਬਣ ਜਾਂਦੀਆਂ, ਕੰਮ ਸਰਪੰਚ ਵਾਲੇ ਸਾਰੇ ਉਹਨਾਂ ਦੇ ਘਰ ਵਾਲੇ, ਡੈਡੀ, ਭਰਾ ਉਹੀ ਕਰਦੇ ਆ ਮੋਸਟਲੀ। ਮਤਲਬ ਆਪਣੇ ਪਿੰਡ ਸਰਪੰਚ ਪਤੀ ਇੱਕ ਉਹਦਾ ਬਣ ਗਿਆ ਬਸ। ਉਹ ਬੀਬੀ ਨੇ ਜਦੋਂ ਹਿੰਮਤ ਕੀਤੀ, ਆਪਾਂ ਵੀ ਗੱਲਾਂ ਬਾਤਾਂ ਕੀਤੀਆਂ ਕਿ ਭਾਈ ਨਸ਼ੇ ਦਾ ਕੋੜ ਉੱਪਰਲੇ ਪਾਸੇ ਉਹਨੇ ਮੁੱਕਣਾ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਤੇ ਕਈ ਬੰਦੇ ਨੇ ਇੱਦਾਂ ਵੀ ਕਿਹਾ ਵੀ ਬੀਬੀ ਪੰਗਾ ਤਾਂ ਲੈ ਲਿਆ, ਇਹ ਬੰਦੇ ਵੱਡੇ ਬਹੁਤ ਹੁੰਦੇ ਆ। ਹੁਣ ਉਹ ਬੀਬੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੈ, ਵਿਰੋਧੀ ਧਿਰ ਨਾਲ, ਪਰ ਕਿਉਂਕਿ ਸਿਆਸੀ ਗੱਲਾਂ ਨਹੀਂ ਹੋ ਗਈਆਂ, ਨਸ਼ਾ ਸਿਆਸਤ ਨਹੀਂ ਦੇਖਦਾ ਕਿਹਦੇ ਪੁੱਤ ਕਿਹਦੇ ਧੀ ਨੂੰ ਲੱਗ ਜਾਣਾ। ਮੈਂ ਕਹਿੰਦਾ ਕਿ ਇੱਕ ਤਾਂ ਉਸ ਬੀਬੀ ਨੇ ਜਿੰਨਾ ਚੰਗਾ ਕੰਮ ਕੀਤਾ, ਬਹੁਤ ਹੀ ਵਧੀਆ, ਬੀਬੀ ਜੀ ਸਲੂਟ। ਘਰੇ ਬੈਠੇ ਰਹਿ ਸਕਦੇ ਸੀ, ਆਪਾਂ ਕੀ ਲੈਣਾ ਪੰਗਾ ਦੇਰ ਸਵੇਰ, ਕਿਉਂਕਿ ਬੀਬੀ ਦੇ ਨਿਆਣੇ ਨਿੱਕੇ ਵੀ ਪੜ੍ਹਨ ਜਾਂਦੇ ਹੋਣੇ ਆ, ਬੀਬੀ ਨੇ ਵੀ ਰਿਸ਼ਤੇਦਾਰਾਂ ਦੇ ਜਾਣਾ, ਬੀਬੀ ਸਰਪੰਚ ਬਣ ਗਈ ਹੈ, ਕਿਤੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਥੋੜੀ ਬਣ ਗਈ ਕਿ ਉਹਨੂੰ ਸੁਰੱਖਿਆ ਮਿਲ ਜਾਣੀ ਹੈ। ਕੁਲਦੀਪ ਸਿੰਘ ਢਾਲੀਵਾਲ ਮੰਤਰੀ ਸਾਹਿਬ ਪਿੰਡ ਪਹੁੰਚ ਗਏ ਉਹਨਾਂ ਦੇ, ਉਹ ਕਹਿੰਦੇ ਜੀ ਸਾਨੂੰ ਪਤਾ ਕਿ ਬੀਬੀ ਜੀ ਕਾਂਗਰਸ ਨਾਲ ਸੰਬੰਧਿਤ ਨੇ, ਸਰਕਾਰ ਸਾਡੀ ਪਾਰਟੀ ਦੀ ਹੈ, ਬੀਬੀ ਜੀ ਨੇ ਉਹਨਾਂ ਲਈ ਕੰਮ ਕੀਤਾ, ਉਹਨਾਂ ਨੂੰ ਵੋਟ ਪਾਈ, ਪਰ ਕਹਿੰਦੇ ਜਿਹੜਾ ਬੀਬੀ ਨੇ ਆਹ ਕੰਮ ਕੀਤਾ ਨਾ, ਮੈਂ ਤਾਂ ਸਨਮਾਨ ਕਰਨ ਆਇਆ ਬੀਬੀ ਦੇ। ਬੀਬੀ ਜੀ ਤੁਸੀਂ ਜਿਹੜੀ ਪਾਰਟੀ ਨਾਲ ਰਹੋ, ਸਾਨੂੰ ਕੋਈ ਲੈਣਾ ਦੇਣਾ ਨਹੀਂ, ਪਰ ਤੁਹਾਡੇ ਉਸ ਇੱਕ ਸਟੈਪ ਤੋਂ ਬਾਅਦ ਉਹ ਕਹਿੰਦੇ ਜੀ ਸਾਨੂੰ ਦਰਜਨਾਂ ਪਿੰਡਾਂ ਦੇ ਵਿੱਚੋਂ ਇਦਾਂ ਦੇ ਸੁਨੇਹੇ ਆਏ ਆ ਤੇ ਤੁਹਾਡੇ ਸਹਿਯੋਗ ਤੋਂ ਬਿਨਾਂ ਨਸ਼ਾ ਖਤਮ ਨਹੀਂ ਹੋਣਾ। ਬੀਬੀ ਨੂੰ ਸਨਮਾਨਿਤ ਕੀਤਾ। ਬੀਬੀ ਜੀ ਨੇ ਕਿਹਾ ਜੀ ਚਲੋ ਹੁਣ ਸਨਮਾਨਿਤ ਕਰਨ ਆ ਗਏ ਹੋ, ਨਸ਼ੇ ਦੇ ਮੁੱਦੇ ਤੇ ਤਾਂ ਕੰਮ ਹੋਣਾ, ਸਾਡੇ ਪਿੰਡ ਦੀਆਂ ਮੰਗਾਂ ਨੇ। ਉਹਨਾਂ ਨੇ ਮੰਗਾਂ ਪੜ੍ਹੀਆਂ, ਕਹਿੰਦੇ ਸਾਰੀਆਂ ਹੀ ਪ੍ਰਵਾਨ, ਥੋੜਾ ਸਮਾਂ ਲੱਗ ਸਕਦਾ। ਹੁਣ ਤੁਸੀਂ ਦੇਖੋ ਢਾਲੀਵਾਲ ਸਾਹਿਬ ਨੇ ਬਹੁਤ ਚੰਗਾ ਕੀਤਾ, ਕਿਉਂਕਿ ਇੱਕ ਪਾਸੇ ਤਾਂ ਰੌਲਾ ਹੀ ਪੈਂਦਾ ਹੁੰਦਾ ਨਾ, ਪ੍ਰੈਸ਼ਰ ਪਾ ਕੇ ਆਪਣੀ ਪਾਰਟੀ ਸ਼ਾਮਲ ਕਰਾ ਲੇ। ਉਹ ਕਹਿੰਦੇ ਜਿੱਥੇ ਰਹਿਣਾ ਰਹੋ, ਕੰਮ ਵਧੀਆ ਕੀਤਾ ਤੇ ਬੀਬੀ ਨੂੰ ਸਲੂਟ ਫਿਰ ਦੁਬਾਰਾ। ਨਹੀਂ ਦੇਖੋ, ਇੱਕ ਤੇ ਉਹ ਸਰਪੰਚ ਹੋਰਾਂ ਨੇ ਜਿਹੜੀ ਚੰਗੀ ਉਦਾਹਰਨ ਸਿਰਜੀ, ਮੈਨੂੰ ਲੱਗਦਾ ਉਹ ਤੋਂ ਵਧੀਆ ਉਦਾਹਰਨ ਢਾਲੀਵਾਲ ਸਾਹਿਬ ਸਿਰਜਾਏ ਜੀ। ਕਿਉਂਕਿ ਆਮ ਤੌਰ ਤੇ ਆਪਾਂ ਇਸ ਤੋਂ ਪਹਿਲਾਂ ਕੀ ਸੁਣਦੇ ਦੇਖਦੇ ਆਏ ਸੀ ਵੀ ਥੱਲੇ ਪਹਿਲਾਂ ਸਰਪੰਚ ਜਿਹੜਾ ਵੀ ਹੁੰਦਾ ਸੀ ABCD ਕਿਸੇ ਵੀ ਪਾਰਟੀ ਦਾ,
ਉੱਪਰ ਸਰਕਾਰ ਬਦਲਦਿਆਂ ਸਾਰੀ ਉਹਦੀਆਂ ਵਿਚਾਰੇ ਦੇ ਐਂ ਹੁੰਦਾ ਜਿਹੜਾ ਮਤਲਬ ਕਬੂਤਰ ਹੋਣੇ ਚੰਗਾ ਭਲਾ ਉੱਡਦਾ ਹੁੰਦਾ ਮੁੜ ਕੇ ਖੰਭ ਜੇ ਨਹੀਂ ਪੁੱਟਦਾ ਇਹਦੇ ਮੁੜ ਕੇ ਉੱਥੇ ਕੀ ਥੱਲੇ ਥੱਲੇ ਵਿਹੜੇ 'ਚ ਤੁਰਿਆ ਫਿਰੇ ਇੱਦਾਂ ਹੋ ਜਾਂਦੇ ਆਮ ਤੌਰ 'ਤੇ। ਹੁਣ ਜੇ ਤੇ ਉਹਨਾਂ ਨੇ ਇੱਦਾਂ ਹੌਸਲਾ ਅਫਜ਼ਾਈ ਕੀਤੀ ਆ, ਸਨਮਾਨ ਵੀ ਕੀਤਾ, ਰੈਕਗਨੀਸ਼ਨ ਦਿੱਤੀ, ਪਲੱਸ ਮੰਗਾਂ ਪ੍ਰਵਾਨ ਕੀਤੀਆਂ, ਤੇ ਇਹ ਗੱਲ ਕਹੀ ਵੀ ਤੁਸੀਂ ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ 'ਚ ਰਹੋ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਲੱਗਦਾ ਵੀ ਚੰਗੀ ਉਦਾਹਰਨ ਹੈ। ਇਹਦੇ ਨਾਲ ਕੀ ਹੋਊਗਾ ਕਿ ਵੀ ਕਿਉਂਕਿ ਕਾਰਨ ਇਹ ਹੁੰਦਾ ਵੀ ਕੁਛ ਬੰਦੇ ਦੇ ਵਾਕਿਆ ਹੁੰਦੇ ਮੇਰੇ ਅੱਗੇ ਵੀ ਇਹਦਾ ਕੰਮ ਦਾ ਵੀ ਹੁਣ ਪਾਰਟੀ ਆਪਣੀ ਤੇ ਸਰਪੰਚੀ ਤੇ ਹੁਣ ਸਾਡੀ ਆ ਨਾ। ਇੱਕ ਤੇ ਉਹ ਚੀਜ਼ ਹੁੰਦੀ, ਇੱਕ ਹੁੰਦਾ ਵੀ ਯਾਰ ਕੋਈ ਪਿੰਡ 'ਚ ਵਾਕਿਆ ਇੱਕ ਬੰਦਾ ਕੰਮ ਕਰਨ ਵਾਲਾ ਜਿਹੜਾ ਵਾਕਿਆ ਹੀ ਅੱਗੇ ਲਾ ਕੇ ਉਹਨੂੰ ਉਹ ਕੋਈ ਸਵਾਰ ਸਕਦਾ ਪਿੰਡ ਦਾ। ਹੁਣ ਜੋ ਇੱਕ ਪਾਰਟੀ ਨਾਲ ਆ ਉਧਰੋਂ ਸਰਕਾਰ ਬਦਲ ਗਈ ਤਾਂ ਮਤਲਬ ਵੀ ਥੋੜ੍ਹਾ ਤੁਸੀਂ ਉਹਨੂੰ ਵੀ ਕੰਮ ਕਰਨ ਹਟਾ ਦਿਓ ਕਿਉਂਕਿ ਉਹਦੀ ਤੇ ਜੇ ਟਰਮ ਹੈਗੀ ਆ। ਇਹ ਮੈਨੂੰ ਲੱਗਦਾ ਵੀ ਇੱਕ ਉਦਾਹਰਨ ਵਧੀਆ ਉਹਨਾਂ ਨੇ ਸਿਰਜੀ ਆ, ਸਗੋਂ ਬਾਕੀ ਥਾਵਾਂ 'ਤੇ ਵੀ ਸਿਰਜਣ ਦੀ ਲੋੜ ਆ। ਤੇ ਮੈਂ ਤੇ ਵੀ ਬੇਨਤੀ ਕਰਦਾ ਵੀ ਕੱਲ੍ਹ ਨੂੰ ਇਹ ਸਰਕਾਰ ਰਵੇ ਨਾ ਰਵੇ, ਇਹੋ ਜਿਹੀ ਪਿਰਤ ਜ਼ਰੂਰ ਪਈ ਰਵੇ ਜੀ। ਕਿਉਂਕਿ ਕਾਰਨ ਹੈ ਵੀ ਇੱਕ ਨਾ ਸਰਕਾਰ ਉੱਪਰ ਬਦਲਣ ਦੀ ਦੇਰ ਹੁੰਦੀ ਆ, ਨਾਲ ਹੀ ਫਿਰ ਥੱਲੇ ਰੌਲਾ ਹੁਣ ਤੇ ਗਈ ਕਾਹਦੀ ਸਰਪੰਚੀ, ਉਦੋਂ ਅੱਖਾਂ ਕੱਢਦੇ ਸੀ ਵੀ ਅੱਖੀਆਂ ਹੁਣ ਫਿਰ ਗਰਾਂਟ ਕਿੱਦਾਂ ਇਹਨਾਂ ਦੀ ਪ੍ਰਵਾਨ ਹੁੰਦੀ। ਆਮ ਹੀ ਮੈਂ ਇੱਕ ਸੰਧਾਲੀਆ ਸਾਹਿਬ ਹੋਰ ਕਹਿਣਾ ਕਿ ਉਸ ਪਿੰਡ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਹੋਣਗੇ, ਹਲਕੇ ਦਾ ਕੋਈ ਪ੍ਰਧਾਨ ਹੋਏਗਾ, ਮੈਂ ਕਹਿਣਾ ਕਿ ਧੰਨਵਾਦ ਉਹਨਾਂ ਦਾ। ਨਹੀਂ ਤਾਂ ਆਮ ਤੌਰ 'ਤੇ ਕੀ ਹੁੰਦਾ, ਇਹ ਫਿਰ ਨਾ ਸਰਪੰਚ ਹੁਣ ਦੂਜੀ ਪਾਰਟੀ ਦੇ ਪ੍ਰਬੰਧਕ ਲਵਾਉਣਾ ਹੀ ਹੁੰਦਾ ਨਾ ਆਮ ਹੀ। ਮੈਨੂੰ ਤੇ ਇਹ ਲੱਗਦਾ ਵੀ ਉਹਨਾਂ ਦੇ ਐਫਰਟ ਦੇ ਨਾਲ ਹੀ ਮੰਤਰੀ ਸਾਹਿਬ ਉੱਥੋਂ ਤੱਕ ਪਹੁੰਚ ਗਏ। ਨਹੀਂ ਤੇ ਇਹੀ ਹੁੰਦਾ ਨਾ ਵੀ ਮੰਨ ਲਓ ਵੀ ਹੁਣ ਮੈਂ ਚੰਗਾ ਕੰਮ ਕਰ ਰਿਹਾ, ਮੈਂ ਆ ਵੀ ਕਹਿ ਲਵਾਂ, ਤੁਸੀਂ ਤਾਂ ਕਹਿਣਾ ਨਹੀਂ ਐਵੇਂ ਬਾਠਰ ਦਾ ਬੰਦਾ ਉੱਥੇ ਜਾ ਕੇ ਕਿਸੇ ਦਾ ਕੰਨ ਪਰ ਉਹ ਯਾਰ ਉਹ ਕੋਈ ਬੰਦਾ ਹੈ ਨਾ ਉਹਦੇ ਨਾਲੋਂ ਚੰਗਾ ਵੀ ਮਤਲਬ ਤੁਸੀਂ ਜਾ ਕੇ ਕਿਹਾ ਹੋ ਵੀ ਨਹੀਂ ਯਾਰ ਬੰਦਾ ਠੀਕ ਹੈ, ਉਹਨੇ ਕੰਮ ਠੀਕ ਕੀਤਾ ਜੀ, ਆਪਾਂ ਉਹਨੂੰ ਰੈਕਗਨਾਈਜ਼ ਕਰਨਾ ਚਾਹੀਦਾ। ਚਲੋ ਵਧੀਆ ਉਦਾਹਰਨ ਸਿਰ ਜੀ। ਆਪਣੇ ਕਈ ਸੱਜਣ ਮਿੱਤਰ ਜਾਣੀ ਜਿਹੜੇ ਹੁੰਦੇ ਆ ਪੰਜਾਬ ਦੇ ਵਿੱਚ, ਗੁੱਸਾ ਨਾ ਕੋਈ ਕਰੇ ਕਿਉਂਕਿ ਹੋ ਸਕਦਾ ਆਪਾਂ ਕਿਸੇ ਨੂੰ ਮੱਦੇ-ਨਜ਼ਰ ਰੱਖ ਕੇ ਨਹੀਂ ਗੱਲ ਕਰ ਰਹੇ, ਬਹੁਤ ਬੜੇ ਹੁੱਬ ਕੇ ਬੜੀ ਖੁਸ਼ੀ ਨਾਲ ਕਿ ਪਤਾ ਨਹੀਂ ਕਿੱਡਾ ਕਸਮਾਨ ਨੂੰ ਟਾਕੀ ਲਾਤੀ, ਆਵੇਂ ਕਹਿੰਦੇ ਹੁੰਦੇ ਆਪਾਂ ਫਿਰ ਕਹਿ ਕੇ ਪ੍ਰਬੰਧਕ ਲਵਾਤਾ, ਜਾਣੀ ਆਪਾਂ ਕਹਿ ਕੇ ਸੜਕ ਬਣਾਤੀ, ਆਪਾਂ ਕਹਿ ਕੇ ਛੱਪੜ ਚੋਂ ਕਈ ਕਢਾਤੀ, ਆਪਾਂ ਕਹਿ ਕੇ ਸਕੂਲ ਦੇ ਕਮਰੇ ਪਵਾਤੇ, 2 ਅਧਿਆਪਕ ਹੋਰ ਲਿਆ ਤੇ ਨਾ, ਜਾਣੀ ਇਹੀ ਗੱਲ। ਉਹ ਫਿਰ ਪੰਚਾਇਤ ਤਾਂ ਦੂਜੀ ਸੀ, ਫਿਰ ਆਪਣੀ ਸਰਕਾਰ ਆ ਗਿਆ, ਆਪਾਂ ਫਿਰ ਪ੍ਰਬੰਧਕ ਲਵਾਤਾ। ਜਾਣੀ ਇੱਕ ਉਹਨਾਂ ਨੂੰ ਲੱਗਦਾ ਹੁੰਦਾ ਕਿ ਮਾਊਂਟ ਐਵਰੈਸਟ ਸਰ ਕਰ ਲਈ, ਮੈਂ ਉੱਪਰ ਜਾ ਕੇ ਖਰੇ ਝੰਡਾ ਕੱਢਿਆ ਆ। ਮੈਨੂੰ ਐਂ ਲੱਗਦਾ ਕਿ ਭਾਈ ਮੈਂ ਪੀੜ੍ਹੀਆਂ ਸੈੱਟ ਕਰ ਲਈਆਂ ਆਪਣੀਆਂ ਇਸ ਗੱਲ ਦੇ ਵਿੱਚ ਕਿ ਭਾਈ ਆਪਾਂ ਪ੍ਰਬੰਧਕ ਲਵਾਤਾ। ਤੇ ਲੀਡਰਾਂ ਨੂੰ ਕੀ ਹੈ, ਜੇ ਇੱਕ ਪਿੰਡ ਦੇ ਵਿੱਚ ਪ੍ਰਬੰਧਕ ਲਾਇਆ ਉਹਨਾਂ ਦੇ ਬੰਦੇ ਖੁਸ਼ ਹੁੰਦੇ ਆ, ਹਿੰਗ ਲੱਗੇ ਨਾ ਫਟਕੜੀ, ਸਿਆਸੀ ਲੀਡਰ ਰੰਗ ਚੋਖਾ ਹੋਵੇ। ਸਤਿ ਸ੍ਰੀ ਅਕਾਲ। ਨਹੀਂ ਪਰ ਚਲੋ ਬੇਨਤੀ ਇਹ ਹੈ ਵੀ ਉਹ ਜਿਹੜੇ ਵੀ ਬੰਦੇ ਇੱਦਾਂ ਦਾ ਕੰਮ ਕਰਦੇ ਆ ਉਹ ਜ਼ਰੂਰ ਸ਼ਾਮ ਨੂੰ ਚੈੱਕ ਕਰਿਆ ਕਰਨ ਵੀ ਜਿਹੜੇ ਵੀ ਮੋਟਰਸਾਈਕਲ ਤੇ ਹੁੰਦੇ ਆ ਅਚਾਨਕ ਉਹਦੀ ਟੈਂਕੀ ਭਰ ਗਈ ਹੋਵੇ ਹੈ ਨਾ, ਵੀ ਪੰਪ ਵਾਲੇ ਨੇ ਕਿਹਾ ਨਾ ਮਾਰਾ ਤੁਸੀਂ ਤਾਂ ਕਮਾਲ ਕਰਤੀ। ਉਦੋਂ ਬਾਅਦ ਘਰੇ ਆਏ ਹੋਣ ਤੇ ਘਰੋਂ ਨਾਲ ਦਿਆਂ ਜਾਂ ਨਿਆਣਿਆਂ ਨੇ ਕਿਹਾ ਵੀ ਆਹ ਲਓ ਜੀ ਚਿੱਠੀ ਆ ਗਈ ਬੈਂਕ ਦੀ, ਉਹ ਕਹਿੰਦੇ ਕਰਜ਼ਾ ਤੁਹਾਡਾ ਮਾਫ ਹੀ ਕਰਤਾ, ਇੰਨਾ ਸੋਹਣਾ ਕੰਮ ਤੁਸੀਂ ਕਰਤਾ, ਦੱਸੋ ਕਮਾਲ। ਉਧਰੋਂ ਕੋਈ ਡੰਗਰ ਵੱਛਾ ਢਿੱਲਾ ਮੱਠਾ ਤੇ ਉਹ ਡਾਕਟਰ ਆ ਕੇ ਵੀ ਇਹ ਤਾਂ ਕਾਇਮ ਆ ਮਾਰਿਆ, ਤੁਹਾਨੂੰ ਨਵੀਂ ਮੱਝ ਲਿਆ ਦੇਣੀ। ਮਤਲਬ ਮੈਂ ਕਹਿਣ ਤੋਂ ਇਹ ਭਾਵ ਕਰਦਾ ਵੀ ਉਹ ਕੋਈ ਬਹੁਤੇ ਵਧੀਆ ਇਸ ਕੰਮ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਸਲਾਹਿਆ ਹੋਵੇ ਵੀ ਲੈ ਵੀ ਤੂੰ ਭਲਾ ਕਰਤਾ ਜੀ ਤੇ ਆ ਬਾਕੀ ਸਾਰੀਆਂ ਤੇਰੀਆਂ ਹੁਣ ਮੁਸ਼ਕਲਾਂ ਅਸੀਂ ਹੱਲ ਕਰ ਦੇਣੀ। ਜੇ ਤੇ ਇਦਾਂ ਹੋ ਜਾਂਦਾ ਫੇਰ ਇਹ ਜੀ ਸਦਕੇ ਆਪਾਂ ਚੱਲਦੀ ਮਸ਼ੀਨ ਦੇ ਵਿੱਚ ਪਾਨਾ ਸੁੱਟਿਆ ਕਰੀਏ ਤੇ ਜੇ ਆਪਾਂ ਨੂੰ ਲੱਗਦਾ ਵੀ ਇਹਦੇ ਨਾਲ ਆਪਣਾ ਵੀ ਨਹੀਂ ਕੋਈ ਭਲਾ ਹੁੰਦਾ ਤੇ ਆਪਾਂ ਗਾਂ ਜਿਹਦਾ ਹੋ ਰਿਹਾ ਹੁੰਦਾ ਭਲਾ ਉਹ ਵੀ ਰੋਕ ਲੈਂਦੇ ਆ, ਫਿਰ ਥੋੜ੍ਹਾ ਸੋਚ ਲੈਣਾ ਚਾਹੀਦਾ। ਨਹੀਂ ਜ਼ਰੂਰੀ ਹੈ ਜੀ ਸੋਚਣਾ ਵਿਚਾਰਨਾ। ਬਾਕੀ ਸੰਧਾਲੀਆ ਸਾਹਿਬ, ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ। ਨਰਮਾ ਪੱਟੀ ਵਾਲੇ ਜਿਹੜੇ ਕਿਸਾਨ ਨੇ ਆਪਣੀ ਮਾਲਵਾ ਬੈਲਟ ਦੇ, ਪਿਛਲੇ ਸਮੇਂ 'ਚ ਆਪਾਂ ਨੂੰ ਪਤਾ ਬਹੁਤ ਸਾਰੇ ਲੋਕਾਂ ਨੇ ਨਰਮਾ ਵਾਇਆ, ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸੁੰਡੀ ਪੈ ਗਈ। ਕਿਸਾਨਾਂ ਨੇ ਲਗਾਤਾਰ ਡਿਮਾਂਡ ਕੀਤੀ ਸੀ ਕਿ ਭਾਈ ਸਾਨੂੰ ਘਟੀਆ ਬੀਜ ਵੇਚੇ ਗਏ ਆ। ਗੁਜਰਾਤ ਵੱਲੋਂ ਕੰਪਨੀਆਂ ਦੇ ਨੁਮਾਇੰਦੇ ਆਏ, ਕਹਿੰਦੇ ਜੀ ਉਹਨਾਂ ਨੇ ਵੇਚੇ ਆ। ਕਈਆਂ ਨੇ ਕਿਹਾ ਜੀ ਸਾਨੂੰ ਤਾਂ ਗਰੰਟੀ ਦਿੱਤੀ ਸੀ, ਇਹਨੂੰ ਕੁਛ ਨਹੀਂ। ਉਹ ਕਈਆਂ ਨੇ ਕਿਹਾ ਜੀ ਉਹ ਕਹਿੰਦੇ ਸੀ ਵੀ ਹੋ ਵੀ ਸਕਦਾ ਅਸੀਂ ਗਰੰਟੀ ਨਹੀਂ ਲੈਂਦੇ। ਹੁਣ ਲਗਾਤਾਰ ਮਾਲਵਾ ਖਿੱਤੇ ਦੇ ਵਿੱਚੋਂ ਡਿਮਾਂਡ ਉੱਠ ਰਹੀ ਆ ਕਿ ਭਾਈ ਇੱਕ ਤਾਂ ਵਿਜੀਲੈਂਸ ਜਾਂਚ ਕਰਾਓ, ਉਹ ਕੌਣ ਬੰਦੇ ਸੀ ਜਿਹੜੇ ਸਾਨੂੰ ਬੀਜ ਵੇਚ ਕੇ ਗਏ, ਕਈਆਂ ਕੋਲ ਬਿੱਲ ਹੈਗੇ ਆ, ਉਹਨਾਂ ਦੇ ਉੱਤੇ ਕਾਰਵਾਈ ਹੋਵੇ ਤੇ ਉਹ ਬਣਦੇ ਕਿੱਥੋਂ ਆ ਜਿਹੜੇ ਕਿ ਕਿਸੇ ਕੰਮ ਦੇ ਨਹੀਂ ਬੀਜ। ਤੇ ਦੂਸਰਾ ਉਹ ਕਹਿੰਦੇ ਜੀ ਸਾਡਾ ਨੁਕਸਾਨ ਹੋ ਗਿਆ, 4 ਪੈਸੇ ਸਾਨੂੰ ਦੇ ਦਿਓ, ਅਸੀਂ ਗਾਹਾਂ ਅਗਲੀਆਂ ਫਸਲਾਂ ਵੀ ਬੀਜਣੀਆਂ। ਮੁੱਖ ਮੰਤਰੀ ਸਾਹਿਬ ਇੱਕ ਜ਼ਿਲ੍ਹੇ 'ਚ ਗਏ ਸੀ, ਖੇਤੀਬਾੜੀ ਮੰਤਰੀ ਸਾਹਿਬ ਨੇ ਵੀ ਇੱਕੋ ਦਿਨ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਟੀਮਾਂ ਤੁਹਾਨੂੰ ਯਾਦ ਹੋਣਾ ਬਣਾ ਕੇ ਉਹਨਾਂ ਨੇ ਕਿਹਾ ਸੀ 900 ਦੇ ਕਰੀਬ ਥਾਵਾਂ ਦੇ ਉੱਤੇ ਅਸੀਂ ਇੱਕੋ ਦਿਨ ਪੁਣਛਾਣ ਕੀਤੀ ਹੈ। ਉਹ ਕਹਿੰਦੇ ਜੀ ਕਈ ਵੀ ਚਰਚਾ ਚੱਲਦੀ ਹੈ ਕਿ ਉਹਨਾਂ ਨੇ 1 ਤਰੀਕ ਹੋਰ ਦਿੱਤੀ ਸੀ ਕਿ ਮੈਂ ਦੁਬਾਰਾ ਆਊਂਗਾ, ਸ਼ਾਇਦ ਗਏ ਕਿ ਨਹੀਂ ਗਏ ਸਾਨੂੰ ਨਹੀਂ ਪਤਾ, ਪਰ ਮੰਗ ਉੱਠ ਰਹੀ ਹੈ ਕਿ ਭਾਈ ਧੱਕਾ ਹੋਇਆ, ਧੋਖਾ ਹੋਇਆ। ਕਿਉਂਕਿ ਸੰਧਾਲੀਆ ਸਾਹਿਬ ਜੇ ਐਤਕੀ ਕਾਰਵਾਈ ਨਾ ਹੋਈ, ਅਗਲੇ ਨੂੰ ਤਾਂ ਫੇਰ ਮੂੰਹ ਪੈ ਜਾਣਾ ਕਿ ਭਾਈ ਪਿਛਲੇ ਸਾਡੀ ਕਿਹੜਾ ਕਿਸੇ ਨੇ ਲੱਤ ਭੰਨ ਲਈ ਸੀ, ਪਿਛਲੇ ਵਾਰੀ ਕਿਹੜਾ ਸਾਨੂੰ ਕਿਸੇ ਨੇ ਮੰਜੇ ਨਾਲ ਬੰਨ੍ਹ ਦਿੱਤਾ ਸੀ, ਸਾਨੂੰ ਕਿਹੜਾ ਪਿਛਲੇ ਵਾਰੀ ਕਿਸੇ ਨੇ ਕੁਛ ਕਰਤਾ ਸੀ। ਨਹੀਂ ਦੇਖੋ ਗੱਲ ਤੇ ਇਹ ਆ ਕਿ ਵੀ ਇਹ ਪਹਿਲਾਂ ਵੀ ਕੰਮ ਚੱਲਦਾ ਹੈ। ਹੁਣ ਜਾਂ ਤਾਂ ਇਹ ਹੋਵੇ ਨਾ ਕਿ ਵੀ ਅੱਗੇ ਕਦੀ ਬੀਜ ਘਟਾਲਾ ਹੋਇਆ ਹੀ ਨਹੀਂ, ਅੱਗੇ ਜਿੰਨੇ ਬੀਜ ਆਉਂਦੇ ਸੀ ਬੜੇ ਵਧੀਆ ਆਉਂਦੇ ਸੀ, ਹੈ ਨਾ। ਹੁਣ ਇਹ ਗੱਲ ਇਹ ਆ ਵੀ ਜਿਹਨੂੰ ਆਦਤ ਪੈ ਗਈ ਨਾ ਇੱਕ ਤਰ੍ਹਾਂ, ਆਪਾਂ ਕਈ ਵਾਰ ਉਦਾਹਰਨ ਦਿੰਦੇ ਹੁੰਦੇ ਵੀ ਜਦੋਂ
ਕੱਟੇ ਨੂੰ ਆਦਤ ਪੈ ਜਾਏ ਨਾ ਰੱਸਾ ਚੱਬਣ ਦੀ, ਜੀ ਉਹ ਜਾਂਦੀ ਨਹੀਂ ਛੇਤੀ ਕੀਤੇ। ਸੋ ਇਹਦਾ ਜੇ ਹੱਲ ਇਹ ਕਰ ਲੈਣ ਤੇ ਚੰਗੀ ਗੱਲ ਹੈ, ਕਿਉਂਕਿ ਕਾਰਨ ਆ ਨਾ, ਦੇਖੋ ਜਿਹੜਾ ਕਿ ਕਿਸਾਨ ਆ ਉਹਨੂੰ ਤਾਂ ਇਹ ਹੁੰਦਾ ਵੀ ਯਾਰ ਮੈਂ 150 ਮਹਿੰਗਾ ਬੀਜ ਬੀਜਦਾ, ਕਿਉਂਕਿ ਉਹ ਜਾਣੇ 3-4 ਮਹੀਨੇ ਲੱਗਣੇ ਆ, 3-4 ਮਹੀਨਿਆਂ ਬਾਅਦ ਜਾ ਕੇ ਉਹਦੇ ਵਿੱਚੋਂ ਕੁਛ ਨਾ ਕੁਛ ਮੈਨੂੰ ਆਉਣ ਮਿਲਣਾ, ਤੇ ਜੇ ਅੱਜ ਮੈਂ ਕੋਈ ਮਾੜਾ ਬੀਜ ਪਾ ਲਿਆ, ਕੱਲ ਨੂੰ ਕਿਤੇ ਫਲ ਨਾ ਲੱਗਾ ਤੇ ਮੇਰੀ ਮਿਹਨਤ ਬੇਕਾਰ ਹੋ ਜਾਣੀ। ਹੁਣ ਤੁਸੀਂ ਉਹ ਦੇਖੋ ਵੀ ਉਹ ਵਿਚਾਰਾ ਤੇ ਇਮਾਨਦਾਰੀ ਦੇ ਨਾਲ ਆਪਣੇ ਵੱਲੋਂ ਮਿਹਨਤ ਕਰ ਸਕਦਾ, ਪਰ ਜੇ ਉਹਦੇ ਤੋਂ ਪਹਿਲਾਂ ਜਿਹੜਾ ਉਹਨੇ ਬੀਜ ਬੀਜਣਾ ਉਹਦੇ 'ਚ ਹੀ ਬੇਈਮਾਨੀ ਆ ਤੇ ਉਹਦੀ ਮਿਹਨਤ ਵੀ ਵਿਅਰਥ ਹੋ ਜਾਂਦੀ। ਨਹੀਂ 100% ਜੀ, ਉਹ ਤਾਂ ਉਹਨੂੰ ਪਤਾ ਵੀ ਉਦੋਂ ਲੱਗਣਾ ਜਦੋਂ ਉਹਨੇ ਪੈਸੇ ਵੀ ਲਾ ਲੈਣੇ, ਉਹਨੇ ਸਮਾਂ ਵੀ ਲਾ ਲੈਣਾ, ਉਹਦਾ ਸਭ ਕੁਝ ਹੀ ਜਾਂਦਾ ਲੱਗਣਾ। ਤੇ ਸਭ ਤੋਂ ਜ਼ਿਆਦਾ ਸਮੱਸਿਆ ਦੇ ਵਿੱਚ ਜਿਹਨਾਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਉਹ ਸਭ ਤੋਂ ਜ਼ਿਆਦਾ ਉਹਨਾਂ ਦਾ ਠੇਕਾ ਵੀ ਦੇਣਾ। ਨਹੀਂ ਬਿਲਕੁਲ। ਸੋ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜ਼ਰੂਰ ਇਹਦਾ ਇੱਕ ਤੇ ਜਾਂਚ ਪੜਤਾਲ ਕਰਾ ਲਈ ਜਾਵੇ, ਇੱਕ ਮਤਲਬ ਜਿਹੜਾ ਸਹਿਆ ਤੇ ਸਹਿਆ ਮਾਰ ਲਿਆ ਜਾਵੇ ਤੇ ਪਿਆ ਬੰਦ ਕਰ ਲਿਆ ਜਾਵੇ, ਤੇ ਉਦੋਂ ਬਾਅਦ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਮਿਲ ਜਾਵੇ, ਜਿਹੜੇ ਉਹਨਾਂ ਨੂੰ ਲੱਗੇ ਵੀ ਸਾਡੀ ਬਾਂਹ ਫੜੀ ਆ। ਇੱਕ ਆਪਾਂ ਅੱਗੇ ਉਦੋਂ ਬਹੁਤ ਚਿਰ ਦੀ ਮੇਰੀ ਗੱਲ ਦਿਮਾਗ 'ਚ ਆਉਂਦੀ ਸੀ, ਜਦੋਂ ਆਪਾਂ ਗੱਲ ਨਹੀਂ ਕਰਦੇ ਸੀ ਵੀ ਪੰਜਾਬ ਦੀਆਂ ਜਾਂਚ ਏਜੰਸੀਆਂ ਕੈਪੇਬਲ ਨੇ। ਵੈਸੇ ਲੱਗਦਾ ਤਾਂ ਹੈ ਵੀ ਕੈਪੇਬਲ ਹੈਗੀਆਂ ਨੇ, ਕਿਉਂਕਿ ਹੁਣ ਜਿੱਦਾਂ ਉਹ ਚੰਡੀਗੜ੍ਹ ਮੁੰਡਾ ਜਿਹੜਾ ਕਹਿੰਦੇ ਚੁੱਕਿਆ ਸੀਗਾ ਜੀ 48 ਘੰਟਿਆਂ 'ਚ ਅਗਲਿਆਂ ਨੇ ਹੁਣ ਕਾਬੂ ਕਰ ਲਿਆ, ਇਹਦਾ ਮਤਲਬ ਹੁਣ ਜਾਂਚ ਪੜਤਾਲ ਕਰਨ ਵਾਲੇ ਫਿਰ ਲੱਭ ਤੇ ਲੈਂਦੇ ਆ। ਪਿੱਛੇ ਜੇ ਇੱਕ MLA ਸਾਹਿਬ ਪਠਾਨ ਮਾਜਰਾ ਸਾਹਿਬ, ਉਹ ਕਹਿੰਦੇ ਸੀ ਫੇਸਬੁੱਕ ਦਾ ਬੇੜਾ ਬਹਿ ਗਿਆ। ਉਹਨਾਂ ਨੇ ਇਹ ਸ਼ਬਦ ਵਰਤਿਆ ਸੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆ ਪੰਗਾ ਸਾਰਾ ਫੇਸਬੁੱਕ ਕਰਕੇ ਪਿਆ। ਦੇਖੋ ਰੌਲਾ ਇਹ ਆ ਕਿ ਆਪਾਂ ਵਿਆਹ ਸ਼ਾਦੀ ਤੇ ਜਾਂਦੇ ਆ, ਕਿਸੇ ਸਮਾਗਮ, ਆਪਾਂ ਸ਼ਹਿਰ ਜਾਂਦੇ ਆ, ਉੱਥੇ ਦੁੱਧ ਵੇਚਣ ਵਾਲਿਆਂ ਦੀ ਵੀ ਦੁਕਾਨ ਆ, ਉੱਥੇ ਸ਼ਰਾਬ ਵੇਚਣ ਵਾਲਿਆਂ ਦੀ ਦੁਕਾਨ ਆ, ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਤਾਂ ਭੰਗ ਵੀ ਹੁਣ ਲੀਗਲ ਆ, ਭੰਗ ਵੇਚਣ ਵਾਲਿਆਂ ਦੀ ਵੀ ਦੁਕਾਨ ਆ। ਇਹ ਤਾਂ ਤੁਹਾਡੇ ਤੇ ਨਿਰਭਰ ਕਰਦਾ ਕਿ ਤੁਸੀਂ ਕਿਹੜੀ ਦੁਕਾਨ ਤੇ ਜਾਣਾ। ਜਾਣੀ ਕੋਈ ਬੰਦਾ ਤੁਹਾਡੇ ਗਲ 'ਚ ਰੱਸਾ ਪਾ ਕੇ ਤੁਹਾਨੂੰ ਖਿੱਚ ਕੇ ਨਹੀਂ ਕਿਤੇ ਲੈ ਜਾਂਦਾ। ਐਤਕੀ ਵੀ ਆ ਜਿਹੜਾ ਤੁਸੀਂ ਜਾਂਚ ਏਜੰਸੀਆਂ ਦਾ ਦੇਖੋ, ਬਹੁਤ ਚੰਗਾ ਹੋਇਆ ਕਿ 48 ਘੰਟਿਆਂ ਦੇ ਵਿੱਚ ਨੌਜਵਾਨ ਬਰਾਮਦ ਹੋ ਗਿਆ। ਚੰਡੀਗੜ੍ਹ ਦੇ ਨੇੜੇ ਹੀ ਚੰਡੀਗੜ੍ਹ ਯੂਨੀਵਰਸਿਟੀ ਆ, ਉੱਥੇ ਵਿਦਿਆਰਥੀ ਪੜ੍ਹ ਰਹੀ ਜਾਂਦਾ। ਉਹ ਅਚਾਨਕ ਹੋਇਆ ਕਿ ਜਾਣੀ ਕਹਾਣੀ ਤੁਰਦੀ ਕਿੱਥੋਂ ਹੈ, ਇੱਕ ਤਾਂ ਪਤਾ ਨਹੀਂ ਲਾਲਚ ਹੋ ਗਿਆ ਸ਼ੁਰੂ ਜਾਂ ਕੀ ਚੱਕਰ ਹੋ ਗਿਆ। ਉਹ ਨੌਜਵਾਨ ਫੇਸਬੁੱਕ ਦੇ ਉੱਤੇ ਕਿਸੇ ਕੁੜੀ ਨਾਲ ਉਹਦੀ ਦੋਸਤੀ ਹੋ ਗਈ, ਉਹਨੇ ਫੇਸਬੁੱਕ ਤੇ ਪਤਾ ਨਹੀਂ ਫੋਟੋ ਦਿਖਾਈ, ਜੋ ਵੀ ABCD ਹੈ ਨਾ, ਉਹਨੂੰ ਮਿਲਣ ਲਈ ਸੱਦਿਆ, ਤੁਰ ਪਿਆ, ਤਿਆਰ ਤੇ ਰੁਕ ਗਿਆ ਹੋਣਾ ਸੈਂਟ ਪਾ ਕੇ, ਪਰਫਿਊਮ ਪਾ ਕੇ, ਤੇ ਉੱਥੇ ਜਾ ਕੇ ਜਿੱਥੇ ਉਹ ਕੁੜੀ ਨੇ ਉਹਨੂੰ ਮਿਲਣ ਲਈ ਕਿਹਾ ਹੋਊਗਾ, ਤੇ ਕਹਿੰਦੇ ਆ ਕਿ ਮਾੜਾ ਜਿਹਾ ਕੁਝ ਸੰਘਾਤਾ, ਬੇਹੋਸ਼ ਹੋ ਗਿਆ। ਮੁੜ ਕੇ ਖਰੜ ਰੱਖਿਆ 2 ਦਿਨ ਇੱਕ ਕਮਰੇ ਦੇ ਵਿੱਚ ਕੁਰਸੀ ਨਾਲ ਬੰਨ੍ਹ ਕੇ, ਤੇ ਜਦੋਂ ਮਾੜੀ ਮੋਟੀ ਹੋਸ਼ ਆਉਂਦੀ ਸੀ ਜਾਂ ਤਾਂ ਟੀਕਾ ਲਾ ਦਿੰਦੇ ਸੀ ਬੇਹੋਸ਼ੀ ਦਾ, ਜਾਂ ਉਹਨੂੰ ਪਾਣੀ 'ਚ ਘੋਲ ਕੇ ਕੁਛ ਪਿਲਾ ਦਿੰਦੇ ਸੀ। ਤੇ ਉਹਦੇ ਘਰਦਿਆਂ ਨੂੰ ਉਹਦੇ ਟੈਲੀਫੋਨ ਤੋਂ ਘਰਦਿਆਂ ਨੂੰ ਟੈਲੀਫੋਨ ਕਰਦੇ ਸੀ ਕਿ 50 ਲੱਖ ਰੁਪਈਆ ਚਾਹੀਦਾ ਜੇ ਤੁਹਾਨੂੰ ਮੁੰਡਾ ਚਾਹੀਦਾ ਤਾਂ। ਉਹ ਕਦੇ ਕਹਿਣ ਜੀ ਮੈਂ ਤਾਂ ਸਧਾਰਨ ਜਿਹਾ ਬੰਦਾ, ਉਹਦਾ ਡੈਡੀ ਕਹਿੰਦਾ ਜੀ ਨੌਕਰੀ ਪੇਸ਼ੇ ਵਾਲਾ, 5 ਲੱਖ ਲੈ ਲਓ, 8 ਲੱਖ ਲੈ ਲਓ, ਮੁੰਡਾ ਮੋੜ ਦਿਓ। 50 ਲੱਖ ਰੁਪਈਆ ਆਮ ਬੰਦੇ ਕੋਲ ਤਾਂ ਨਹੀਂ ਸੰਧਾਲੀਆ ਸਾਹਿਬ ਹੁੰਦਾ, ਤੁਹਾਨੂੰ ਗੱਲ ਨਾਰਮਲ ਲੱਗ ਸਕਦੀ ਆ। ਨਹੀਂ ਮੈਂ ਤਾਂ ਕਹਿੰਦਾ ਮੇਰੇ ਕੋਲ ਹੈਗਾ 50 ਦਾ ਨੋਟ ਨਵਾਂ ਨਿਕ। ਹੁਣ ਉਹਦੇ ਵਿੱਚੋਂ ਦੇਖੋ ਕਹਾਣੀ ਕੀ ਨਿਕਲਦੀ ਆ, ਜਿਹੜੀ ਸਭ ਤੋਂ ਵੱਧ ਸਾਡੇ ਲਈ ਚਿੰਤਤ ਕਰਨ ਵਾਲੀ ਗੱਲ ਹੈ। ਚਲੋ ਉਹਦੇ ਮੁੰਡੇ ਦੇ ਡੈਡੀ ਨੇ ਪੁਲਿਸ ਨੂੰ ਦੱਸਿਆ, ਪੁਲਿਸ ਨੇ ਸਾਰਾ ਕੁਝ ਕਰਕੇ ਚਲੋ ਜੀ ਬਰਾਮਦ ਕਰ ਲਿਆ, ਬੰਦੇ 3 ਗ੍ਰਿਫਤਾਰ ਕਰ ਲਿਆ। ਇੱਕ ਕੁੜੀ ਤੇ 2 ਮੁੰਡੇ। ਇੱਕ ਮੁੰਡਾ MBBS ਕਰਦਾ ਉਹਨਾਂ ਚੋਂ, ਇੱਕ ਫਾਰਮਾਸਿਸਟ ਦੀ ਪੜ੍ਹਾਈ ਕਰ ਚੁੱਕਿਆ, ਫਾਰਮਾਸਿਸਟ ਰਹਿ ਚੁੱਕਿਆ, ਤੇ ਕੁੜੀ ਤਿੰਨੋਂ ਹਰਿਆਣੇ ਦੇ ਆ। ਹੁਣ ਤੁਸੀਂ ਦੇਖੋ ਕਿ MBBS ਕਰਨ ਵਾਲੇ ਨੂੰ ਵੀ ਪਤਾ ਸੀ ਕਿ ਬੇਹੋਸ਼ੀ ਦੀ ਦਵਾਈ ਕਿਹੜੀ ਦੇਣੀ ਹੈ, ਕਿੰਨੀ ਦੇਣੀ ਹੈ, ਇੰਜੈਕਸ਼ਨ ਕਿੰਨਾ ਦੇਣਾ। ਫਾਰਮਾਸਿਸਟ ਨੂੰ ਵੀ ਪਤਾ ਸੀ ਕਿ ਕਿਹੜੀ ਦਵਾਈ ਕਿੰਨੀ ਕੁ ਦੇਰ ਅਸਰ ਕਰਦੀ ਹੈ। ਹੁਣ ਆਹ ਜਿਹੜਾ ਈਜ਼ੀ ਮਨੀ ਵਾਲਾ ਕੰਮ ਆ ਗਿਆ ਕਿ ਭਾਈ ਇੱਕ ਅੱਧਾ ਬੰਦਾ ਚੱਕੋ, ਹਨੀ ਟਰੈਪ ਦੇ ਵਿੱਚ ਫਸਾਓ, ਤਾਂ ਮੁੜ ਕੇ ਪੈਸੇ ਟਕੇ ਜੇ 50 ਲੱਖ ਦੇਣ ਦੇ 20 ਵੀ ਦੇਣ ਦਾ, ਉਹਨਾਂ ਨੂੰ ਤਾਂ 6-6 7-7 ਆ ਗਿਆ ਸੀ ਨਾ। ਕੰਮ ਕਰਨ ਦੀ ਲੋੜ ਕੀ ਆ? ਉਹ ਪੜ੍ਹੇ ਲਿਖੇ ਬਹੁਤ ਸਾਰੇ 10-10 ਹਜ਼ਾਰ ਦੇ ਉੱਤੇ ਕੰਮ ਕਰਦੇ ਆ। ਦੂਸਰੀ ਗੱਲ ਸੰਧਾਲੀਆ ਸਾਹਿਬ, ਸੋਸ਼ਲ ਮੀਡੀਆ ਜਿਹੜਾ ਸੰਸਾਰ ਹੈ, ਅਗਲੇ ਨੇ ਫੋਟੋ ਕਿਹੜੀ ਲਾਈ ਹੈ, ਅਗਲਾ ਤੁਹਾਨੂੰ ਲਿਖ ਕੇ ਕੀ ਭੇਜਦਾ ਹੈ, ਬਹੁਤ ਜ਼ਿਆਦਾ ਬਚ ਕੇ ਰਹੋ। ਸੋਸ਼ਲ ਮੀਡੀਆ ਹਵਾ 'ਚ ਹੈ, ਤੁਹਾਡੇ ਫੋਨ ਤੋਂ, ਤੁਹਾਡੇ ਲੈਪਟਾਪ ਤੋਂ ਤੁਸੀਂ ਕੁਛ ਟਾਈਪ ਕੀਤਾ, ਹਵਾ 'ਚ ਕਿਤੇ ਹੋਰ ਚਲੇ ਗਿਆ, ਤੇ ਇੰਨਾ ਖਿਆਲ ਰੱਖੀ ਕਿ ਆਪਾਂ ਜ਼ਮੀਨ ਤੇ ਰਹਿੰਦੇ ਆ। ਨਹੀਂ ਗੱਲ ਹੈਗੀ। ਦੇਖੋ ਕਾਰਨ ਹੈ ਹਨੀ ਟਰੈਪ ਸ਼ਬਦ ਵੀ ਮੇਰੇ ਖਿਆਲ ਨਾਲ ਜਦੋਂ ਕਦਾ ਸੋਸ਼ਲ ਮੀਡੀਆ ਦਾ ਦੌਰ ਆਇਆ ਉਦੋਂ ਦਾ ਸਾਹਮਣੇ ਆਇਆ। ਇਹ ਤਾਂ ਚਲੋ ਇੱਕ ਛੋਟੀ ਘਟਨਾ ਵੀ ਇੱਕ ਸਟੂਡੈਂਟ ਸੀਗਾ, ਉਹਨੂੰ ਲੋਕਲ ਜਿਹੜੇ ਠੱਗ ਸੀਗੇ ਉਹਨਾਂ ਨੇ ਇਸ ਹਿਸਾਬ ਨਾਲ ਠੱਗ ਲਿਆ। ਆਪਾਂ ਹਨੀ ਟਰੈਪ ਤਾਂ ਇਸ ਤੋਂ ਪਹਿਲਾਂ ਦੇਖੋ ਵੀ ਫੌਜਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਰੈਂਕਾਂ ਦੇ ਉੱਪਰ ਬੰਦੇ ਨੇ ਉਹਨਾਂ ਦੇ ਬਾਰੇ ਵੀ ਸੁਣਦੇ ਰਹੇ ਹਾਂ ਵੀ ਹਨੀ ਟਰੈਪ 'ਚ ਉਹਨਾਂ ਨੂੰ ਫਸਾ ਕੇ ਉਹਨਾਂ ਕੋਲੋਂ ਵੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਲਈਆਂ ਜਾਂਦੀਆਂ ਰਹੀਆਂ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਸੋਸ਼ਲ ਮੀਡੀਆ ਦੇ ਉੱਪਰ ਜੇ ਅਚਾਨਕ ਤੁਹਾਨੂੰ ਲੱਗਦਾ ਵੀ ਆਹ ਭਾਈ ਸਾਹਿਬ, ਜੇ ਕੋਈ ਬੀਬੀ ਆ ਤੇ ਕੋਈ ਭਾਈ ਸਾਹਿਬ ਵੀ ਬਹੁਤ ਇੰਟਰਸਟ ਲੈ ਰਹੇ ਨੇ, ਜਾਂ ਜੇ ਕੋਈ ਭਾਈ ਸਾਹਿਬ ਨੇ ਉਹਨਾਂ 'ਚ ਬੀਬੀ ਬਹੁਤ ਜ਼ਿਆਦਾ ਇੰਟਰਸਟ ਲੈ ਰਹੀ ਆ, ਤੇ ਥੋੜ੍ਹਾ ਜਿਹਾ ਸੋਚ ਲਓ ਵੀ ਵੀਰ ਨਾ ਤੇ ਤੂੰ ਰਾਂਝਾ ਤੇ ਨਾ ਬੀਬੀ ਤੂੰ ਹੀ ਰਿਹਾ, ਵੀ ਐਡਾ ਕੀ ਮਤਲਬ ਅਚਾਨਕ ਹੋ ਗਿਆ ਵੀ ਇਹ ਵਾਰ ਵਾਰ ਲੱਗਦਾ ਬਸ ਤੂੰ ਹੀ ਤੂੰ ਹੈ। ਉਹ ਤੋਂ ਥੋੜ੍ਹਾ ਜਿਹਾ ਬਾਜੋ।
ਨਹੀਂ ਤੇ ਫਿਰ ਅਗਲੇ ਇਦਾਂ ਬੰਨ ਲੈਂਦੇ ਆ। ਮੈਂ ਨਾ ਤਗੜੇ ਫਿਰ ਵੀ ਪੁਲਿਸ ਵਾਲੇ ਜਿਹਨਾਂ ਨੇ ਲੱਭ ਲਿਆ ਕਿਉਂਕਿ ਜੇ ਇੱਕ ਵਾਰ ਮੰਨ ਲਓ ਵੀ ਇਹ ਕੰਮ ਸ਼ੁਰੂ ਹੋ ਜਾਂਦਾ ਤੇ ਉਹਨਾਂ ਨੂੰ ਤੇ ਮੂੰਹ ਪੈ ਜਾਣਾ ਕੀ ਪਤਾ ਅੱਗੇ ਪਿਆ ਹੋਵੇ। ਇਹ ਤਾਂ ਹੁਣ ਚਲੋ ਲੱਭਿਆ ਜਾਊਗਾ ਆਉਣ ਵਾਲੇ ਟਾਈਮ ਦੇ ਵਿੱਚ। ਪਰ ਗੱਲ ਇਹ ਆ ਵੀ ਇਹ ਉਹ ਢੰਗ ਤਰੀਕੇ ਹੋ ਗਏ ਜਿਨ੍ਹਾਂ ਦੇ ਨਾਲ ਅਗਲਾ ਬੰਦਾ ਹੁਣ ਦੇਖੋ ਇੱਕ ਚੀਜ਼ ਆ, ਉਹ ਜਿਹੜੀ ਬੀਬੀ ਹੈ ਜਿਹਨੇ ਇਹ ਕੰਮ ਕੀਤਾ, ਆਪਾਂ ਅੱਜ ਦੀ ਡੇਟ 'ਚ ਲੱਖ ਆਖੀਏ ਨਾ ਜ਼ਮਾਨਾ ਨਵਾਂ ਆ ਗਿਆ ਬਾਪੂ, ਹੁਣ ਤੋਂ ਪੁਰਾਣੀਆਂ ਗੱਲਾਂ ਨਾ ਕਰਕੇ ਬੇਬੇ ਲੈ ਤੈਨੂੰ ਕੀ ਪਤਾ ਹੁਣ ਨਵੀਂ ਮਾਡਰਨ ਦੁਨੀਆ ਆ ਗਈ। ਇਸ ਤੋਂ ਪਹਿਲਾਂ ਜਦੋਂ ਆਪਾਂ ਗੱਲ ਸੋਚਦੇ ਸੀ ਵੀ ਆਮ ਸਧਾਰਨ ਬੰਦਾ ਕੋਈ ਇਦਾਂ ਸੋਚਦਾ ਵੀ ਬੀਬੀ ਕੋ ਅੱਗੇ ਵੀ ਮੈਂ ਇਦਾਂ ਆਪਣੇ ਆਪ ਨੂੰ ਪੇਸ਼ ਕਰਦੀ ਹਾਂ, ਆਪਾਂ ਪੈਸੇ ਕਮਾਉਂਦੇ ਹਾਂ, ਨਹੀਂ ਸਵਾਲ ਹੀ ਨਹੀਂ। ਉਹ ਵੀ ਤੇ ਇੱਕ ਨਿਗਾਰ ਹੈਗਾ ਨਾ, ਗਰਕਣ ਆ ਜੀ ਜਣੀ ਹੁੰਦਾ ਨਾ ਵੀ ਐਨ ਗਰਕੀ ਜਾਂਦਾ ਥੱਲੇ ਪਾਸੇ ਨੂੰ ਕੰਮ। ਮੈਂ ਤਾਂ ਕਹਿੰਦਾ ਖੱਟਰ ਸਾਹਿਬ, ਮਨੂਰ ਲਾਲ ਖੱਟਰ ਜੀ ਮੁੱਖ ਮੰਤਰੀ ਸਾਹਿਬ, ਦੁਸ਼ਯੰਤ ਚੌਟਾਲਾ ਸਾਹਿਬ, ਤੁਸੀਂ ਹਰਿਆਣੇ ਦੇ ਸਿਰਮੌਰ ਹੋ ਇਸ ਵੇਲੇ, ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਚੁਣਿਆ। ਆ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਕਿੰਨੇ ਬੰਦੇ ਹਰਿਆਣੇ ਦੇ ਨਿਕਲੇ। ਅਸੀਂ ਨਹੀਂ ਕਹਿੰਦੇ ਤੁਸੀਂ ਮਾੜੇ ਹੋ, ਤੁਸੀਂ ਸਾਡੇ ਨਾਲ ਬਹੁਤ ਚੰਗੇ ਹੋ, ਤੁਹਾਡੇ ਪਲੇਅਰ ਬੜੇ ਵਧੀਆ, ਤੁਹਾਡੀ ਫਸਲਬਾੜੀ ਵੀ ਸਾਡੇ ਨਾਲ ਕੋਈ ਚੰਗੀ ਚੱਕੀ ਜਾਂਦੀ ਹੈ, ਚੰਗੇ ਹੋ ਤੁਸੀਂ। ਪਰ ਆਹ ਜਿਹੜਾ ਕੰਮ ਸ਼ੁਰੂ ਹੋ ਗਿਆ ਨਾ, ਅਜੇ ਲੱਗਦਾ ਹੋਊਗਾ ਕਿ ਕੋਈ ਆ ਵਿਰਲਾ ਟਾਮਾ, ਇਹਨੂੰ ਨੱਥ ਪਾ ਲਓ। ਨਹੀਂ ਤਾਂ ਪੰਜਾਬ ਨੇ ਬਹੁਤ ਕੁਝ ਸਹਿਣ ਕੀਤਾ, ਬਿਹਾਰ ਨੇ, ਯੂਪੀ ਨੇ ਬਹੁਤ ਕੁਝ ਸਹਿਣ ਕੀਤਾ। ਜ਼ਰੂਰੀ ਥੋੜੀ ਆ ਆਪਾਂ ਉਸੇ ਪੁਲ ਦੇ ਹੇਠੋਂ ਦੀ ਲੰਘਣਾ, ਆਪਾਂ ਪੁਲ ਦੇ ਉੱਪਰ ਦੀ ਵੀ ਲੰਘ ਸਕਦੇ ਹਾਂ। ਜਿਹੜੀ ਤੁਸੀਂ ਥੋੜੀ ਜਿਹੀ ਠੱਲ ਪਾਓ, ਖਾਸ ਤੌਰ ਤੇ MBBS ਦੀ ਪੜ੍ਹਾਈ ਤਾਂ ਸਿਖਰ ਦੀ ਹੁੰਦੀ ਹੈ, ਉਹਦੇ ਵਿੱਚ ਕੰਮ ਕਰਦੇ ਬੰਦੇ ਨੂੰ ਵੀ ਜੇ ਇਦਾਂ ਦਾ ਮਾਈਂਡ ਦੇ ਵਿੱਚ ਉਹਦੇ ਕਿਤੇ ਆਉਂਦਾ ਤਾਂ ਬੜੀ ਸੋਚਣ ਵਿਚਾਰਨ ਦੀ ਲੋੜ ਹੈ। ਫਿਰ ਨਹੀਂ ਦੇਖੋ ਇਹ ਨਹੀਂ ਹੈ ਵੀ ਉਹ ਬੇਰੁਜ਼ਗਾਰ ਹੈ, ਉਹ ਜੇ MBBS ਪੜ੍ਹਾਈ ਦੀ ਗੱਲਬਾਤ ਹੈ ਤੇ ਉਹ ਕਲੀਅਰ ਕੱਟ ਹੈ ਵੀ ਉਹਦਾ ਕਰੀਅਰ ਬੜਾ, ਫਿਊਚਰ ਬੜਾ ਬਰਾਈਟ ਆ। ਪਰ ਉਹਦੇ ਬਾਵਜੂਦ ਜਿਹਨੂੰ ਲੱਗਦਾ ਵੀ ਯਾਰ ਛੱਡ ਖੜਾ ਕਿਹੜਾ ਉੱਥੇ ਮਤਲਬ ਮਰੀਜ਼ਾਂ ਨਾਲ ਮੱਥਾ ਮਾਰਦਾ ਰਹੂਗਾ, ਸੌਖਾ ਕੰਮ ਕਰ ਲੈਂਦੇ ਤੇ ਮਤਲਬ ਥੋੜੇ ਜਿਹੇ ਹਾਲਾਤ ਜਿਹੜੇ ਆ ਉਹ ਧਿਆਨ ਨਾਲ ਵਾਚਣ ਵਾਲੇ। ਜਲੰਧਰ ਕੈਂਟ ਪ੍ਰਗਟ ਸਿੰਘ ਕਾਂਗਰਸ ਪਾਰਟੀ ਦੇ MLA, ਉਹ ਕਹਿੰਦੇ ਜੀ ਦੇਖੋ ਗੱਲ ਇੱਦਾਂ ਕਿ ਫੈਕਟ ਸਾਹਮਣੇ ਆਉਣੇ ਚਾਹੀਦੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ, ਕਹਿੰਦੇ ਜੀ ਦੇਖੋ ਦਿੱਲੀ ਦੇ ਵਿੱਚ ਮਨੀਸ਼ ਸਿਸੋਦੀਆ ਦੇ ਘਰੇ CBI ਦੀ ਛਾਪੇਮਾਰੀ ਹੋਈ ਹੈ। ਕਾਹਦੇ ਲਈ ਹੋਈ ਹੈ? ਕਿ ਉਹਨਾਂ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਰੌਲਾ, ਸ਼ਰਾਬ ਵੇਚਣ ਵਾਲੇ ਮਸਲੇ 'ਚ। ਉੱਥੋਂ ਹੀ ਦੇਖ ਕੇ ਕਹਿੰਦੇ ਪੰਜਾਬ ਵਾਲਿਆਂ ਨੇ ਐਕਸਾਈਜ਼ ਪਾਲਿਸੀ ਲਾਗੂ ਕੀਤੀ ਹੈ ਕਿ ਜੇ ਉਧਰਲੇ ਪਾਸੇ ਘਾਲਾ ਮਾਲਾ ਤਾਂ ਇੱਥੇ ਵੀ ਹੋ ਸਕਦਾ ਕੋਈ ਨਾ ਕੋਈ ਗੱਲਬਾਤ ਹੋਵੇ। ਅਸੀਂ ਨਹੀਂ ਕਹਿੰਦੇ ਕਿ ਕਿਸੇ ਬੰਦੇ ਨੂੰ ਚੱਕ ਕੇ ਸਿਆਸੀ ਬਦਲਾਖੋਰੀ ਦੇ ਤਹਿਤ ਅੰਦਰ ਦੇ ਦਿਓ, ਪਰ ਜਾਂਚ ਕਹਿੰਦੇ ਪੰਜਾਬ ਵਾਲੇ ਮਸਲੇ ਤੇ ਵੀ ਹੋਣੀ ਚਾਹੀਦੀ ਹੈ। ਤੁਸੀਂ ਸੰਧਾਲੀਆ ਸਾਹਿਬ ਦੇਖੋ, ਦਿੱਲੀ ਤੇ ਪੰਜਾਬ ਦਾ ਕਿੰਨਾ ਗੂੜਾ ਰਿਸ਼ਤਾ ਨਾ। ਇੱਕ ਪਾਸੇ ਦਿੱਲੀ ਵਾਲਿਆਂ ਨੂੰ ਪਸੰਦ ਨਹੀਂ ਕਰਦੇ ਆਪਾਂ, ਕਿ ਦਿੱਲੀ ਵਾਲਿਆਂ ਨੂੰ ਪਸੰਦ ਕਿਉਂ ਨਹੀਂ ਕਰਦੇ, ਆਮ ਲੋਕਾਂ ਦੀ ਗੱਲ ਨਹੀਂ ਕਰਦੇ ਕਿ ਭਾਈ ਦਿੱਲੀ ਨੇ ਧੱਕਾ ਕੀਤਾ, ਦਿੱਲੀ ਨੇ ਪੱਖਪਾਤ ਕੀਤਾ, ਫਿਰ ਦਿੱਲੀ ਕਿਉਂ ਪੰਜਾਬ ਦੇ ਫੈਸਲੇ ਕਰਦੀ ਹੈ, ਜਾਂ ਦਿੱਲੀ ਹਾਈ ਕਮਾਂਡ ਦੇ ਕੋਲ ਕਿਉਂ ਤੁਰੇ ਰਹਿੰਦੇ ਅਗਲੇ ਪਿਛਲੇ ਸਾਰੇ ਅੱਜ ਵਾਲੇ ਵੀ। ਦੂਸਰੇ ਪਾਸੇ ਜੇ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਸੀ, ਪੰਜਾਬ ਦੇ ਵਿੱਚ ਪ੍ਰਚਾਰ ਖੂਬ ਹੋਇਆ। ਜੇ ਦਿੱਲੀ ਦੇ ਵਿੱਚ ਬਿਜਲੀ ਦਾ ਮਸਲਾ ਸੀ ਕਿ ਭਾਈ ਉੱਥੇ ਜ਼ੀਰੋ ਬਿੱਲ ਆਉਂਦਾ, ਪੰਜਾਬ 'ਚ ਪ੍ਰਚਾਰ ਖੂਬ ਹੋਇਆ। ਜੇ ਦਿੱਲੀ ਦੇ ਵਿੱਚ ਸਕੂਲਾਂ ਦਾ ਮਸਲਾ ਸੀ, ਪੰਜਾਬ 'ਚ ਪ੍ਰਚਾਰ ਖੂਬ ਹੋਇਆ। ਕੇਜਰੀਵਾਲ ਆਪ ਕਹਿੰਦੇ ਹੁੰਦੇ ਆ ਕੇ ਕਿ ਦੇਖੋ ਦਿੱਲੀ ਟੈਲੀਫੋਨ ਕਰਕੇ ਪੁੱਛ ਲਓ, ਮੇਰੇ ਤੇ ਯਕੀਨ ਨਾ ਕਰਿਓ, ਜੇ ਅਸੀਂ ਦਿੱਲੀ ਕੰਮ ਕੀਤਾ ਤਾਂ ਵੋਟਾਂ ਪਾ ਦਿਓ। ਜਾਣੀ ਦਿੱਲੀ 'ਚ ਕੁਝ ਵੀ ਹੋਵੇ ਉਹਦਾ ਅਸਰ ਪੰਜਾਬ 'ਚ ਹੁੰਦਾ ਜ਼ਰੂਰ ਹੈ। ਪ੍ਰਗਟ ਸਿੰਘ ਹੋਰਾਂ ਨੇ ਮੰਗ ਕਰਤੀ, ਦੇਖਦੇ ਕੀ ਹੁੰਦਾ ਹੈ। ਨਹੀਂ ਦੇਖੋ ਮੰਗ ਉਹਨਾਂ ਨੇ ਕਰਤੀ ਆ, ਪਰ ਮੰਗ ਉਹਨਾਂ ਨੇ ਐਵੇਂ ਨਹੀਂ ਕੀਤੀ ਨਾ। ਹੁਣ ਦੇਖੋ ਖਬਰ ਜਦੋਂ ਆਈ ਵੀ ਮਨੀਸ਼ ਸਿਸੋਦੀਆ ਕੇ ਘਰ ਪਰ CBI का छापा, ਉਸ ਤੋਂ ਬਾਅਦ ਫਿਰ ਮਗਰ ਤੁਸੀਂ ਉਹ ਟਣੈਂਟਣ ਇਦਾਂ ਨਹੀਂ ਕੀਤੀ। ਉਹ ਵੀ ਚਾਹੀਦਾ ਹੈ ਨਾ ਨਾਲ ਥੋੜਾ ਦੋ ਘਰਾਂ ਅੱਗ ਹੋਊਗੀ ਜੀ ਕੱਢਣੀ। ਚਲੋ ਖੈਰ ਆਪਣੇ ਵਾਲੇ ਦਿਨ ਮੈਂ ਕੱਢ ਦੇਣੀ ਸਾਨੂੰ, ਇਹ ਵੈਸੇ ਢਿੱਲੇ ਆ ਪ੍ਰਾਈਮ ਏਸ਼ੀਆ ਪਤਾ ਨਹੀਂ ਕਦੋਂ ਯਾਰ ਚੈਨਲ ਕਦੋਂ ਬਣੂਗਾ। ਨਾ ਤੁਸੀਂ ਜਾਣੀ ਜਦੋਂ ਗੁਰਪ੍ਰੀਤ ਸੰਧਾਲੀ ਇਦਾਂ ਕਹੋ ਨਾ ਮਨੀਸ਼ ਸਿਸੋਦੀਆ ਕੇ ਘਰ ਪੇ CBI का छापा, ਨਾਲ ਹੀ ਸਿਸੋਦੀਆ ਸਾਹਿਬ ਦੀ ਫੋਟੋ ਅੱਗੇ ਪਿੱਛੇ ਕਰਕੇ ਦਿਖਾਓ, ਪੰਜ ਚਾਰ ਆ ਰਹੇ ਹਨਾ। ਤੇ ਅੱਛਾ ਇਹ ਵੀ ਆਪਾਂ ਇੱਕ ਵਾਰ ਨਹੀਂ ਕਹਿਣਾ ਨਾ, ਆਪਾਂ ਨੂੰ 5-6 ਵਾਰ ਕਹਿਣਾ। एक बार फिर से बताना चाहेंगे आपको, CBI का छापा पड़ा है वहां पर। नहीं फिर ये भी कहना ना अपा, अब क्या होगा मनीष सिसोदिया का भविष्य, क्या कहेगी आम आदमी पार्टी, कहां गया वो ईमानदारी का सच्चा। ਨਾਲ ਹੀ ਫਿਰ ਕੇਜਰੀਵਾਲ ਸਾਹਿਬ ਅੱਗੇ ਪਿੱਛੇ ਹੋਣੇ। ਨਹੀਂ ਨਾਲ ਫਿਰ ਬਾਅਦ ਖਬਰ ਇਹ ਵੀ ਆਈ ਵੀ ਇਕੱਲੇ ਉੱਥੇ ਨਹੀਂ, ਉਦੋਂ ਬਾਅਦ ਪੰਜਾਬ 'ਚ ਵੀ ਹੋਰਨਾਂ ਥਾਵਾਂ ਤੇ ਵੀ ਛਾਪੇ ਵਾਹ ਵੱਜੇ, 21 ਥਾਵਾਂ ਤੇ। ਐਂਡ ਉਹਨਾਂ ਛਾਪਿਆਂ ਦੇ ਵਿੱਚੋਂ ਕਹਿੰਦੇ ਆ ਵੀ ਕਈ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹੁਣ ਕੀ ਲੱਭਿਆ ਕੀ ਨਹੀਂ ਲੱਭਿਆ ਉਹ ਤਾਂ ਜੇ ਡਿਟੇਲ ਉਹ ਬਾਅਦ 'ਚ ਦੇਣਗੇ, ਪਰ ਜਿਸ ਹਿਸਾਬ ਨਾਲ ਉਹ ਤਰਤੀਬ ਰੱਖਦੇ ਆ, ਬਾਕੀ ਕੁਛ ਨਾਂ ਤੇ ਥੱਲੇ ਨੇ, ਪਰ ਕਹਿੰਦੇ ਆ ਵੀ ਸਭ ਤੋਂ ਉੱਪਰ ਮਨੀਸ਼ ਸਿਸੋਦੀਆ ਸਾਹਿਬ ਦਾ ਨਾਂ ਲਿਖਿਆ ਉਹਨਾਂ ਨੇ ਵੀ ਇਹਦੇ ਵਿੱਚ ਘੁੰਡੀ ਜੇ ਕੋਈ ਹੈ ਤੇ ਉਹਦੇ ਕਰਤਾ ਧਰਤਾ ਮਨੀਸ਼ ਸਿਸੋਦੀਆ ਸਾਹਿਬ ਨੇ। ਪਰ ਉਹਨਾਂ ਦੇ ਇਸ ਸਾਰੇ ਬਿਆਨ ਤੇ ਜਾਂ ਕਾਰਵਾਈ ਤੇ ਆਮ ਆਦਮੀ ਪਾਰਟੀ ਵਾਲੇ ਆਂਦੇ ਵੀ ਆਹ ਦੇਖ ਲਓ ਮਹਾਰਾਜ, ਇਹ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਇਦਾਂ ਹੋਣਾ। ਦੇਖੋ ਸੰਧਾਵਾਲੀਆ ਸਾਹਿਬ, ਇੱਕ ਗੱਲ ਤਾਂ ਸਾਨੂੰ ਮੰਨਣੀ ਪਊ, ਕੋਈ ਆਮ ਆਦਮੀ ਪਾਰਟੀ ਦਾ ਲੀਡਰ ਵਰਕਰ ਸਿਸੋਦੀਆ ਸਾਹਿਬ ਨੂੰ ਕਲੀਨ ਚਿੱਟ ਨਾ ਦੇਵੇ, ਲੋੜ ਨਹੀਂ ਹੈ। ਤੇ ਵਿਰੋਧੀ ਇਹ ਨਾ ਕਹਿਣ ਕਿ ਭਾਈ ਉਹ ਬੰਦਾ ਧੋਖੇਬਾਜ਼ ਨਿਕਲਿਆ। ਛਾਪੇ ਪਏ ਆ, ਛਾਪੇ ਪੈਣੇ ਚਾਹੀਦੇ ਆ ਜੇ ਕਿਤੇ ਵੀ ਸ਼ੱਕ ਹੈ, ਜੇ ਕਿਤੇ ਕੋਈ ਪਰਚਾ ਦਰਜ ਹੋਇਆ। ਛਾਪਿਆਂ ਤੋਂ ਬਾਅਦ ਉਹਨਾਂ ਦੇ ਸਬੂਤ ਅਦਾਲਤ 'ਚ ਰੱਖੋ, ਪਰ ਸਮਾਂ ਵੱਧ ਰੱਖੋ।
ਜੇ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਉਪ ਮੁੱਖ ਮੰਤਰੀ, ਦਿੱਲੀ ਦੇ ਐਜੂਕੇਸ਼ਨ ਮਿਨਿਸਟਰ ਹੁੰਦਿਆਂ ਕੋਈ ਗਲਤੀ ਕੀਤੀ ਹੈ, ਜੇ ਸ਼ਰਾਬ ਦੇ ਠੇਕੇਦਾਰਾਂ ਤੋਂ ਇੱਕ ਧੇਲਾ ਵੀ ਲਿਆ, ਉਹ ਬੰਦਾ ਨਾ ਤਾਂ ਆਪਣੀ ਕੁਰਸੀ ਤੇ ਰਹਿਣ ਦਾ ਹੱਕਦਾਰ ਹੈ ਤੇ ਨਾ ਆਮ ਆਦਮੀ ਪਾਰਟੀ ਨੂੰ ਇਦਾਂ ਦੇ ਬੰਦੇ ਰੱਖਣੇ ਚਾਹੀਦੇ ਆ। ਪਰ ਜੇ ਦੂਸਰੇ ਪਾਸੇ ਇਕੱਲੀ ਸਿਆਸੀ ਬਦਲਾਖੋਰੀ ਕਰਕੇ ਕਾਰਵਾਈ ਕੀਤੀ ਹੈ, ਇਹ ਤਾਂ ਦੇਸ਼ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇਣ ਵਾਲੀ ਗੱਲ ਹੈ। ਪਰ ਉਹਦੇ ਲਈ ਇੰਤਜ਼ਾਰ ਕਰਨਾ ਚਾਹੀਦਾ ਥੋੜਾ ਜਿਹਾ ਨਾ। ਆਪਾਂ ਬੜੇ ਬੰਦੇ ਇਦਾਂ ਦੇ ਹੋਏ ਆ ਜਿਹੜੇ ਬਹੁਤ ਸਿਆਣੇ ਇਮਾਨਦਾਰ ਲੱਗਦੇ ਸੀ, ਮੁੜ ਕੇ ਧੋਖੇਬਾਜ਼ ਨਿਕਲੇ, ਤੇ ਬਹੁਤ ਸਾਰੇ ਇਦਾਂ ਦੇ ਵੀ ਹੋਏ ਆ ਜਿਨ੍ਹਾਂ ਨੂੰ ਧੋਖੇਬਾਜ਼ ਕਹਿ ਕੇ ਫਸਾਤਾ, ਮੁੜ ਕੇ ਬਰੀ ਹੋ ਕੇ ਨਿਕਲੇ। ਨਹੀਂ, ਇਹ ਗੱਲ ਸਹੀ। ਮੈਂ ਤਾਂ ਇੱਕ ਬੇਨਤੀ ਆਪਾਂ ਕਰਦੇ, ਇਹ ਆ ਵੱਡੇ ਲੈਵਲ ਦੀ ਕਹਾਣੀ। ਹੁਣ ਜਿੱਦਾਂ ਆਪਾਂ ਥੋੜ੍ਹੀ ਦੇਰ ਪਹਿਲਾਂ ਗੱਲ ਜ਼ਿਕਰ ਕਰ ਰਹੇ ਹਾਂ ਪਿੰਡ ਦੀ ਸਰਪੰਚੀ ਵਾਲਾ ਰੌਲਾ, ਇਹ ਹੈ ਵੀ ਉਹ ਪ੍ਰਬੰਧਕ ਲਾਉਣ ਵਾਲੀ ਕਹਾਣੀ ਇੱਕ ਤਰ੍ਹਾਂ ਨਾਲ। ਮਤਲਬ ਜੇ ਤੇ ਮੰਨ ਲਓ ਵੀ ਸਰਪੰਚ ਪ੍ਰਬੰਧਕ ਤਾਂ ਲੱਗਾ ਉੱਥੇ, ਉਹੀ ਮੈਂ ਗੱਲ ਕਰਨ ਲੱਗਾ ਵੀ ਸਰਪੰਚ ਮੰਨ ਲਓ ਵੀ ਠੀਕ ਕੰਮ ਨਹੀਂ ਕਰਦਾ, ਇਹ ਤਾਂ ਜੀ ਸਦਕੇ ਭਾਈ ਸਾਹਿਬ ਉੱਪਰਲੇ ਬੰਦੇ ਧਿਆਨ ਦੇਣ ਵੀ ਵੀਰ ਮੇਰੇ ਵੀ ਇਹ ਠੀਕ ਨਹੀਂ ਹੈਗੀ ਗੱਲਬਾਤ। ਤੇ ਜੇ ਜਾਪਦਾ ਵੀ ਯਾਰ ਉਹ ਗੁਰੂਆ ਜੇ ਕਦੇ ਇਹੋ ਹੀ ਸਰਪੰਚ ਰਿਹਾ ਪਿੰਡ ਦਾ, ਤੇ ਅਗਲੀਆਂ ਭਾਵੇਂ ਇਲੈਕਸ਼ਨਾਂ ਦੇ ਵਿੱਚ ਆਪਣੀ ਸਰਕਾਰ ਉਤੋਂ ਦੋਹਰਾ ਤੇਰਾ ਜ਼ੋਰ ਲਾ ਲੇ, ਕੁਛ ਪਤਾ ਨਹੀਂ ਸਰਬਸੰਮਤੀ ਨਾਲ ਇਹਨੂੰ ਚੁਣ ਲੈਣ। ਜੇ ਤੇ ਉਸ ਲੈਵਲ ਦੀ ਕਹਾਣੀ ਆ ਜਾਂ ਉਸ ਤਰ੍ਹਾਂ ਦੀ ਕਹਾਣੀ ਆ ਵੀ ਹਾਂ ਭਾਈ ਸਾਹਿਬ ਇਹ ਆਹ ਕੰਮ ਕਰਕੇ ਇੱਥੇ ਪ੍ਰਚਾਰ ਕਰੀ ਜਾਂਦੇ, ਉੱਥੇ ਪ੍ਰਚਾਰ ਕਰੀ ਜਾਂਦੇ, ਕਿਉਂਕਿ ਮਨੀਸ਼ ਸਿਸੋਦੀਆ ਸਾਹਿਬ ਦੇ ਬਾਰੇ 'ਚ ਇਹ ਤਾਂ ਹੋ ਗਿਆ ਨਾ ਵੀ ਜਿਹੜੀ ਆ ਚਲੋ ਐਕਸਾਈਜ਼ ਪਾਲਿਸੀ ਦੇ ਚੱਕਰ ਦੇ ਵਿੱਚ ਚੱਕ ਲਿਆ। ਪਰ ਜੇ ਮਨੀਸ਼ ਸਿਸੋਦੀਆ ਹੋਰਾਂ ਦੇ ਚਿਹਰੇ ਨੂੰ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਸਾਹਿਬ ਪ੍ਰਚਾਰਦੇ ਨੇ, ਤੇ ਉਹ ਇੱਦਾਂ ਪ੍ਰਚਾਰਦੇ ਨੇ ਕਿ ਜੇ ਸਿੱਖਿਆ ਦੀ ਤਬਦੀਲੀ ਕੀਤੀ ਤੇ ਇਸ ਬੰਦੇ ਨੇ ਕੀਤੀ, ਜੇ ਸਕੂਲ ਸੁਧਾਰੇ ਤੇ ਇਹਨੇ ਸੁਧਾਰੇ। ਅੱਜ ਦੀ ਡੇਟ ਦੇ ਵਿੱਚ ਜੇ ਉਹਨਾਂ ਸਕੂਲਾਂ ਦਾ ਜ਼ਿਕਰ, ਉੱਥੋਂ ਦੀ ਸਿੱਖਿਆ ਦਾ ਜ਼ਿਕਰ ਕਹਿੰਦੇ ਕਿ ਬਾਹਰਲੇ ਦੇਸ਼ਾਂ ਤੱਕ ਹੁੰਦਾ, ਤੇ ਉਹ ਕਰਨ ਵਾਲਾ ਬੰਦਾ ਇਹ। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਇੱਕ ਬੰਦੇ ਦੇ ਉਹ ਕੰਮ ਹੋਣ, ਉਹ ਇਮੇਜ ਹੋਵੇ, ਤੇ ਦੂਸਰੇ ਪਾਸੇ ਅਚਾਨਕ ਕਿਸੇ ਹੋਰ ਕੇਸ ਦੇ ਵਿੱਚ ਉਹਦਾ ਨਾਮ ਬੋਲਦਾ ਹੋਵੇ ਤੇ ਉਹਦੇ 'ਤੇ ਵੀ ਨੰਬਰ 1 'ਤੇ ਨਾਂ ਲਿਖਿਆ ਜਾਂਦਾ ਹੋਵੇ, ਫਿਰ ਉਹ ਕਹਾਣੀ ਆਮ ਲੋਕਾਂ ਦੇ ਵਿੱਚ ਤੇ ਉਨੀ ਦੇਰ ਤੱਕ ਕਨਫਿਊਜ਼ਨ ਪੈਦਾ ਕਰਦੀ ਹੈ ਨਾ ਵੀ ਯਾਰ ਉਸ ਗੱਲ ਨੂੰ ਸੱਚਾ ਮੰਨੀਏ ਕਿ ਇਹਨੂੰ ਸੱਚਾ ਮੰਨੀਏ। ਦੇਖੋ ਸੰਧਾਲੀਆ ਸਾਹਿਬ, ਕੇਸ ਦਾ ਜ਼ਿਕਰ ਕਰਦੇ ਕਿ ਕਹਾਣੀ ਕੀ ਹੈ। 2 ਮਹੀਨੇ ਪਹਿਲਾਂ ਤੋਂ ਚਰਚਾ ਸ਼ੁਰੂ ਹੋਈ ਸੀ ਕਿ ਨਵੀਂ ਐਕਸਾਈਜ਼ ਪਾਲਿਸੀ ਆ ਜਾਣੀ ਹੈ, ਦਿੱਲੀ ਦੇ ਵਿੱਚ ਤਬਦੀਲੀ ਕਰ ਦਿੱਤੀ। ਆਮ ਆਦਮੀ ਪਾਰਟੀ ਦਾਅਵਾ ਕਰਦੀ ਸੀ, ਸਰਕਾਰ ਦਾਅਵਾ ਕਰਦੀ ਸੀ ਕਿ ਸਾਡਾ ਮਾਲੀਆ, ਸਾਡੀ ਆਮਦਨ ਦਿੱਲੀ ਸੂਬੇ ਦੀ ਉਹਦੇ ਨਾਲ ਬਹੁਤ ਵੱਧ ਗਈ। ਵਿਰੋਧੀ ਧਿਰਾਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਕਿ 6000 ਕਰੋੜ ਪਹਿਲਾਂ ਕਮਾਉਂਦੇ ਸੀ, ਹੁਣ 5000 ਕਰੋੜ ਤੋਂ ਵੀ ਥੱਲੇ ਆ ਗਿਆ, ਘਾਟਾ ਪੈ ਗਿਆ ਕਿਉਂਕਿ ਉਹਨਾਂ ਨੇ ਸ਼ਰਾਬ ਦੇ ਵਪਾਰੀਆਂ ਨੂੰ ਲਾਹਾ ਦਿੱਤਾ। ਬੀਜੇਪੀ ਵਾਲਿਆਂ ਨੇ ਦੋਸ਼ ਇਹ ਵੀ ਲਾਇਆ, ਉਹ ਕਹਿੰਦੇ ਜੀ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਸੇਕ ਦੇਖੋ, ਮਹਿਸੂਸ ਕਰਨਾ ਬਸ ਤੁਸੀਂ। ਮਾੜੇ ਧੂਣੀ ਦੇ ਕੋਲ ਬੈਠੇ ਹੋਏ ਨਾ, ਸਭ ਤੋਂ ਪਹਿਲਾਂ ਸੇਕ ਗੋਡਿਆਂ ਨੂੰ ਲੱਗਦਾ ਹੁੰਦਾ, ਬੰਦਾ ਫਿਰ ਪਰੇ ਉਹ ਤੁਹਾਡੀ ਸੇਕ ਬੜਾ ਉਹ ਕਰ ਮਾੜੀ ਜੀ ਛਿਟੀਆਂ ਪਿੱਛੇ ਕਰ, ਜਾਂ ਉਹ ਖੇਸੀ ਦੇ ਬੰਬਲ ਜੇ ਨਹੀਂ ਸੜ ਜਾਂਦਾ ਤੇਰਾ ਭਲਾ ਝਾੜ, ਉਹ ਪਛਾਹ ਜਹਾਂ ਪੂਰਾ। ਅਗਲੀ ਗੱਲ ਨਹੀਂ ਤੁਸੀਂ ਦੱਸੀ, ਕਿਹੜੀ? ਜਦੋਂ ਬੰਦਾ ਬਾਹਰੋਂ ਖੇਸੀ ਸੜ ਕੇ ਲਿਆਉਂਦਾ, ਪਹਿਲਾਂ ਘਰ ਜਾ ਕੇ ਉਹਨੂੰ ਮੋੜ ਕੇ ਵੀ ਪਰੇ ਰੱਖ ਦਿਆਂ, ਇੱਕ ਵਾਰੀ ਕੋਈ ਦੇਖ ਲੈ, ਕਿਉਂਕਿ ਬੀਬੀਆਂ ਗਲ ਪੈਣਾ ਹੁੰਦਾ। ਉਹਦਾ ਇੱਕ ਤਰੀਕਾ ਹੁੰਦਾ ਕੀ, ਬਾਹਰੋਂ ਜੇ ਤੁਸੀਂ ਧੂਣੀ ਤੋਂ ਆਏ, ਮੰਨ ਲਓ ਵੀ ਸੇਕ ਲੱਗ ਗਿਆ, ਘਰੇ ਸਿੱਧਾ ਕਿਸੇ ਅੰਦਰ ਨਹੀਂ ਜਾਣਾ, ਚੁੱਲ੍ਹੇ ਕੋ ਜਾਣਾ, ਉੱਥੋਂ ਜਿਵੇਂ ਸਾੜ ਕੇ ਉੱਥੇ ਰੌਲਾ ਉਹ ਤੇਰਾ ਭਲਾ ਜੇ ਉਹ ਹੋ ਵੇਖਿਆ ਹੀ ਨੇ ਮੈਂ, ਉਹਨੇ ਕਿ ਚੱਲ ਕੋਈ ਨਹੀਂ ਪਤਾ, ਹਾਂ ਧਿਆਨ ਨਾਲ ਵਿਆਹ ਕਰ। ਅੱਛਾ, ਅੱਗੇ ਆਪਾਂ ਗੱਲ ਤੁਰਦੇ ਹਾਂ। ਉਹਦੇ ਤੋਂ ਜਦੋਂ ਰੌਲਾ ਰੱਪਾ ਪਿਆ ਨਾ ਕਿ ਇੱਕ ਧਿਰ ਹੁਣ ਕਹਿੰਦੀ ਆ ਕਿ ਉਹ 'ਚੋਂ ਆਮਦਨ ਬੜੀ ਹੈ, ਦੂਸਰੀ ਧਿਰ ਕਹਿੰਦੀ ਹੈ ਜੀ ਉਹਦੇ ਨਾਲ ਕਮਾਈ ਘਟ ਗਈ। ਮੈਂ ਕਹਿੰਦਾ ਕਾਗਜ਼ ਪੱਤਰ ਦੱਸ ਦੇਣਗੇ। ਦੂਸਰੀ ਗੱਲ, ਉਪ ਰਾਜਪਾਲ ਸਾਹਿਬ ਨੇ ਕਿਹਾ ਸੀ ਕਿ ਗੱਲ ਦੇ ਵਿੱਚ ਨਾ ਕੋਈ ਕਾਣ ਲੱਗਦੀ ਹੈ। ਉਹਨਾਂ ਨੇ ਮੁੱਖ ਸਕੱਤਰ ਸਾਹਿਬ ਨੂੰ ਜਾਂਚ ਕਰਨ ਲਈ ਕਿਹਾ, ਜਾਂਚ ਦੀ ਰਿਪੋਰਟ ਉਹਨਾਂ ਨੇ ਉਪ ਰਾਜਪਾਲ ਸਾਹਿਬ ਨੂੰ ਦੇ ਦਿੱਤੀ, ਤਾਂ ਉਹਨਾਂ ਨੇ ਕਿਹਾ ਕਿ ਕਾਰਵਾਈ ਹੋਊ। 4 ਕਾਨੂੰਨਾਂ ਦੀ ਉਲੰਘਣਾ ਹੋਈ ਹੈ ਕਿ ਨਹੀਂ ਹੋਈ, ਅਦਾਲਤ ਨੇ ਇਹਦਾ ਕਰਨਾ। ਹੁਣ ਕਹਾਣੀ ਕਿੱਥੇ, 2 ਦਿਨ ਪਹਿਲਾਂ FIR ਦਰਜ ਹੁੰਦੀ ਹੈ, ਜਿਹਦਾ ਪਤਾ ਹੁਣ ਲੱਗਾ ਰੇਡ ਉਹਦੇ ਆਧਾਰ ਦੇ ਉੱਤੇ ਹੋਈ ਹੈ। ਕਹਿੰਦੇ ਆ ਜੀ ਸਿਸੋਦੀਆ ਸਾਹਿਬ ਦਾ, ਦਿੱਲੀ ਦੇ ਉਪ ਮੁੱਖ ਮੰਤਰੀ ਦਾ, 3 ਅਫਸਰਾਂ ਦਾ, 2 ਕੰਪਨੀਆਂ ਦਾ, 2-3 ਠੇਕੇਦਾਰਾਂ ਦਾ ਉਹਦੇ ਵਿੱਚ ਜ਼ਿਕਰ ਹੈ, ਤੇ ਕੁਝ ਅਣਪਛਾਤੇ ਜਾਣੀਆਂ ਜੇ ਬੰਦੇ ਹੋਰ ਸ਼ਾਮਲ ਕਰਨੇ ਆ। ਚਰਚਾ ਤੇ ਇੱਥੋਂ ਤੱਕ ਚੱਲਦੀ ਹੈ ਕਿਉਂਕਿ ਰੌਲਾ ਪੈਂਦਾ ਹੁੰਦਾ ਕਿ ਜੀ ਹੁਣ ਰੌਲਾ ਇਹ ਆ ਕਿ ਜੇ CBI ਨੇ ਰੇਡ ਕੀਤੀ ਤਾਂ ਉਹਦੇ ਘਰੋਂ ਲੱਭਾ ਕੀ, ਕੋਈ ਡੈਰੀ ਲੱਭੀ ਆ, ਕੈਸ਼ ਲੱਭਾ, ਗਹਿਣੇ ਲੱਭੇ ਆ, ਇਹ ਸੋਨੇ ਦੀਆਂ ਇੱਟਾਂ ਲੱਭੀਆਂ, ਚਾਂਦੀ ਦੀਆਂ ਇੱਟਾਂ ਲੱਭੀਆਂ, ਜਿਹੜੀ ਲੱਭਾ ਕੀ ਉੱਥੋਂ, ਇਹ ਬਹੁਤ ਵੱਡਾ ਸਵਾਲ ਹੈ। ਜੇ ਨਹੀਂ ਵੀ ਲੱਭਾ, ਉਹਨਾਂ ਦੇ ਨੇੜਲਿਆਂ ਤੋਂ ਕੀ ਲੱਭਾ? ਉਹਨਾਂ ਦੇ ਨੇੜਲਿਆਂ ਨੇ ਕਿਹਾ ਕਿ ਸਿਸੋਦੀਆ ਸਾਹਿਬ ਦਾ, ਕਿਉਂਕਿ ਇੱਥੋਂ ਤੱਕ ਵੀ ਚਰਚਾ ਚੱਲਦੀ ਹੈ ਜੀ ਉਹਨਾਂ ਦੇ ਨੇੜਲਿਆਂ ਨੇ ਸ਼ਰਾਬ ਕਾਰੋਬਾਰੀਆਂ ਤੋਂ ਕਰੋੜਾਂ ਰੁਪਈਏ ਲਏ। ਹੋ ਸਕਦਾ ਲਏ ਹੋਣ, ਕੀ ਇਹਨਾਂ ਕਰਕੇ ਲਏ ਆ ਜਾਂ ਉਹਨਾਂ ਦਾ ਆਪਣਾ ਕੋਈ ਰੌਲਾ ਰੱਪਾ? ਜੇ ਦੋਸ਼ੀ ਨੇ ਠੋਕ ਕੇ ਸਜ਼ਾ ਮਿਲੇ। ਹੁਣ ਹੋਰ ਦੇਖੋ ਸੰਧਾਲੀਆ ਸਾਹਿਬ, ਮੈਂ ਕਹਿੰਦਾ ਕਿ ਐਜ਼ ਏ ਐਜੂਕੇਸ਼ਨ ਮਿਨਿਸਟਰ ਉਹ ਸਿਰੇ ਦੇ ਬੰਦੇ ਹੋ ਸਕਦੇ ਆ, ਪਰ ਜੇ ਉਹਨਾਂ ਨੇ ਕਿਸੇ ਦੂਸਰੇ ਪਾਸੇ ਕਾਲਾ ਮਾਲਾ ਕੀਤਾ ਤਾਂ ਐਜੂਕੇਸ਼ਨ ਮਿਨਿਸਟਰ ਦੇ ਤੌਰ ਤੇ ਉਹਨਾਂ ਦੀਆਂ ਪ੍ਰਾਪਤੀਆਂ ਕਾਲੇ ਮਾਲੇ ਨੂੰ ਤਾਂ ਨਹੀਂ ਢੱਕ ਲੈਂਦੀਆਂ। ਪਰ ਦੂਸਰੇ ਪਾਸੇ ਜੇ ਉਹਨਾਂ ਨੇ ਇੱਕ ਸਿੱਖਿਆ ਮੰਤਰੀ ਦੇ ਤੌਰ ਤੇ ਵਧੀਆ ਕੰਮ ਕੀਤਾ, ਉਹਨਾਂ ਦੇ ਵਧੀਆ ਕੰਮ ਕਰਕੇ ਪੰਜਾਬ 'ਚ ਵੀ ਵੋਟਾਂ ਪਈਆਂ। ਅਗਲੇ ਗੁਜਰਾਤ ਤੇ ਹਿਮਾਚਲ 'ਚ 2 ਦਿਨ ਪਹਿਲਾਂ ਭਗਵੰਤ ਮਾਨ ਸਾਹਿਬ ਦੇ ਨਾਲ ਹਿਮਾਚਲ ਸੀਗੇ। ਜੇ ਲੱਗਦਾ ਕਿ ਉਹਨਾਂ ਦੇ ਕੰਮ ਨੂੰ ਉੱਥੇ ਮਾਨਤਾ ਮਿਲ ਰਹੀ ਹੈ, ਉਹਦੇ ਕਰਕੇ ਬੰਦਾ 4 ਦਿਨ ਅੰਦਰ ਦੇ ਦਿਓ ਚੱਕ ਕੇ, ਇਹਦੇ ਤੋਂ ਮਾੜੀ ਗੱਲ ਕੋਈ ਨਹੀਂ। ਹੁਣ ਨਿਊਯਾਰਕ ਟਾਈਮਜ਼ ਅਮਰੀਕਾ ਦਾ ਅਖਬਾਰ ਹੈ,
ਕੇਜਰੀਵਾਲ ਸਾਹਿਬ ਨੇ ਕਿਹਾ ਜੀ ਆ ਦੇਖੋ ਕੱਲ ਹੀ ਇਹਦੇ ਫਰੰਟ ਪੇਜ ਦੇ ਉੱਤੇ ਉਹ ਕਹਿੰਦੇ ਜੀ ਦਿੱਲੀ ਦੇ ਸਿੱਖਿਆ ਮਾਡਲ ਦੇ ਬਾਰੇ ਫਰੰਟ ਪੇਜ ਤੇ ਰਿਪੋਰਟ ਛਪੀ ਨਿਊਯਾਰਕ ਟਾਈਮਸ ਤੇ, ਇਹ ਕੇਜਰੀਵਾਲ ਸਾਹਿਬ ਦਾ ਦਾਅਵਾ। ਤੇ ਉਹ ਕਹਿੰਦੇ ਜੀ ਦੇਖੋ ਜੇ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਦਾ ਵੱਡਾ ਅਖਬਾਰ ਪਹਿਲੇ ਸਫ਼ੇ ਦੇ ਉੱਤੇ ਦਿੱਲੀ ਦੇ ਵਿੱਚ ਜਿਹੜੀ ਐਜੂਕੇਸ਼ਨ ਕ੍ਰਾਂਤੀ ਹੋਈ ਹੈ ਉਹਦੀ ਖਬਰ ਛਾਪਦਾ ਤੇ ਬੱਲੇ ਬੱਲੇ ਕਰਦਾ, ਦੂਜੇ ਦਿਨ ਹੀ ਕਹਿੰਦੇ ਸੀਬੀਆਈ ਦੇ ਛਾਪੇ ਪੈਣ ਤੇ ਤੁਸੀਂ ਹਿਸਾਬ ਕਿਤਾਬ ਆਪੇ ਹੀ ਲਾ ਲਓ, ਕਿਉਂਕਿ ਉਹ ਕਹਿੰਦੇ ਜੀ ਸਾਡੀ ਪ੍ਰਸਿੱਧੀ, ਸਾਡਾ ਅੱਗੇ ਵਧਣਾ ਇਹਨਾਂ ਤੋਂ ਜਾਰੀ ਨਹੀਂ ਹੁੰਦਾ। ਨਹੀਂ, ਇਹ ਗੱਲ ਤਾਂ ਹੈਗੀ। ਇੱਥੇ ਆਪਾਂ ਇੱਕ ਹੋਰ ਬੇਨਤੀ ਕਰਦੇ ਹਾਂ। ਦੇਖੋ ਗੱਲ ਇਹ ਆ ਵੀ ਮਨੀਸ਼ ਸਿਸੋਦੀਆ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਵਾਲੇ ਨੇ, ਜੇ ਉਹ ਕਹਿੰਦੇ ਵੀ ਅਸੀਂ ਸਿੱਖਿਆ ਸੁਧਾਰ ਕੀਤਾ, ਜਾਂ ਉੱਥੋਂ ਦੇ ਦਿੱਲੀ ਵਾਲੇ ਲੋਕ ਕਹਿੰਦੇ ਵੀ ਇਹਨਾਂ ਨੇ ਕੀਤਾ, ਜਾਂ ਉਹ ਕਹਿੰਦੇ ਵੀ ਅਸੀਂ ਸਿਹਤ ਦੇ ਵਿੱਚ ਸੁਧਾਰ ਕੀਤਾ, ਦਿੱਲੀ ਵਾਲੇ ਲੋਕ ਕਹਿੰਦੇ ਵੀ ਅਸੀਂ ਕੀਤਾ। ਸਿਹਤ ਵਾਲਾ ਸੁਧਾਰ ਕੀਤਾ ਸੀ ਸਤਿੰਦਰ ਜੈਨ ਹੋਰਾਂ ਨੇ, ਉਹ ਬੰਦਾ ਆਲਰੇਡੀ ਚੱਕ ਲਿਆ ਜੀ। ਸਿੱਖਿਆ ਵਾਲਾ ਸੁਧਾਰ ਦੀ ਗੱਲ ਚੱਲਦੀ ਸੀ ਵੀ ਉਹ ਕਹਿੰਦੇ ਸਿਸੋਦੀਆ ਸਾਹਿਬ ਨੇ ਕੀਤਾ, ਉਹ ਚੱਕਣ ਦੀ ਤਿਆਰੀ ਹੈ। ਹੁਣ ਇੱਥੋਂ ਇਹ ਗੱਲ ਹੋ ਸਕਦੀ ਆ ਵੀ ਜੇ ਉਹ ਕਹਿਣ ਵੀ ਆਹ ਦੇਖੋ ਜੀ ਸਾਡੇ ਇਹ ਦੋ ਬੰਦੇ ਸੀ, ਇਹਨਾਂ ਦੋ ਬੰਦਿਆਂ ਨੇ ਪਾਲਿਸੀ ਲਿਆਂਦੀ, ਸਾਨੂੰ ਟਾਰਗੇਟ ਕੀਤਾ ਜੀ, ਪਰ ਇਹਦਾ ਕਰਕੇ ਇਹ ਨਾ ਹੋਵੇ ਵੀ ਆਮ ਆਦਮੀ ਪਾਰਟੀ ਵਾਲੇ ਬ੍ਰੇਕਾਂ ਲਾ ਕੇ ਬਹਿ ਜਾਣ ਵੀ ਸਵੇਰ ਨੂੰ ਮਹੱਲਾ ਕਲੀਨਿਕਾਂ ਨੂੰ ਜਿੰਦਰੇ ਵੱਜ ਜਾਣ ਤੇ ਸਕੂਲਾਂ ਦਾ ਬੇੜਾ ਵੀ ਗਰਕ ਹੋ ਜੇ। ਕਿਉਂਕਿ ਸਾਡੇ ਬੰਦੇ ਫੜ ਲਏ। ਉਹ ਜਿਹੜਾ ਸਿਸਟਮ ਸੀਗਾ ਉਹ ਇੱਕ ਦੋ ਬੰਦਿਆਂ ਨੇ ਕੀਤਾ। ਉਹ ਹੋ ਸਕਦਾ ਵੀ ਆਮ ਆਦਮੀ ਪਾਰਟੀ ਦੀ ਸੋਚ ਹੋਵੇ। ਜੇ ਉਹਨਾਂ ਨੂੰ ਲੱਗਦਾ ਵੀ ਸਾਡੇ ਉਹ ਬੰਦਿਆਂ ਨੇ ਕੰਮ ਕੀਤਾ, ਉਹ ਕਿਤੇ ਮੁਸ਼ਕਲ 'ਚ ਫਸ ਗਏ ਨੇ, ਸੱਚੇ ਫਸੇ ਨੇ, ਝੂਠੇ ਫਸੇ ਨੇ, ਇਹਦਾ ਫੈਸਲਾ ਅਦਾਲਤ ਨੇ ਕਰਨਾ। ਉਸ ਸਿਸਟਮ ਨੂੰ ਸਗੋਂ ਡਬਲ ਟ੍ਰਿਪਲ ਤਰੀਕੇ ਨਾਲ ਵਧੀਆ ਚਲਾਉਣ, ਕਿਉਂਕਿ ਉਹੋ ਹੀ ਇੱਕ ਸਿਸਟਮ ਹੈ ਜਿਹਦੀ ਉਦਾਹਰਨ ਉਹ ਥਾਂ ਥਾਂ ਜਾ ਕੇ ਦਿੰਦੇ ਆ। ਪੰਜਾਬ 'ਚ ਵੀ ਦਿੱਤੀ, ਗਾਂ ਗੁਜਰਾਤ 'ਚ ਦਿੰਦੇ ਨੇ, ਹਿਮਾਚਲ ਪ੍ਰਦੇਸ਼ 'ਚ ਦਿੰਦੇ ਨੇ। ਉਹਦੇ ਨਾਲ ਹੋਊਗਾ ਕਿ ਲੋਕਾਂ ਦਾ ਵਿਸ਼ਵਾਸ ਬੰਦੇ ਤੇ ਨਹੀਂ ਪਾਰਟੀ ਤੇ ਹੋਊਗਾ ਵੀ ਯਾਰ ਇਹ ਪਾਰਟੀ ਜਿਹੜੀ ਉਹ ਜੇ ਕਹਿੰਦੀ ਆ ਤੇ ਕਰਦੀ ਆ। ਜੇ ਉਹਨੂੰ ਲੱਗਾ ਵੀ ਸਾਡਾ ਇੱਕ ਬੰਦਾ, ਇਹ ਹੈ ਤੇ ਹਾਂਡੀ ਵਾਲੀ ਗੱਲ ਹੀ ਨਾ ਵੀ ਮੰਨ ਲਓ ਜੇ ਇੱਕ ਖੇਡ ਆ, ਖੇਡ ਦੇ ਵਿੱਚ 4 ਹਾਂਡੀ ਨੇ, ਰਿਲੇ ਰੇਸ ਜੀ ਹੁੰਦੀ ਨਾ, ਡੰਡਾ ਜਿਹਾ ਫੜ ਕੇ ਭੱਜਣ ਵਾਲੀ, ਵੀ ਮੰਨ ਲਓ ਵੀ ਉਹਦੇ 'ਚੋਂ ਇੱਕ ਯਾਰ ਉਹਨੇ ਥੋੜ੍ਹੀ ਜਿਹੀ ਗੱਲ ਬਣੀ ਸੀ, ਉਹਨੇ ਬੜਾ ਰਿਕਾਰਡ ਬਣਾਇਆ, ਉਦੋਂ ਬਾਅਦ ਗੱਲ ਜਾਪਦਾ ਵੀ ਮਗਰਲੇ ਨੂੰ ਹੁਣ ਮੋਢੇ ਤੇ ਚੜ੍ਹ ਆਉਣਾ। ਇਹ ਨਾ ਹੋਵੇ ਵੀ ਅਗਲਾ ਪਲੇਅਰ ਸਾਡੇ ਕੋਲ ਹੈ ਹੀ ਨਹੀਂ, ਅਸੀਂ ਭਜਾਉਣਾ ਹੀ ਨਹੀਂ, ਉਦੋਂ ਨਾਲ ਦਾ ਭਜਾਓ, ਤੁਸੀਂ ਰੇਸ ਤੇ ਜਿੱਤੋ। ਸੰਧਾਲੀਆ ਸਾਹਿਬ, ਜੇ ਤਾਂ ਬੰਦਾ ਕੰਮ ਕਰਦਾ ਉਹਦੇ ਨਤੀਜੇ ਵਧੀਆ ਹੁੰਦੇ ਆ, ਪਰ ਲੌਂਗ ਟਰਮ ਨਹੀਂ ਹੁੰਦੇ। ਜੇ ਸਿਸਟਮ ਕੰਮ ਕਰਦਾ ਕਿ ਅਗਲੇ ਨੇ ਸਿਸਟਮ ਕ੍ਰੀਏਟ ਕਰਤਾ, ਬਹੁਤ ਵਾਰ ਹੁੰਦਾ। ਮੈਨੂੰ ਲੱਗਦਾ ਕਿ ਪੰਜਾਬੀਆਂ ਨੂੰ ਤੇ ਇਹ ਗੱਲ ਬਹੁਤ ਵਾਰੀ ਸਿੱਖਣ ਦੀ ਲੋੜ ਹੈ। ਬਾਬਾ ਨਾ ਕਰੇ ਕਿਸੇ ਦੇ ਪਰਿਵਾਰ ਦਾ ਕੋਈ ਜੀ ਚਲੇ ਜਾਵੇ ਕਮਾਊ ਜੀ, ਆਮ ਹੀ ਹੁੰਦਾ। ਇਹ ਪਰਿਵਾਰਾਂ ਦੇ ਵਿੱਚ ਗੱਲ ਹੁੰਦੀ ਹੈ ਸਾਡੇ ਤੁਹਾਡੇ ਸਾਰਿਆਂ ਦੇ ਕਿ ਜੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਬਿਜਲੀ ਦਾ ਬਿੱਲ ਕਿੱਥੇ ਦੇਣਾ, ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿਹਦੇ ਤੋਂ ਪੈਸੇ ਲੈਣ ਵਾਲੇ ਤੇ ਕਿਹਨੂੰ ਪੈਸੇ ਦੇਣ ਵਾਲੇ, ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਖਾਦ ਕਿੱਥੋਂ ਚੱਕੀ ਦੀ ਹੈ ਤੇ ਕਰਿਆਨਾ ਕਿੱਥੋਂ ਲਈਦਾ। ਠੀਕ ਹੈ, ਅਗਲਾ ਬੰਦਾ ਘਰ ਦਾ ਸਾਰਾ ਕੰਮ ਕਰ ਰੇੜੀ ਫਿਰਦਾ ਸੀ, ਪਰ ਕਿਤੇ ਨਾ ਕਿਤੇ ਉਹਦੀ ਡੀਸੈਂਟਰਲਾਈਜੇਸ਼ਨ ਹੋਣੀ ਬਹੁਤ ਜ਼ਰੂਰੀ ਹੈ, ਵਿਕੇਂਦਰੀਕਰਨ ਹੋਣਾ ਬਹੁਤ ਜ਼ਰੂਰੀ ਹੈ ਕਿ ਪਰਿਵਾਰ ਨੂੰ ਪਤਾ ਹੋਵੇ, ਇੱਕ ਸਿਸਟਮ ਬਣਿਆ ਹੋਵੇ ਕਿ ਭਾਈ ਆਹ ਸਿਸਟਮ ਹੈ, ਇਹਦੇ ਤਹਿਤ ਕੰਮ ਚੱਲਦਾ। ਜੇ ਇੱਕ ਬੰਦਾ ਗੈਰ ਹਾਜ਼ਰ ਜਾਂ ਲਾਂਭੇ ਵੀ ਹੈ, ਸਿਸਟਮ ਦੇ ਵਿੱਚ ਘਾਟ ਨਾ ਆਵੇ, ਸਿਸਟਮ ਇੰਨਾ ਸਟਰੋਂਗ ਕਰ ਦਿਓ। ਹੁਣ ਜੇ ਤਾਂ ਸਿਸਟਮ ਕ੍ਰੀਏਟ ਕਰ ਦਿੱਤਾ, ਬੰਦੇ ਅੰਦਰ ਚਲੇ ਜਾਣ ਕੋਈ ਗੱਲ ਨਹੀਂ, ਬੰਦੇ ਬਾਹਰ ਆ ਜਾਣਗੇ, ਸਿਸਟਮ ਆਪਣਾ ਕੰਮ ਕਰਦਾ ਰਹੂ। ਤੇ ਜੇ ਉਹ ਵਨ ਮੈਨ ਸ਼ੋਅ ਆ, ਫਿਰ ਉਹ ਕਲੈਪਸ ਹੋਊਗਾ ਤੇ ਉਹਦਾ ਨੁਕਸਾਨ ਹੋਊਗਾ, ਉਹ ਫਿਰ ਲੰਬੇ ਸਮੇਂ ਤੱਕ ਨਹੀਂ ਚੱਲ ਸਕਦਾ। ਹਾਂ, ਇੱਥੇ ਇੱਕ ਗੱਲ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਆਖੀ, ਉਹ ਕਹਿੰਦੇ ਜੀ ਗੱਲ ਇਦਾਂ ਕਿ ਮੈਂ ਪਹਿਲਾਂ ਵੀ ਥੋੜ੍ਹਾ ਜਿਹਾ ਜ਼ਿਕਰ ਕੀਤਾ, ਉਹ ਕਹਿੰਦੇ ਜੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਦੀ ਡੀਲ ਹੋਈ ਆਮ ਆਦਮੀ ਪਾਰਟੀ ਦੀ ਸ਼ਰਾਬ ਦੇ ਠੇਕੇਦਾਰਾਂ ਨਾਲ ਕਿ ਤੁਸੀਂ ਸਾਡੀ ਪੰਜਾਬ 'ਚ ਮਦਦ ਕਰੋ, ਅਸੀਂ ਤੁਹਾਡੀ ਦਿੱਲੀ 'ਚ ਮਦਦ ਕਰਾਂਗੇ। ਉਹ ਕਹਿੰਦੇ ਜੀ 144 ਕਰੋੜ ਰੁਪਏ ਦਾ ਲਾਹਾ ਦਿੱਤਾ ਉਹਨਾਂ ਨੂੰ ਇਹਨਾਂ ਨੇ। ਹੁਣ ਉਹ ਲਾਹਾ ਕਿੱਥੇ ਦਿੱਤਾ ਹੈ, ਕਿਵੇਂ ਦਿੱਤਾ ਹੈ, ਕੀ ਸੱਚੀ ਉਹਨਾਂ ਨੇ ਪੰਜਾਬ 'ਚ ਮਦਦ ਕੀਤੀ? ਕਿਉਂਕਿ ਜਿੱਦਾਂ ਪੰਜਾਬ 'ਚ ਵੋਟਾਂ ਪਈਆਂ ਨਾ ਸੰਧਾਲੀਆ ਸਾਹਿਬ, ਉਹ ਤਾਂ ਐਂ ਲੱਗਦਾ ਸੀ ਕਿ ਅੱਕੇ ਲੋਕਾਂ ਨੇ ਪਾਤੀਆਂ। ਇਹ ਖੁਦ ਬਾਕੀ ਸਿਆਸੀ ਪਾਰਟੀਆਂ ਵਾਲੇ ਵੀ ਮੰਨਦੇ ਆ। ਨਹੀਂ, ਪਰ ਜੇ ਤੇ 144 ਕਰੋੜ ਨਾਲ 92 ਐਮਐਲਏ ਬਣ ਜਾਂਦੇ ਆ ਤੇ ਫਿਰ ਤੇ ਬੜਾ ਸਭ ਤੋਂ ਸਸਤਾ ਯਾਰ। ਨਹੀਂ, ਅਗਲੇ ਨਾਲ 150 ਕਰੋੜ ਵਾਲਾ ਫੜ ਲਿਆਉਂਦੇ, ਕੋਈ ਵੀ ਪਾਰਟੀ ਲਿਆਵੇ, ਪੈਸੇ ਕਿਹੜਾ ਘੱਟ ਨੇ ਲੀਡਰਾਂ ਕੋਲੇ, ਤੁਸੀਂ ਆਪ ਹੀ ਕਹਿੰਦੇ ਹੁੰਦੇ ਆ। ਮਹਾਰਾਜ ਮੈਂ ਨਾਲ ਰਹਿੰਦੇ ਲੀਡਰਾਂ ਦੇ, ਮੈਂ ਤਾਂ ਹਾਂਜੀ ਮੈਂ ਨਾਲ ਰਹਿਣਾ ਲੀਡਰਾਂ ਦੇ, ਮੈਂ ਇਸ ਗੱਲ ਨੂੰ ਪ੍ਰਵਾਨ ਕਰਦਾ। ਮੈਂ ਤਾਂ ਬੜੀ ਦੇਰ ਦਾ ਮੈਂ ਲੀਡਰਾਂ ਦੇ ਨਾਲ ਰਹਿਣਾ ਕਰਕੇ ਦੱਸਦੇ ਨੇ ਕੋਈ ਪੈਸੇ ਬੜੇ ਹੁੰਦੇ। ਮੈਂ ਤਾਂ ਬੜੀ ਦੇਰ ਦਾ ਮਤਲਬ ਉਹ ਸਿਆਸਤ ਤੋਂ ਸੰਨਿਆਸ ਲਈ ਬੈਠਾ। ਅੱਛਾ, ਸਿਆਸਤ ਜਦੋਂ ਆਪਾਂ ਲੀਡਰਾਂ ਦੀ ਗੱਲ ਕਰਦੇ ਹਾਂ, ਲੀਡਰ ਕਹਿੰਦੇ ਵੀ ਚਾਹੇ ਬਾਹਰ ਹੋਣ ਚਾਹੇ ਅੰਦਰ ਹੋਣ, VIP ਟ੍ਰੀਟਮੈਂਟ ਹੁੰਦਾ। ਮੇਰੇ ਇੱਕ ਬੇਨਤੀ ਆਖਰੀ, ਤੁਸੀਂ ਕਿਉਂਕਿ ਦੂਜੇ ਜਿੱਧਰ ਨੂੰ ਚੱਲੇ ਹੋ ਮੁੜ ਨਹੀਂ ਹੋਣਾ ਉਧਰੋਂ। ਅੱਛਾ ਜੀ, ਹਾਂਜੀ, ਜਿਹਨਾਂ ਰਾਹਾਂ ਉਧਰੋਂ ਮੁੜ ਆਉਂਦੇ ਨੇ। ਅਸੀਂ ਇੱਕੋ ਹੀ ਬੇਨਤੀ ਕਰਦੇ ਹਾਂ ਕਿ ਭਾਈ ਸਿਸੋਦੀਆ ਸਾਹਿਬ ਨੂੰ ਨਾ ਕੋਈ ਕਲੀਨ ਚਿੱਟ ਦਿਓ, ਨਾ ਉਹਨਾਂ ਨੂੰ ਕੋਈ ਦੋਸ਼ੀ ਕਹੋ। ਹਾਂ, ਇੱਕ ਗੱਲ ਦਾ ਪ੍ਰੈਸ਼ਰ ਬਣਾਇਆ ਜਾਵੇ ਕਿ ਇਹ ਮਸਲਾ ਪਿਛਲੇ 7-8 ਮਹੀਨੇ ਦਾ ਹੀ ਆ ਪੰਜਾਬ ਦੀ ਚੋਣ ਤੋਂ ਪਹਿਲਾਂ ਦਾ, ਚਾਹੇ ਉਹ ਸੱਚਾ ਚਾਹੇ ਝੂਠਾ, ਤੇ 2 ਮਹੀਨਿਆਂ ਦੇ ਵਿੱਚ ਸਮਾਂਬੱਧ ਇਨਕੁਆਇਰੀ ਕਰ ਦਿਓ, ਕਿਉਂਕਿ ਬਹੁਤ ਲੰਬਾ ਨਹੀਂ ਕਿ 50 ਸਾਲ ਪਹਿਲਾਂ ਦੀ ਜਾਂਚ ਕਰਨੀ ਹੈ। 60 ਦਿਨਾਂ ਦੇ ਵਿੱਚ ਇਨਕੁਆਇਰੀ ਹੋ ਕੇ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ। ਇਹਨੂੰ 2-4 ਸਾਲ ਲਟਕਾ ਕੇ ਨਾ ਰੱਖਿਓ ਕਿ ਕੋਈ ਗੱਲ ਨਹੀਂ, ਇੱਦਾਂ ਲਮਕਦਾ ਰਹਿਣ ਤੇ ਉਹ ਮਸਲਾ ਚੰਗਾ ਹੁੰਦਾ। ਐਨ ਕਲੀਅਰ ਕੱਟ ਲੋਕਾਂ ਨੂੰ ਪਤਾ ਲੱਗ ਜਾਏ ਕਿ ਝੂਠਾ ਕੌਣ ਹੈ ਤੇ ਸੱਚਾ ਕੌਣ ਹੈ। ਇਹ ਫਿਰ ਉਹ ਜਿਹੜਾ ਮੈਂ ਡਾਇਲੋਗ ਕਹਿ ਰਿਹਾ ਬੋਲਦਾ,
ਤੂੰ ਬਹੁਤ ਸਿਆਣਾ। ਲੈ ਤਾਂ ਉਹੀ ਗੱਲ ਨਹੀਂ ਉਹ ਵੀਰ ਜਿੰਨਾ ਹੁਣ ਮਿਹਨਤ ਕੀਤੀ ਹੈ ਉਹਨਾਂ ਗੁਜਰਾਤ ਦੀ ਚੋਣ ਵੀ ਵੇਖਣੀ ਹੈ, ਹਿਮਾਚਲ ਪ੍ਰਦੇਸ਼ ਦੀ ਵੇਖਣੀ ਹੈ, ਉਹਨਾਂ ਜਦੋਂ 24 ਵਾਲੀਆਂ ਇਲੈਕਸ਼ਨ ਆ ਜਾਣੇ ਤੁਸੀਂ ਕਹਿੰਦੇ 2 ਮਹੀਨੇ ਜਾਂਚ ਕਰਾ ਕੇ ਬੰਦੇ ਨੂੰ ਕਲੀਨ ਚਿੱਟ ਦੇ ਇਦਾਂ ਨਹੀਂ ਮੈਂ ਕਲੀਨ ਚਿੱਟ ਕਿਹਾ ਨਹੀਂ ਭਰਾ। ਲੀਡਰਸ ਦੋਸ਼ੀ ਦੇ ਮਨ ਦੇ ਵਿੱਚ ਇੱਕੋ ਗੱਲ ਹੁੰਦੀ ਕਲੀਨ ਚਿੱਟ ਹੀ ਦੇਣੀ, ਦੋਸ਼ੀ ਕਰਾਰ ਦੇ ਦਿਓ ਚਲੋ ਭਾਵੇਂ ਜਿਵੇਂ ਮਰਜ਼ੀ। ਇਦਾਂ ਨਹੀਂ, ਜਿਹੜੀ ਇੱਕ ਗੱਲ ਹੁੰਦੀ ਆ ਵੀ ਮੰਨ ਲਓ ਆ ਮੇਰੀ ਮੁੱਠ ਹੈ ਨਾ, ਮੈਂ ਆਖਾਂ ਵੀ ਦੱਸੋ ਜੀ ਕਿੰਨੇ ਪੈਸੇ ਦੇ ਜੀ। ਹੁਣ ਜੇ ਤੇ ਤੁਸੀਂ ਮੰਨ ਲਓ ਵੀ ਆਖਣਾ ਵੀ ਇਹਦੇ 'ਚ ਹੋ ਸਕਦਾ ਵੀ 10 ਹੋਣ, ਹੋ ਸਕਦਾ 10,000 ਹੋਣ, ਇਹ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਇਹ ਬੰਦ ਆ। ਠੀਕ ਹੈ। ਤੇ ਜੇ ਮੈਂ ਖੋਲ ਕੇ ਬਹਿ ਗਿਆ ਮੁੱਠ ਫੇਰ ਤਾਂ ਗੱਲ ਖਤਮ ਹੋ ਗਈ। ਇਸ ਕਰਕੇ ਇਹ ਵੀ ਇੱਕ ਸਿਆਸਤ ਹੁੰਦੀ। ਤੁਸੀਂ ਤੇ ਨਾਲ ਰਹਿੰਦੇ। ਅੱਛਾ ਆਪਾਂ VIP ਟ੍ਰੀਟਮੈਂਟ ਦੀ ਗੱਲ ਕਰਨ ਲੱਗੇ ਸੀ। ਉਹ ਮਜੀਠੀਆ ਸਾਹਿਬ ਨੇ ਹੁਣ ਕਿਹਾ, ਉਹ ਕਹਿੰਦੇ ਵੀ ਐਵੇਂ ਰੌਲਾ ਪਾਇਆ ਵੀਰ, ਕਿਉਂਕਿ ਬੜਾ ਇਸ ਚੀਜ਼ ਦਾ ਪ੍ਰਚਾਰ ਸੀਗਾ ਵੀ ਮਜੀਠੀਆ ਸਾਹਿਬ ਦੇ ਅੰਦਰ ਬੜਾ VIP ਟ੍ਰੀਟਮੈਂਟ ਮਿਲਦਾ। ਉਦੋਂ ਵੀ ਚਰਚਾ ਵੀ ਚੱਲੀ ਸੀ ਨਾ ਜਦੋਂ ਬੈਂਸ ਸਾਹਿਬ ਅਜੇ ਬਣੇ ਨੇ ਜੇਲ੍ਹ ਮੰਤਰੀ, ਵੀ ਸਿੱਧਾ ਪਟਿਆਲੇ ਗਏ ਨੇ ਜੀ। ਉਹ ਕਹਿੰਦੇ ਬਾਕੀ ਜਾਂਚ ਜੂੰਚ ਤਾਂ ਨਹੀਂ, ਅਸਲ ਦੇ ਵਿੱਚ ਤਾਂ ਉਹਨਾਂ ਨੇ ਉਦੋਂ ਵੀ ਕਿਹਾ ਸੀ ਵੀ ਸਾਨੂੰ ਖਬਰਾਂ ਮਿਲੀਆਂ ਸੀ VIP ਟ੍ਰੀਟਮੈਂਟ ਦੀਆਂ। ਉਹ ਕਹਿੰਦੇ ਇਹੋ ਜਿਹੀ ਗੱਲ ਕੋਈ ਨਹੀਂ, VIP ਟ੍ਰੀਟਮੈਂਟ ਕੌਣ ਦਿੰਦਾ ਵੀਰ ਜਦੋਂ ਅਗਲਾ ਨੂੰ ਪਤਾ ਹੋਵੇ ਵੀ ਇੱਦਾਂ ਕੀਤਾ ਹੀ। ਨਹੀਂ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਦੇਖੋ ਉਹਨਾਂ ਨੇ ਸੋਚੀ ਨਹੀਂ ਕਿਉਂ ਪੈ ਗਏ ਤੁਸੀਂ? ਮੈਂ ਸੋਚੀ ਤਾਂ ਪੈ ਗਿਆ ਸੀ ਵੀ ਜੇਲ੍ਹ ਦੇ ਅੰਦਰ VIP ਟ੍ਰੀਟਮੈਂਟ, ਮੈਨੂੰ ਅੰਸਾਰੀ ਸਾਹਿਬ ਦਾ ਚੇਤਾ ਆ ਗਿਆ ਸੀ। ਹੁਣ ਸੰਧਾਲੀਆ ਸਾਹਿਬ ਹੋਇਆ ਪਤਾ ਕੀ, ਉਹਨਾਂ ਨੇ ਕਈ ਕੁਛ ਆਖਿਆ। ਉਹ ਕਹਿੰਦੇ ਦੇਖੋ ਮੈਂ ਤਾਂ ਥੱਲੇ ਪੁੰਜੇ ਸੌਂਦਾ ਰਿਹਾ ਕਹਿੰਦੇ ਉੱਥੇ, ਕਿਉਂਕਿ ਜੇਲ੍ਹ ਮੈਨੂਅਲ ਆ। ਮਹਾਰਾਜਾ ਅੱਗੇ ਕਹਿੰਦੇ ਅਰਦਾਸ ਕਰੀਦੀ ਸੀ ਰੋਜ਼, ਛੇਤੀ ਸੌਂਦਾ ਸੀ, ਤੜਕੇ ਉੱਠੀਦਾ ਸੀ, ਮਹਾਰਾਜ ਦਾ ਨਾਂ ਜਪੀਦਾ। ਇਹ ਕਹਿੰਦਾ ਬੜਾ ਨਾਂ ਜਪਿਆ ਮਜੀਠੀਆ ਸਾਹਿਬ ਨੇ ਕਿਹਾ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਹੈਗੇ ਇਦਾਂ ਦੇ ਜਿਹਨਾਂ ਨੂੰ ਬੈੱਡ ਵੀ ਮਿਲੇ ਹੋ ਆ ਤੇ ਡਰਾਈ ਫਰੂਟ ਵੀ ਉਹ ਖਾਂਦੇ ਆ। ਤੇ ਇੱਕ ਗੱਲ ਜਿਹੜੀ ਕਮਾਲ ਦੀ, ਉਹ ਕਹਿੰਦੇ ਮੈਨੂੰ ਦੇਖੋ ਤੁਸੀਂ ਪੱਤਰਕਾਰਾਂ ਨੂੰ ਵੀ ਉਹਨਾਂ ਨੇ ਕਿਹਾ, ਉਹ ਕਹਿੰਦੇ ਬਹੁਤ ਯਾਰ ਸਵਾਦ ਨਾਲ ਲਿਆ ਕਰੋ। ਜਦੋਂ ਇੱਕੋ ਹੀ ਸਵਾਲ 3-4 ਫੇਰ ਲਾ ਪਿਆ ਕਹਿੰਦੇ ਜੀ ਸਵਾਦ ਲੈਣ। ਸਿੱਧੂ ਸਾਹਿਬ ਦਾ ਸਵਾਲ ਪੁੱਛਦੇ ਸੀ, ਉਹ ਕਹਿੰਦੇ ਦੇਖੋ ਮੈਨੂੰ ਨਵਜੋਤ ਸਿੱਧੂ ਨਾਲ ਵੀ ਹਮਦਰਦੀ ਹੈ, ਪਿਆਰ ਹੈ। ਉਦੋਂ ਕਹਿੰਦੇ ਜੀ ਉਹਨਾਂ ਨੇ ਵੀ ਇਲੈਕਸ਼ਨ ਸਵਾਦ ਲੈਣਾ ਹੀ ਲੈ ਲਿਆ, ਮੈਂ ਵੀ ਲੈਣਾ ਹੀ ਲੈ ਲਿਆ। ਮੈਨੂੰ ਕਹਿੰਦੇ ਉਹਨਾਂ ਦੀ ਧੀ ਦਾ ਵੀ ਫਿਕਰ, ਉਹਨਾਂ ਦੇ ਘਰੋਂ ਜਿਹੜੀ ਉਹ ਬੀਬੀ ਦਾ ਵੀ ਫਿਕਰ ਕਿ ਟੱਬਰ ਦੇ ਵਿੱਚੋਂ ਜਦੋਂ ਇੱਕ ਜੀ ਬਾਹਰ ਹੋਵੇ, ਜੇਲ੍ਹ ਦੇ ਅੰਦਰ ਹੋਵੇ ਤਾਂ ਕਿੱਦਾਂ ਮਹਿਸੂਸ ਹੁੰਦਾ। ਉਹਨਾਂ ਦੇ ਬੇਟੇ ਦਾ ਵੀ ਕਹਿੰਦੇ ਫਿਕਰ, ਸਾਰਿਆਂ ਦਾ। ਮੈਂ ਤਾਂ ਕਹਿੰਦਾ ਕਿ ਸਾਰੇ ਹੀ ਬੰਦੇ ਹੌਲੀ ਹੌਲੀ ਬਾਹਰ ਆਉਣ ਆਪੋ ਆਪਣੇ ਹਿਸਾਬ ਕਿਤਾਬ ਨਾਲ, ਇੱਦਾਂ ਦੀ ਗੱਲ ਕੋਈ ਨਹੀਂ। ਪਰ ਹਾਂ ਉਹਨਾਂ ਨੇ ਫੇਰ ਕਹਿ ਤਾ, ਕਹਿੰਦੇ ਪਰ ਨਫ਼ਰਤ ਦੀ ਰਾਜਨੀਤੀ ਨਾ ਕੀਤੀ ਜੇ, ਉਹਦਾ ਨਤੀਜਾ ਮਾੜਾ ਹੈ। ਹੁਣ ਜੇ ਇਸ ਤਰੀਕੇ ਦੇ ਨਾਲ ਮਜੀਠੀਆ ਸਾਹਿਬ ਬਾਰ-ਬਾਰ ਇਹ ਗੱਲ ਕਹਿੰਦੇ ਆ, ਪਰ ਮੈਨੂੰ ਇੱਕ ਗੱਲ ਦਾ ਹੋਰ ਭੁਰਖ ਹੈਗਾ, ਤੁਹਾਡੇ ਵਾਲਾ ਭਾਈਚਾਰਾ ਜਿਹੜਾ ਲੀਡਰ ਭਾਈਚਾਰਾ ਕਈ ਅੰਦਰ ਨੇ, ਸਾਰੇ ਬੰਦੇ ਇਹ ਨਾ ਸਮਝਣ ਕਿ ਭਾਈ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਨੇ ਮਜੀਠੀਆ ਸਾਹਿਬ ਦਾ ਸਵਾਗਤ ਕੀਤਾ ਕਿ ਸਾਰਿਆਂ ਦਾ ਇੱਦਾਂ ਹੀ ਹੋਣਾ। ਕਈਆਂ ਦਾ ਸਵਾਗਤ ਸ਼ਾਇਦ ਹੋਣਾ ਹੀ ਨਹੀਂ। ਨਹੀਂ ਇੱਦਾਂ ਕਿੱਦਾਂ ਦੱਸੋ। ਰਾਜਾ ਵੜਿੰਗ ਸਾਹਿਬ ਨੂੰ ਬਹੁਤ ਫਿਕਰ ਹੈ ਆਪਣੇ ਬੰਦਿਆਂ ਦਾ। ਹੋ ਸਕਦਾ ਵੀ ਮੰਨ ਲਓ, ਕਿਉਂਕਿ ਕਾਰਨ ਪਤਾ ਕੀ ਆ, ਆਲਰੇਡੀ ਤੇ ਪਾਰਟੀ ਕਿਰਦੀ ਜਾਂਦੀ ਜੀ। ਹੁਣ ਤੇ ਵਧੋ ਵਧੀ ਅਗਲਿਆਂ ਦੇ ਪਿੰਡ 'ਚ ਜਾ ਕੇ ਕਹਿਣ ਡਿਆ ਜਾਓ ਭਾਜੋ, ਜਾਓ ਫਲਾਨਾ ਅਸਤੀਫਾ ਦੇ ਦੇ। ਕਾਂਗਰਸ ਪਾਰਟੀ 'ਚ ਇਹੋ ਕੁਝ ਚੱਲਣ ਡਿਆ। ਹੁਣ ਇਸ ਕਰਕੇ ਵੀ ਜੇ 4 ਬੰਦੇ ਵਿੱਚ ਰਹਿ ਵੀ ਗਏ ਤੇ ਤੁਸੀਂ ਕਹਿੰਦੇ ਵੀ ਉਹਨਾਂ ਦਾ ਵੀ ਕੋਈ ਸਵਾਗਤ ਨਾ ਕਰੀਏ ਤੇ ਫਿਰ ਗੱਲ ਮਾੜੀ। ਆਪਣੇ ਕੋਲੇ ਇੱਕ ਅਦਾਰਾ ਸੰਧਾਲੀਆ ਸਾਹਿਬ, ਉਹਨੂੰ ਕਹਿੰਦੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ। ਪਿਛਲੇ ਸਾਲ ਜੂਨ ਮਹੀਨੇ ਤੋਂ ਉੱਥੇ ਕੋਈ ਪੱਕਾ ਵਾਈਸ ਚਾਂਸਲਰ ਨਹੀਂ ਸੀ, ਕਾਰਜਕਾਰੀ VC ਸਾਹਿਬ ਸੀ, ਕੰਮ ਕਰ ਸਾਂਭਦੇ ਸੀ, ਪਰ ਸ਼ਕਤੀਆਂ ਥੋੜੀਆਂ ਹੁੰਦੀਆਂ। ਹੁਣ ਖੇਤੀਬਾੜੀ ਪ੍ਰਧਾਨ ਸੂਬਾ ਤੇ ਬਹੁਤ ਸਾਰੇ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ EMPLOYE, ਹਮਦਰਦ, ਸਮਰਥਕ, ਨਿੰਦਕ, ਹਰ ਤਰ੍ਹਾਂ ਦੇ ਲੋਕ ਜਿਹੜੇ ਕਹਿੰਦੇ VC ਤਾਂ ਲਾਓ। ਤੁਸੀਂ ਇੱਕ ਪਾਸੇ ਕਹਿੰਦੇ ਜੀ ਖੇਤੀਬਾੜੀ ਇੱਥੇ ਲੈਣੀ, ਮੂੰਗੀ ਖਰੀਦਣੀ, ਆਹ ਖਰੀਦਣੀ। ਹੁਣ SS ਗੋਸਲ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਖੁਦ ਟਵੀਟ ਕਰਕੇ ਕਿਹਾ ਕਿ ਅਸੀਂ ਨਵਾਂ ਵਾਈਸ ਚਾਂਸਲਰ ਆ ਰਹੇ ਹਾਂ, ਅਸੀਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ। ਗੋਸਲ ਸਾਹਿਬ ਵਾਈਸ ਚਾਂਸਲਰ ਬਣੇ, ਬੜੀਆਂ ਦਿੱਕਤਾਂ, ਆਰਥਿਕਤਾ ਦੀ ਦਿੱਕਤ ਹੈ, ਪੈਸੇ ਟਕੇ ਹੋਣਗੇ ਤਾਂ ਖੋਜਾਂ ਹੋਣੀਆਂ, ਪੈਸੇ ਟਕੇ ਹੋਣਗੇ ਤਾਂ ਖਾਲੀ ਅਸਾਮੀਆਂ ਭਰੀਆਂ ਜਾਣੀਆਂ, ਪੈਸੇ ਟਕੇ ਹੋਣਗੇ ਤਾਂ ਜਿਹੜੇ ਘੱਟ ਤਨਖਾਹਾਂ ਤੇ ਕੰਮ ਕਰਦੇ ਉਹਨਾਂ ਨੂੰ ਪੂਰੀਆਂ ਤਨਖਾਹਾਂ ਦੇਣੀਆਂ। ਤੇ ਸਭ ਤੋਂ ਵੱਡੀ ਗੱਲ, ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਯੋਗਦਾਨ ਪਾਇਆ, ਚ ਕੋਈ ਦੋ ਰਾਏ ਨਹੀਂ, ਪਰ ਇਹ ਉਹਦੇ ਤੋਂ ਕਈ ਗੁਣਾ ਵੱਧ ਯੋਗਦਾਨ ਦੀ ਇਸ ਵੇਲੇ ਲੋੜ ਹੈ। ਕਿਉਂਕਿ ਇਸ ਵੇਲੇ ਕੀ ਸ਼ਬਦ ਹੁੰਦਾ ਸਾਡੇ ਹੁੰਦੇ ਆ, ਉਹ ਖੜੋਤ, ਤੁਹਾਡੀ ਸਟੈਗਨੇਸ਼ਨ। ਕੀ ਸਮਝਾਉਂਦੇ ਤੁਸੀਂ ਮੈਨੂੰ? ਰਾਤੀ ਗੱਲ ਹੋਈ ਨਹੀਂ ਆਪਣੀ। ਔਰ ਰਾਤੀ ਤੁਸੀਂ ਗੱਲ ਕਰਨ ਹੁੰਨੇ ਆ, ਕਿਉਂਕਿ ਰਾਤੀ ਤੁਸੀਂ ਮੀਟਿੰਗਾਂ 'ਚ ਰੁੱਝੇ ਹੁੰਨੇ ਆ। ਨਹੀਂ ਆ ਨਹੀਂ ਹੁਣ ਤੁਸੀਂ ਅੱਛਾ, ਉਹ ਖੜੋਤ ਜਿਹੜੀ ਆਈ ਹੈ ਨਾ, ਅਸੀਂ ਦੇਖੋ ਕੋਈ ਬੰਦਾ ਆਲੋਚਨਾ ਕਰੇ, ਸੰਧਾਲੀਆ ਸਾਹਿਬ ਚਲੋ ਆਪਾਂ ਹਾਸੇ ਤਾਂ ਬਹੁਤ ਸਾਰੀਆਂ ਗੱਲਾਂ ਕਰ ਲੈਂਦੇ ਆ, ਗੋਸਲ ਸਾਹਿਬ ਦੇ ਮੋਢਿਆਂ ਤੇ ਜ਼ਿੰਮੇਵਾਰੀ ਵੱਡੀ ਹੈ ਪੂਰੀ, ਹੈ ਨਾ। ਕਿਉਂਕਿ ਇਸ ਲਈ ਖੇਤੀਬਾੜੀ 'ਚੋਂ ਆਮਦਨ ਕਿੱਦਾਂ ਕਮਾਉਣੀ ਹੈ, ਆਹ ਖਾਸ ਤੌਰ ਦੇ ਉੱਤੇ ਮੈਂ ਸੋਚਦਾ ਸੀ ਨਰਮੇ ਦੇ ਜਿਹੜੇ ਬੀਜ ਨੇ ਆਪਣੇ ਵੀ ਕੋਈ ਇਹਦਾ ਐਕਸਪੈਰੀਮੈਂਟ, ਕੋਈ ਹਿਸਾਬ ਕਿਤਾਬ ਜਿਹਾ ਹੋ ਹੀ ਸਕਦਾ ਹੋਣਾ ਨਾ, ਕਿ ਨਾ ਨੁਕਸਾਨ ਹੋਵੇ, ਮੁੜ ਕੇ ਫਾਇਲ ਲੈਂਦੇ ਫਿਰਦੇ ਕਿਸਾਨ ਮਜ਼ਦੂਰ। ਇਹ ਤਾਂ ਗੱਲ ਹੈਗੀ। ਦੇਖੋ ਨਰਮੇ ਤੇ ਮੈਨੂੰ ਲੱਗਦਾ ਹੁੰਦਾ ਵੀ ਕੰਮ ਕਰਨ ਦੀ ਲੋੜ ਆ। ਇੱਕ ਜਿਹੜੀ ਚੀਜ਼ ਬੜੀ ਮੁਸ਼ਕਲ ਸੀਗੀ ਵੀ ਯਾਰ ਨਰਮੇ ਤੋਂ ਕਿਉਂ ਭਜਦੇ ਆਪਣੇ ਵਾਲੇ, ਪਹਿਲਾਂ ਦੇ ਕਾਰਨ ਇਹ ਸੀਗਾ ਕਿ ਵੀ ਬਿਮਾਰੀਆਂ ਇਹੋ ਜਿਹੀਆਂ ਪੈ ਗਈਆਂ, ਕੋਈ ਨਾ ਕੋਈ ਨਵੀਂ ਸੁੰਡੀ ਆਉਣੀ ਜੀ, ਤੇ ਉਹਨਾਂ ਦਾ ਕਰਕੇ ਜਿਹੜੀਆਂ ਰੇਹਾਂ ਸਪਰੇਆਂ ਆਈਆਂ, ਉਹ ਰੇਹਾਂ ਸਪਰੇਆਂ ਨੇ ਉਸ ਤੋਂ ਬਾਅਦ ਇੰਨਾ ਕੁਛ ਜ਼ਹਿਰੀ ਕਰ ਦਿੱਤਾ ਕਿ ਉਹ ਆਪਣੇ ਪਰਿਵਾਰਾਂ ਦੇ ਵਿੱਚ ਕੈਂਸਰ ਆ ਗਿਆ।
ਫਿਰ ਮੁਸ਼ਕਿਲ ਇਹ ਆ ਗਈ ਵੀ ਯਾਰ ਉਹ ਨਾ ਹੁਣ ਬਾਅਦ 'ਚ ਚੁਣਨਾ ਪੈਂਦਾ ਤੇ ਬੰਦੇ ਨਹੀਂ ਲੱਭਦੇ ਤੇ ਫਿਰ ਕਰਾਂਗੇ ਕੀ, ਕਿਉਂਕਿ ਪਹਿਲਾਂ ਵਾਲੇ ਬੰਦੇ ਹੋਰ ਹੁੰਦੇ ਸੀ। ਅੱਜ ਦੀ ਡੇਟ 'ਚ ਗੱਲ ਕਿਹੜਾ ਨਰਮਾ ਚੁਗਦਾ ਫਿਰੂਗਾ ਉੱਥੇ, ਹੈ ਨਾ। ਹੁਣ ਗੱਲ ਇਹ ਆ ਵੀ ਨਰਮਾ ਚੁਗਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ। ਨਰਮੇ ਦੇ ਨਵੇਂ ਆਪਾਂ ਤੁਸੀਂ ਇਹ ਦੇਖ ਲਓ ਵੀ ਆ ਬਾਹਰਲੇ ਮੁਲਕਾਂ 'ਚ ਆਪਾਂ ਦੇਖੀਏ ਤੇ ਜਿਹੜਾ ਆਪਣੇ ਵਾਲੇ ਪਾਸੇ ਬੂਟਾ ਹੁੰਦਾ ਉਹਦੇ ਇਹ ਹੁੰਦਾ ਵੀ ਵਿੱਚ ਜੇ ਕੋਈ ਬੰਦਾ ਚੁਗਣ ਵਾਲਾ ਜਾਂ ਸਪਰੇਅ ਵਾਲਾ ਵੜਿਆ ਵੀ ਤੂੰ ਦਿਸਦਾ ਨਹੀਂ। ਇੱਧਰਲੇ ਪਾਸੇ ਉਹ ਬੂਟੇ ਵੀ ਨਿੱਕੇ ਨਿੱਕੇ ਜਿਹੇ ਹੁੰਦੇ, ਉਹਨੂੰ ਫਲ ਵੀ ਪੂਰਾ ਹੁੰਦਾ ਤੇ ਚੁਗਣ ਵਾਲੀਆਂ ਮਸ਼ੀਨਾਂ ਵੀ ਚੁਗ ਲੈਂਦੀਆਂ। ਹੁਣ ਵੈਸੇ ਮੈਂ ਯਾਦ ਕਰਦਾ ਸੀ ਮਾਝੇ ਦੇ ਵਿੱਚ ਕਦੀ ਕੋਈ ਬੰਦਾ ਸੋਚਦਾ ਨਹੀਂ ਵੀ ਇਹ ਨਰਮਾ ਹੁੰਦਾ ਹੋਊਗਾ, ਪਰ ਜਿਹੜੇ ਸਾਡੇ ਬਜ਼ੁਰਗ ਇਹ ਦੱਸਦੇ ਵੀ ਮਾਝੇ ਦੇ ਵਿੱਚ ਵੀ ਨਰਮਾ ਹੁੰਦਾ ਰਿਹਾ ਪਹਿਲਾਂ। ਮਤਲਬ ਆ ਪੱਟੀ ਏਰੀਆ ਹੋ ਗਿਆ, ਤਰਨਤਾਰਨ ਜਾਂ ਇੱਧਰ ਬਾਰਡਰ ਦੇ ਨਾਲ ਆਮ ਇੱਧਰ ਨਰਮਾ ਹੁੰਦਾ ਪਹਿਲਾਂ ਇੱਧਰੋਂ ਖਤਮ ਹੋਇਆ। ਹੌਲੀ ਹੌਲੀ ਝੋਨੇ ਵਾਲੇ ਪਾਸੇ ਆਪਾਂ ਆ ਗਿਆ, ਉਹ ਕਿਹੜਾ ਲਾਊਗਾ ਨਰਮਾ ਜੀ, ਇੱਧਰ ਨੂੰ ਤੁਰਿਆ। ਫਿਰ ਹੌਲੀ ਹੌਲੀ ਕਹਿੰਦੇ ਜੀ ਦੁਆਬੇ 'ਚ ਮਾਲਵੇ 'ਚ ਹੈਗਾ, ਮਾਲਵਾ ਪੱਟੀ ਨਾਲ ਜਾਂਦਿਆਂ ਇੱਧਰੋਂ ਨਰਮਾ ਖਤਮ ਹੁੰਦਾ ਮਾਝੇ ਤੋਂ ਬਾਅਦ ਹੁਣ ਲਗਭਗ ਮਾਲਵੇ 'ਚੋਂ ਹੀ ਖਤਮ ਹੋ ਚੱਲਿਆ। ਆਪਾਂ ਜਿਹੜੀ ਆਪਣੀ ਪਹਿਲੀ ਫਸਲ ਸੀਗੀ ਨਰਮਾ, ਕਿਉਂਕਿ ਇੱਕ ਤਾਂ ਇਹ ਹੋ ਗਿਆ ਕਿ ਵੀ ਉਹਨੂੰ ਕਿਉਂਕਿ ਉਦੋਂ ਪਾਣੀ ਪੂਣੀ ਦਾ ਰੌਲਾ ਹੁੰਦਾ ਸੀ, ਇੱਕ ਪਾਸੇ ਆਪਣੀ ਪਾਣੀ ਦੀ ਮੁਸ਼ਕਿਲ ਹੈ, ਦੂਜੇ ਪਾਸੇ ਜੇ ਆਪਣੇ ਕੋਲੇ ਸੀਗਾ ਇੱਥੇ ਹੁੰਦਾ ਤੇ ਆਪਾਂ ਸਿਰਫ ਇਸੇ ਕਰਕੇ ਭੱਜ ਕੇ ਵੀ ਜਾਂ ਬਿਮਾਰੀਆਂ ਨੇ ਜਾਂ ਬਾਅਦ ਚੁਗਿਆ ਨਹੀਂ ਜਾਂਦਾ। ਜੇ ਬਿਮਾਰੀਆਂ ਦਾ ਹੱਲ ਕਰ ਲਿਆ ਜਾਵੇ ਤੇ ਚੁਗਣ ਵਾਲੀਆਂ ਮਸ਼ੀਨਾਂ ਡਿਵੈਲਪ ਕਰ ਲਈਆਂ ਜਾਣ ਤੇ ਆ ਜਿਹੜਾ ਪਾਣੀ ਵਾਲਾ ਆਪਾਂ ਕਦੋਂ ਦਾ ਰੁੰਦੇ ਪਏ ਆ ਵੀ ਪਾਣੀ, ਉਹ ਮਸਲਾ ਆਪੇ ਹੱਲ ਹੋ ਜਾਊਗਾ। ਸਾਡਾ ਪਿੰਡ ਸੰਧਾਲੀਆ ਸਾਹਿਬ ਜਲੰਧਰ ਜ਼ਿਲ੍ਹੇ 'ਚ, ਹੁਸ਼ਿਆਰਪੁਰ ਜ਼ਿਲ੍ਹਾ ਨੇੜੇ ਸ਼ੁਰੂ ਹੋ ਜਾਂਦਾ। ਮੈਂ ਕਦੇ ਦੁਆਬੇ ਦੇ ਵਿੱਚ ਨਰਮਾ ਨਹੀਂ ਦੇਖਿਆ, ਪਰ ਜਦੋਂ ਛੋਟੇ ਹੁੰਦੇ ਸਾਡੇ ਘਰੇ ਇੱਕ ਬੂਟਾ ਹੁੰਦਾ ਸੀ। ਹੁਣ ਛੋਟੇ ਹੁੰਦਿਆਂ ਦੇ ਉਨੇ ਕੀ ਚੇਤੇ ਤਾਂ ਹੁੰਦੇ ਆ ਨਾ ਵੀ ਦਾਦੀ ਹੋਰਾਂ ਨੇ ਕਹਿਣਾ ਉਹ ਟੀਂਡਾ ਪਹਿਲਾਂ ਲੱਗਿਆ, ਉਹਨਾਂ ਨੇ ਹੌਲੀ ਹੌਲੀ ਉਹਦੇ ਤਰੇੜ ਜੀ ਆਉਣੀ, ਫਿਰ ਉਹ ਹੌਲੀ ਹੌਲੀ ਕਪਾਹ ਦੀਆਂ ਫੁੱਟੀਆਂ ਜੀਆਂ ਨਜ਼ਰ ਆਉਣੀਆਂ, ਫਿਰ ਉਹਨੇ ਹੌਲੀ ਹੌਲੀ ਖਿੜਨਾ ਤੇ ਸਾਡੀ ਦੋਨਾਂ ਭਰਾਵਾਂ ਦੋਨਾਂ ਦੀ ਐਤਕੀ ਇਹਦੇ ਵਿੱਚੋਂ ਰੂਮ ਐ ਕੱਢਣਾ। ਉਹ ਕਹਿੰਦਾ ਅਜੇ ਨਹੀਂ ਪੁੱਤ, ਅਜੇ ਨਹੀਂ। ਦਾਦੀ ਨੇ ਕਹਿਣਾ ਕਿ ਅਜੇ 2-3 ਦਿਨ ਹੋਰ ਰਹਿਣ ਦਿਓ, ਹੌਲੀ ਹੌਲੀ ਰੂਮ ਥੱਲੇ ਨੂੰ ਲਮਕਣ ਲੱਗ ਪੈਣਾ। ਜਾਣੀ ਮੈਂ ਸੋਚਦਾ ਸੀ ਵੀ ਜੇ ਸਾਡੇ ਘਰ ਦੀ ਕਿਆਰੀ ਜਿਹਨੂੰ ਮੈਨੂੰ ਨਹੀਂ ਲੱਗਦਾ ਅਸੀਂ ਡੱਬਾ ਪਾਣੀ ਦਾ ਪਾਉਂਦੇ ਸੀ ਕਿ ਨਹੀਂ ਪਾਉਂਦੇ ਸੀ, ਵੀ ਜੇ ਉੱਥੇ ਨਰਮਾ ਹੋ ਸਕਦਾ ਉਹ ਬਾਹਰ ਖੇਤਾਂ 'ਚ ਵੀ ਹੋ ਸਕਦਾ ਹੋਣਾ, ਤੇ ਕਦੇ ਹੁੰਦਾ ਹੋਣਾ। ਤੇ ਹੌਲੀ ਹੌਲੀ ਅਸੀਂ ਗਵਾ ਲਿਆ। ਗੋਸਲ ਸਾਹਿਬ ਮਾਣ ਹੀ ਹੈ, ਤੁਸੀਂ ਵਧੀਆ ਬੰਦੇ ਹੋ, ਵਿਦਵਾਨ ਹੋ। ਤੁਹਾਨੂੰ ਇੱਕ ਐਸੇ ਮੌਕੇ ਦੇ ਉੱਤੇ ਕਈ ਵਾਰੀ ਹੁੰਦਾ ਨਾ ਕਿ ਰਿਲੇ ਦੌੜ ਤੁਸੀਂ ਜ਼ਿਕਰ ਕੀਤਾ ਸੀ, ਇਹਦੇ ਵਿੱਚੋਂ ਡੰਡਾ ਬੈਟਨ ਜਿਹਾ ਫੜੀਦਾ ਕਿ ਤੁਹਾਨੂੰ ਉਸ ਵੇਲੇ ਬੈਟਨ ਮਿਲਿਆ ਜਦੋਂ 3 ਖਿਡਾਰੀ ਦੌੜ ਚੁੱਕੇ, ਤੁਹਾਡੀ ਵਾਰੀ ਹੈ ਹੁਣ ਬਸ। ਇਹਦੇ ਤੋਂ ਬਾਅਦ ਤੁਸੀਂ ਹੁਣ ਬੈਟਨ ਕਿਸੇ ਨੂੰ ਫੜਾਉਣਾ ਨਹੀਂ, ਤੁਸੀਂ ਹੁਣ ਰੀਬਨ ਨਾਲ ਜਾ ਕੇ ਛਾਤੀ ਲਾਉਣੀ ਆ ਦੌੜ ਕੇ, ਤੇ ਜੇ ਰਹਿ ਗਿਆ ਤਾਂ ਰਹਿ ਗਏ, ਲੈ ਗਿਆ ਤਾਂ ਲੈ ਗਏ। ਨਹੀਂ, ਬੜਾ ਜ਼ਰੂਰੀ ਹੈ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਆਲੂ ਖੋਜ ਕੇਂਦਰ, ਝੋਨਾ ਖੋਜ ਕੇਂਦਰ, ਹੋਰ ਗੰਨਾ ਖੋਜ ਕੇਂਦਰ ਹੈ ਨਾ, ਹੋਰ 2-3 ਫਸਲਾਂ ਦੇ ਨਾਲ ਖੋਜ ਕੇਂਦਰ। ਮੈਨੂੰ ਲੱਗਦਾ ਹੁੰਦਾ ਵੀ ਹੁਣ ਜਿਹੜੇ ਫਿਊਚਰ ਦੇ ਭਵਿੱਖ ਦੀਆਂ ਫਸਲਾਂ ਨੇ ਉਹਨਾਂ ਬਾਰੇ ਜ਼ਰੂਰ ਗੱਲ ਕਰਨੀ ਚਾਹੀਦੀ। ਕਾਰਨ ਇਹ ਵੀ ਪਹਿਲਾਂ ਦੇ ਸੀ ਵੀ ਫਲਾਨੇ ਤੋਂ ਫਲਾਨੀ ਕ੍ਰਾਂਤੀ ਲਿਆਉਣੀ ਹੈ, ਲੋਕਾਂ ਦਾ ਢਿੱਡ ਭਰਨਾ। ਹੁਣ ਤੇ ਲੋਕਾਂ ਦਾ ਢਿੱਡ ਇੰਨਾ ਕੁ ਭਰ ਗਿਆ ਵੀ ਹੁਣ ਆਪਾਂ ਆਮ ਦੂਜੇ ਤੀਜੇ ਡਾਕਟਰ ਕੋਲੋਂ ਸੁਣ ਲੈਂਦੇ ਨਾ, ਕਣਕ ਦੀ ਰੋਟੀ ਨਾ ਖਾਓ ਇਹਦੇ 'ਚ ਪ੍ਰੋਬਲਮ ਹੈ, ਨਾ ਫਲਾਨੀ ਚੀਜ਼ ਨਾ ਖਾਓ ਇਹਦੇ 'ਚ ਪ੍ਰੋਬਲਮ ਹੈ। ਇਹਦਾ ਮਤਲਬ ਇਹ ਹੋ ਗਿਆ ਵੀ ਹੁਣ ਸਾਰਾ ਕੁਝ ਆਲਰੇਡੀ ਹੈਗਾ ਜੀ। ਹੁਣ ਵੈਸੇ ਆਪਾਂ ਰੱਜੇ ਨਖਰੇ ਕਰਦੇ ਹਾਂ, ਇਸ ਕਰਕੇ ਜੇ ਆਪਾਂ ਨੂੰ ਜਾਪਦਾ ਭਵਿੱਖ ਦੇ ਵਿੱਚ ਉਹ ਵਾਲੀਆਂ ਫਸਲਾਂ ਜਿਨ੍ਹਾਂ ਦੇ ਚੋਂ ਝਾੜ ਵੀ ਚੰਗਾ ਮਿਲੇ, ਜਿਨ੍ਹਾਂ ਤੋਂ ਆਪਾਂ ਨੂੰ ਦਵਾਈਆਂ ਰੇਹਾਂ ਸਪਰੇਆਂ ਤੋਂ ਵੀ ਬਚੀਏ, ਜਿਨ੍ਹਾਂ ਨਾਲ ਪਾਣੀ ਵੀ ਬਚ ਜਾਵੇ, ਜਿਨ੍ਹਾਂ ਨਾਲ ਸਭ ਤੋਂ ਵੱਡੀ ਗੱਲ ਆਮਦਨ ਵੀ ਵਧੇ, ਉਹਨਾਂ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ। ਜੇ ਕੇਂਦਰ ਸਰਕਾਰ ਕਹਿੰਦੇ ਅਸੀਂ ਖੇਤੀ ਬਦਲਣੀ ਹੈ, ਉਧਰੋਂ ਖੇਤੀ ਮੰਤਰੀ ਸਾਹਿਬ ਕਹਿੰਦੇ ਵੀ ਇਹਦੇ ਵਿੱਚ ਨਵੇਂ ਆਧੁਨਿਕੀਕਰਨ ਦੀ ਲੋੜ ਹੈ, ਜੇ ਪੰਜਾਬ ਸਰਕਾਰ ਕਹਿੰਦੀ ਵੀ ਆਪਾਂ ਨੂੰ ਖੇਤੀ ਵਾਲੇ ਪਾਸੇ ਧਿਆਨ ਦੇਣਾ, ਤੇ ਉਹਦੀ ਜੇ ਕਿਤਿਓਂ ਜੋਤ ਜਗਣੀ ਆ ਉਹ PIU ਆ। ਜ਼ਰੂਰੀ ਹੈ ਸੰਧਾਲੀਆ ਸਾਹਿਬ ਤੇ ਜਾਂਦਿਆਂ ਮੈਂ ਇੱਕ ਮਾਝੇ ਦੀ ਗੱਲ ਜ਼ਰੂਰ ਕਰ ਲਾਂ, ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਹੈ। ਝਵਾਲ ਦੇ ਵਿੱਚ ਇੱਕ ਸ਼ਖਸੀਅਤ ਨੇ, ਸਧਾਰਨ ਸ਼ਖਸੀਅਤ ਹੈ, ਉਹਨਾਂ ਨੇ ਆਪਣੀ ਜੇਬ ਦੇ ਵਿੱਚ ਇੱਕ ਪੂੜੀ ਕੱਢੀ, ਕਹਿੰਦੇ ਆਹ ਦੇਖੋ 500 ਦਾ ਨਸ਼ਾ ਮਿਲਿਆ। ਕਹਿੰਦੇ ਜੀ ਮੈਂ ਬੇਨਤੀ ਪਿਛਲੇ SSP ਸਾਹਿਬ ਨੂੰ ਵੀ ਕੀਤੀ ਸੀ, ਹੁਣ ਨਵੇਂ ਆਏ ਉਹਨਾਂ ਨੂੰ ਵੀ ਕੀਤੀ ਹੈ। ਇੱਥੇ ਕਹਿੰਦੇ ਜੀ ਪਰਸੋਂ ਇੱਕ ਮੁੰਡਾ ਨਸ਼ਾ ਲੈ ਕੇ ਆਇਆ, ਉਹਨੇ ਟੀਕਾ ਲਾਇਆ ਤੇ ਸਿਰਿੰਜ ਵੀ ਨਹੀਂ ਨਿਕਲੀ, ਮੈਂ ਮਸਾਂ ਉਹਨੂੰ ਬਚੋਇਆ। ਕਹਿੰਦੇ ਜੀ ਮੈਂ 3 ਘੰਟੇ ਟੈਲੀਫੋਨ ਕਰਕੇ ਉਡੀਕਦਾ ਰਿਹਾ, ਪ੍ਰਸ਼ਾਸਨ ਨਹੀਂ ਆਇਆ। ਉਹਦੇ ਤੋਂ ਬਾਅਦ ਉੱਥੇ ਹੀ ਹੋਰ ਮੁੰਡੇ ਕਹਿੰਦੇ ਨਸ਼ਾ ਲੈਣ ਆਉਣ ਲੱਗ ਪਏ। ਮੈਂ ਉਹਨਾਂ ਤੋਂ 500 ਰੁਪਏ ਦੇ ਕੇ ਆਹ ਪੂੜੀ ਮੰਗਵਾਈ ਹੈ, ਕਹਿੰਦੇ ਜੀ ਸ਼ਰੇਆਮ ਵਿਕਦਾ, ਕਿਰਪਾ ਕਰਕੇ ਠੱਲ ਪਾ ਲਓ, ਬਹੁਤ ਔਖਾ ਹੋ ਗਿਆ ਕੰਮ। ਸੋ ਅਸੀਂ ਤਾਂ ਬੇਨਤੀ ਕਰਦੇ ਹਾਂ ਜੇ ਉਹ ਸ਼ਖਸੀਅਤ ਦੀ ਗੱਲ ਸੱਚੀ ਹੈ, ਉਹ ਸੱਜਣ ਦੀ ਗੱਲ ਸੱਚੀ ਹੈ, ਤਾਂ ਭਾਈ ਝਵਾਲ ਦੇ ਆਸੇ-ਪਾਸੇ ਮਾੜਾ ਜਿਹਾ ਹਿਸਾਬ ਕਿਤਾਬ ਜਿਹਾ ਲਾ ਕੇ ਠੀਕ ਕਰ ਦਿਓ, ਦਰੁਸਤ ਕਰ ਦਿਓ। ਨੌਜਵਾਨ ਤਾਂ ਬਚਾਉਣੇ ਹੀ ਹਨ ਜੀ। ਗੱਲ ਹੈ ਇਕੱਲੇ ਝਵਾਲ ਦੇ ਕਿਉਂ, ਆਪਾਂ ਵਿੱਚ ਵੀ ਕਈਆਂ ਥਾਵਾਂ ਤੋਂ ਗੱਲਾਂ ਸੁਣਦੇ ਹਾਂ। ਹਾਂ, ਇਹ ਗੱਲ ਠੀਕ ਹੈ, ਇੰਨਾ ਕਿ ਚਲੋ ਆਮ ਆਦਮੀ ਪਾਰਟੀ ਵਾਲੇ ਕਹਿ ਸਕਦੇ ਵੀ ਅਸੀਂ ਪਹਿਲਾਂ ਨਾਲੋਂ ਕੰਟਰੋਲ ਕੀਤਾ ਜੀ। ਇੱਕ ਹੁੰਦਾ ਕੰਟਰੋਲ ਹੋਣਾ, ਇੱਕ ਹੁੰਦਾ ਬੰਦ ਹੋਣਾ। ਕਿਉਂਕਿ ਗੱਲ ਇਹ ਆ ਵੀ ਕੋਈ ਚੀਜ਼ ਜੇ ਅੱਜ ਘਟੀ ਆ ਤੇ ਹੋ ਸਕਦਾ ਵੀ ਇਸ ਕਰਕੇ ਘਟੀ ਹੋਵੇ ਵੀ ਇੱਧਰ ਉੱਧਰ ਸੈਟਿੰਗਾਂ ਦਾ ਬਣਦਾ ਹੋਵੇ ਮਾਹੌਲ। ਜਾਨੀ ਨਸ਼ੇ ਦੀ ਵੀ ਕੀਮੋ ਕਰਨ ਵਾਲੀ ਹੈ ਨਾ, ਜਦੋਂ ਤੱਕ ਕੋਈ ਸਾੜਦੇ ਨਹੀਂ ਉਹਨੂੰ, ਉਹਦਾ ਕੰਮ ਨਹੀਂ ਹੁੰਦਾ। ਉਨੀ ਦੇਰ ਤੱਕ ਗੱਲ ਨਹੀਂ ਹੋਣੀ। ਚਲੋ ਅਸੀਂ ਆਸ ਕਰਦੇ ਹਾਂ ਵੀ ਇਸ ਪਾਸੇ ਜ਼ਰੂਰ ਕੰਮ ਹੋਊਗਾ। ਬਾਕੀ ਹੁਣ ਆਪਣੇ ਜਾਣ ਦਾ ਵੇਲਾ ਹੋ ਗਿਆ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ।
ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।